ਪ੍ਰੀਤਨਾਮਾ ਟੀਵੀ ਨਾਲ ਜੁੜਨ ਲਈ ਤੇ ਆਪਣੇ ਕਾਰੋਬਾਰ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ preetnamausa@gmail.com। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਪ੍ਰੀਤਨਾਮਾ ਦੇ ਮੰਚ ਤੇ। ਪਹਿਲਾਂ ਤਾਂ ਸੌਰੀ ਕਿ ਸਾਨੂੰ ਥੋੜਾ ਪ੍ਰੋਗਰਾਮ ਲੇਟ ਹੋ ਗਿਆ, ਕੁਝ ਇੰਟਰਨੈਟ ਤੇ ਟੈਕਨੀਕਲ ਪ੍ਰੋਬਲਮਸ ਕਰਕੇ, ਤੇ ਉਸ ਦੇ ਲਈ ਮਾਫੀ ਚਾਹੁੰਦੇ ਆ। ਸੋ ਇੱਕ ਵਾਰੀ ਪ੍ਰੀਤਪਾਲ ਕੌਰ ਪ੍ਰੀਤ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਅੱਜ ਅਸੀਂ ਗੱਲਬਾਤ ਕਰਨ ਲਈ ਜੁੜੇ ਆ ਆਪਣੀਆਂ ਪਰਿਵਾਰ ਬਾਰੇ, ਆਪਣੀਆਂ ਧੀਆਂ ਬਾਰੇ, ਆਪਣੀਆਂ ਭੈਣਾਂ ਬਾਰੇ। ਕਿਉਂਕਿ ਪਰਿਵਾਰ ਦਾ ਫਿਕਰ ਘਰ ਦੇ ਵੱਡੇ ਕੀ, ਕਈ ਵਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਘਰ ਦੇ ਵੱਡਿਆਂ ਨੂੰ ਫਿਕਰ ਹੋਵੇ, ਘਰ ਦੇ ਛੋਟਿਆਂ ਨੂੰ ਵੀ ਕਈ ਹੁੰਦੇ ਨੇ ਆਪਣੇ ਬੱਚਿਆਂ ਦੇ। ਸੋ ਸਾਡੀਆਂ ਮਾਵਾਂ ਵੀ ਨੇ, ਧੀਆਂ ਵੀ ਨੇ, ਭੈਣਾਂ ਵੀ ਨੇ। ਅਸੀਂ ਮਾਂ ਵੀ ਆ, ਮੈਂ ਵੀ ਮਾਂ ਵੀ ਆ, ਧੀ ਵੀ ਆ, ਕਿਸੇ ਦੀ ਭੈਣ ਵੀ ਆ। ਸੋ ਉਸੇ ਫਿਕਰ ਨੂੰ ਮੁੱਖ ਰੱਖਦੇ ਮੈਂ ਆਪਣਾ ਇੱਕ ਫਰਜ਼ ਸਮਝਦੇ ਹੋਏ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਜ਼ਰੂਰੀ ਸਮਝੀ। ਪਹਿਲਾਂ ਮੈਂ ਪੋਸਟ ਵੀ ਪਾਈ ਸੀ ਕਿ ਥੋੜੇ ਜਿਹੇ ਸੋਸ਼ਲ ਸਾਈਟਾਂ ਦੇ ਉੱਪਰ ਲਾਈਕ ਤੇ ਫੋਲੋਵਰਸ ਨੂੰ ਪਾਉਣ ਦੇ ਲਈ ਸਾਡੀਆਂ ਮਾਵਾਂ, ਭੈਣਾਂ, ਧੀਆਂ, ਮਾਵਾਂ ਇਸ ਕਰਕੇ ਕਿਹਾ ਕਿ ਤੁਸੀਂ ਖੁਦ ਸਾਰੇ ਦੇਖ ਰਹੇ ਹੋ ਕਿ ਅੱਜ ਕੱਲ ਇਹ ਜ਼ਰੂਰੀ ਨਹੀਂ ਕਿ ਨੌਜਵਾਨ ਬੱਚੀਆਂ ਹੀ, ਕਈ ਮੇਰੇ ਵਰਗੇ ਆ ਤੇ ਕਈ ਮੇਰੇ ਤੋਂ ਵੀ ਸੀਨੀਅਰ ਜਿਹੜੀ ਹੈਗੇ ਨੇ, ਉਹ ਵੀ ਇਹ ਹੱਥ ਕੰਡੇ ਅਪਣਾ ਰਹੀਆਂ ਨੇ ਥੋੜੇ ਜਿਹੇ ਫੋਲੋਵਰਸ ਤੇ ਲਾਈਕ ਦੇ ਲਈ, ਜਦ ਕਿ ਸਾਡੇ ਧਰਮ ਜਿਹੜਾ ਸਾਨੂੰ ਇਹ ਅਲਾਉਡ ਨਹੀਂ ਕਰਦਾ। ਮਦਰ ਟਰੇਸਾ, ਰਾਣੀ ਲక్ష్ਮੀ ਬਾਈ, ਕਲਪਨਾ ਚਾਵਲਾ, ਨਵੇਂ ਜ਼ਮਾਨੇ ਦੀ ਮਾਤਾ ਸਾਹਿਬ ਕੌਰ, ਮਾਤਾ ਗੁਜਰੀ ਜੀ, ਸਾਡੇ ਇਤਿਹਾਸ ਦੀਆਂ ਸ਼ੂਰਵੀਰ ਔਰਤਾਂ, ਲੱਖਾਂ ਕਰੋੜਾਂ ਦਿਲਾਂ ਦੀਆਂ ਧੜਕਣਾਂ ਤੇ ਇੱਕ ਆਦਰਸ਼ ਮੰਨੀਆਂ ਜਾਣ ਵਾਲੀਆਂ ਉਹ ਸ਼ਖਸੀਅਤਾਂ ਜਿਹੜੇ ਸਾਡੇ ਵਿੱਚ ਵੀ ਨਹੀਂ ਹਨ ਇਸ ਵਕਤ, ਫਿਰ ਵੀ ਉਹ ਸਾਡੀਆਂ ਰੀਅਲ ਹੀਰੋ ਨੇ। ਫਿਰ ਵੀ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ, ਯਾਦ ਕਰਦੇ ਹਾਂ। ਤੇ ਇਹ ਸੋਸ਼ਲ ਸਾਈਟ ਬਨਾਵਟੀ ਜ਼ਿੰਦਗੀ ਜਿਹੜੀ ਹੈਗੀ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਘਰ ਪਰਿਵਾਰ ਨੂੰ ਲਾਂਭੇ ਰੱਖ ਕੇ ਇਹ ਬਨਾਵਟੀ ਜ਼ਿੰਦਗੀ ਦੇ ਵਿੱਚ ਥੋੜੇ ਜਿਹੇ ਫੋਲੋਵਰਸ ਤੇ ਲਾਈਕ ਦੇ ਲਈ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਨੇ ਉਹ ਕਿਸ ਆਪਣੇ ਸੱਭਿਆਚਾਰ ਨੂੰ ਖਤਮ ਕਰਦੀਆਂ ਜਾ ਰਹੀਆਂ ਨੇ, ਕਲਚਰ ਖਤਮ ਕਰਦੀਆਂ ਜਾ ਰਹੀਆਂ ਨੇ, ਭੁੱਲਦੀਆਂ ਜਾ ਰਹੀਆਂ ਨੇ, ਆਪਣੇ ਆਪ ਨੂੰ ਐਕਸਪੋਜ਼ ਕਰਦੇ। ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਨ ਲਈ ਅੱਜ ਜੁੜੇ ਹਾਂ। ਤੇ ਜੇ ਸਾਡੇ ਤੋਂ ਮੈਂ ਸ਼ੁਰੂਆਤ ਵਿੱਚ ਕਹਿ ਦਿੰਦੀ ਹਾਂ ਕਿ ਮੈਂ ਹਮੇਸ਼ਾ ਤੁਹਾਨੂੰ ਲਿਖਣ ਦੇ ਵਿੱਚ ਵੀ ਬੋਲਦੀ ਹਾਂ, ਹੁਣ ਵੀ ਵਰਬਲੀ ਵੀ ਬੋਲਦੀ ਹਾਂ ਕਿ ਮੈਂ ਜੋ ਮੇਰੀ ਸੋਚ ਹੈ ਮੈਂ ਉਸ ਮੁਤਾਬਕ ਬੋਲਦੀ ਹਾਂ। ਮੈਨੂੰ ਇਹ ਜ਼ਰੂਰੀ ਨਹੀਂ ਕਿ ਹਰ ਕੋਈ ਮੇਰੇ ਨਾਲ ਸਹਿਮਤ ਹੋਵੇ, ਲੇਕਿਨ ਮੈਂ ਜੋ ਸਹੀ ਲੱਗਦਾ ਹੈ ਮੈਂ ਜ਼ਰੂਰ ਬੋਲਦੀ ਹਾਂ। ਅਗਰ ਮੇਰਾ ਖਿਆਲ ਕਿਸੇ ਨੂੰ ਗਲਤ ਲੱਗ ਜਾਵੇ ਮੇਰੇ ਬੋਲਣ ਦੇ ਵਿੱਚ ਤਾਂ ਪਲੀਜ਼ ਮੈਂ ਖਿਮਾ ਦੀ ਜਾਚਕ ਹੋਵਾਂਗੀ। ਪਰ ਇਹ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਤੇ ਸਾਨੂੰ ਇਸ ਬਾਰੇ ਵਿਚਾਰ ਵਿਮਰਸ਼ ਸਾਰਿਆਂ ਨੂੰ ਮਿਲ ਜੁਲ ਕੇ ਕਰਨਾ ਚਾਹੀਦਾ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਦੱਸਦੇ ਹਾਂ ਕਿ ਅਗਰ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਮੇਰੇ ਉਸੇ ਫੋਨ ਨੰਬਰ +2013124180 ਤੇ ਕਾਲ ਕਰਕੇ ਆਪਣੇ ਵਿਚਾਰ ਵਿਮਰਸ਼ ਜਾਂ ਕਮੈਂਟ ਰਾਹੀਂ ਆਪਣੇ ਵਿਚਾਰ ਵਿਮਰਸ਼ ਕਰ ਸਕਦੇ ਹੋ। ਅੱਜ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਜੁੜੇ ਨੇ ਤੁਹਾਡੀ ਸਾਰਿਆਂ ਦੇ ਹਰਮਨ ਪਿਆਰੀ ਤੇ ਬਹੁਤ ਹੀ ਖੂਬਸੂਰਤ ਸ਼ਖਸੀਅਤ ਬੀਬੀ ਤਰਨਜੀਤ ਕੌਰ ਖਾਲਸਾ ਜੀ, ਚੇਅਰਮੈਨ ਆਫ ਇੰਟਰਨੈਸ਼ਨਲ ਸਿੱਖ ਕੌਂਸਲ ਐਂਡ ਸੋਸ਼ਲ ਵੈਲਫੇਅਰ ਜਸਟਿਸ। ਦੋਨਾਂ ਦੇ ਚੇਅਰਮੈਨ ਹੈਗੇ ਨੇ ਤੇ ਬਹੁਤ ਹੀ ਅੱਛੇ ਤੇ ਮਹਾਨ ਕਾਰਜ ਜਿਹੜੇ ਸਿੱਖ ਪੰਥ ਦੀਆਂ ਸੇਵਾਵਾਂ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਹੇ ਹਨ। ਸਵਾਗਤ ਕਰਦੇ ਹਾਂ ਤਰਨਜੀਤ ਜੀ ਤੁਹਾਡਾ, ਤਰਵਿੰਦਰ ਜੀ ਤੁਹਾਡਾ, ਸੌਰੀ ਮੇਰੇ ਕੋਲ ਨਾਮ ਥੋੜੀ ਮਿਸਟੇਕ ਹੋ ਗਈ। ਤਰਵਿੰਦਰ ਕੌਰ ਜੀ ਬਹੁਤ ਬਹੁਤ ਹੀ ਤੁਹਾਡਾ ਸਵਾਗਤ ਹੈ ਪ੍ਰੀਤਨਾਮਾ ਦੇ ਮੰਚ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਅੱਜ। ਸੋ ਪਹਿਲਾਂ ਤਾਂ ਗੁਰੂ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪਹਿਲਾਂ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਪਹਿਲਾਂ ਆਪਣੇ ਬਾਰੇ ਥੋੜਾ ਜਿਹਾ ਰੂਬਰੂ ਕਰਵਾਓ, ਕਿ ਆਪਣੀ ਇੰਟਰੋਡਕਸ਼ਨ ਜ਼ਰੂਰ ਦਿਓ ਪਹਿਲਾਂ ਸਾਰਿਆਂ ਨੂੰ। ਹਾਂਜੀ, ਸਭ ਤੋਂ ਪਹਿਲੇ ਤੇ ਮੈਂ ਪ੍ਰੀਤਨਾਮਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਅੱਜ ਮੈਨੂੰ ਸੰਗਤਾਂ ਦੇ ਰੂਬਰੂ ਹੋਣ ਦਾ ਜਿਹੜਾ ਮੌਕਾ ਦਿੱਤਾ ਹੈ। ਮੈਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੀ ਆਵਾਜ਼ ਜਿਹੜੀ ਹੈ ਦੁਨੀਆ ਦੇ ਹਰ ਕੋਨੇ ਤੇ ਇੱਕ ਸੋਸ਼ਲ ਵੈਲਫੇਅਰ ਵੱਲੋਂ ਪਹੁੰਚਦੀ ਹੈ, ਔਰ ਜਿਸ ਨੂੰ ਸੁਣ ਕੇ ਆਪਾਂ
बहुत नहीं ते कुछ लोग जरूर ये सेध विच आ जाते ने। सो मैं पहले तो भैन जी आप जी का बहुत धन्यवाद करदी हां, आप जी के चैनल का। सो अपने वाले दास ऑर्गेनाइजेशन पहले मैं विरासत कुर्बानी काफी लंबे समय तो चला रही थी, और फिर हुन मैं इंटरनेशनल सिख काउंसल और सोशल वेलफेयर एंड जस्टिस की चेयरपर्सन आ, और सोशल वर्क जड़े ने वो भी सेवावां गुरु साहब साडे कोलों मानवता दी सेवा जिहड़ी है वो लै रहे ने। ते महाराज दा बहुत बहुत शुकराना, मदद इंसानियत दे मसीहा गुरु साहब जिहड़े ने ਉਹ ਜਿਹੀਆਂ ਵੀ ਸੇਵਾਵਾਂ ਸਾਡੇ ਕੋਲ ਲੈਂਦੇ ਨੇ ਉਹ ਅਸੀਂ ਅੱਜ ਸਮਾਜ ਦੀਆਂ ਔਰ ਪੰਥ ਦੀਆਂ ਸੇਵਾਵਾਂ ਲਈ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੀ। ਸੋ ਮੇਰਾ ਨਾਮ ਬੀਬੀ ਤਵਿੰਦਰ ਕੌਰ ਖਾਲਸਾ ਆਪ ਜੀ ਨੇ ਜੋ ਲੈ ਕੇ ਦਿੱਤਾ ਤੇ ਨਿਮਾਣਾ ਜਿਹਾ ਸੇਵਾਦਾਰ ਹਾਂ। ਨਹੀਂ ਭੈਣ ਜੀ, ਨਿਮਾਣੇ ਨਹੀਂ, ਤੁਸੀਂ ਸਾਡੇ ਲਈ ਇੱਕ ਮਿਸਾਲ ਹੋ। ਜਿਵੇਂ ਕਿ ਮੈਂ ਹੁਣੇ ਗੱਲ ਕਰ ਰਹੀ ਸੀ ਕਿ ਆਚਾਰ ਵਿਹਾਰ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਮਹਾਨ ਹਸਤੀਆਂ ਸਾਡੇ ਮਾਤਾ ਸਾਹਿਬ ਦਾ ਨਾਮ ਲਿਆ, ਗੁਜਰੀ ਜੀ ਦਾ, ਮਾਤਾ ਗੁਜਰੀ ਜੀ ਦਾ ਨਾਮ ਲਿਆ, ਕਲਪਨਾ ਚਾਵਲਾ ਜਿਹੜੀ ਹੁਣ ਨਵੀਂ ਜਨਰੇਸ਼ਨ ਲਈ ਇੱਕ ਮਿਸਾਲ ਹੈ, ਕਿਰਨ ਬੇਦੀ ਜੀ, ਹੋਰ ਬਹੁਤ ਜਿਹੜੀਆਂ ਸ਼ਖਸੀਅਤਾਂ ਹੈਗੀਆਂ ਨੇ। ਤੁਸੀਂ ਵੀ ਉਹਨਾਂ ਸ਼ਖਸੀਅਤਾਂ ਦੇ ਵਿੱਚੋਂ ਇੱਕ ਜਾਪਦੇ ਹੋ, ਤੁਸੀਂ ਵੀ ਜਾਪਦੇ ਨਹੀਂ ਹੋਏ, ਇੰਨੇ ਸੋਹਣੇ ਤੁਸੀਂ ਪੰਥ ਦੀਆਂ ਸੇਵਾਵਾਂ ਨਿਭਾ ਰਹੇ ਹੋ। ਸੋ ਅੱਜ ਗੱਲਬਾਤ ਅਸੀਂ ਕਰਨ ਦਾ ਵਿਸ਼ਾ ਤੁਹਾਨੂੰ ਅਸੀਂ ਦੱਸ ਹੀ ਚੁੱਕੇ ਹਾਂ ਕਿ ਸੋਸ਼ਲ ਸਾਈਟਾਂ ਦੇ ਉੱਪਰ ਅੱਜ ਕੱਲ੍ਹ ਟਾਈਮ ਵੀ ਸੋਸ਼ਲ ਦਾ ਰਹਿ ਗਿਆ ਸੋਚਿਆ ਜਾਏ ਤਾਂ ਮੇਰਾ ਇਹ ਮੰਨਣਾ ਕਿ ਆਪਣੇ ਆਚਾਰ ਤੇ ਵਿਹਾਰ ਆਪਣੇ ਪਹਿਰਾਵੇ ਦੇ ਨਾਲ, ਖੂਬਸੂਰਤ ਬੋਲੀ ਦੇ ਨਾਲ ਅਸੀਂ ਥੋੜੇ ਜਿਹੇ ਸੋਸ਼ਲ ਸਾਈਟਾਂ ਦੇ ਨਹੀਂ ਬਲਕਿ ਅਸੀਂ ਆਮ ਜਨਤਾ ਦੇ ਰੀਅਲ ਲਾਈਫ ਦੇ ਵਿੱਚ ਵੀ ਅਸੀਂ ਲੋਕਾਂ ਦੇ ਦਿਲ ਜਿੱਤ ਸਕਦੇ ਹਾਂ। ਪਰ ਫਿਰ ਵੀ ਸਾਡੀਆਂ ਜਿਹੜੀਆਂ ਭੈਣਾਂ ਹੈਗੀਆਂ ਨੇ ਉਹ ਸਾਡਾ ਕਲਚਰ ਭੁੱਲ ਕੇ ਬਹੁਤ ਹੀ ਮਤਲਬ ਮੈਂ ਕਹਿੰਦੇ ਵੀ ਸ਼ਰਮ ਆਉਂਦੀ, ਸ਼ਰਮਨਾਕ ਮੈਂ ਦੇਖਦੀ ਹਾਂ ਕਈ ਘਰ ਇਸ ਤਰ੍ਹਾਂ ਦੇ ਕਿ ਆਪਣੇ ਆਪ ਨੂੰ ਹੱਦੋਂ ਵੱਧ ਤੱਕ ਐਕਸਪੋਜ਼ ਕਰਦੀਆਂ ਆ ਰਹੀਆਂ ਨੇ। ਸੋ ਮੈਂ ਇਸ ਬਾਰੇ ਪਹਿਲਾਂ ਤਾਂ ਤੁਹਾਡੇ ਕੋਲੋਂ ਥੋੜਾ ਜਿਹਾ ਇਤਿਹਾਸਿਕ ਪੱਖੋਂ ਜਾਣਨਾ ਚਾਹਾਂਗੀ ਕਿ ਸਾਡੇ ਧਰਮ ਅਨੁਸਾਰ, ਜਾਂ ਮੈਂ ਵੈਸੇ ਧਰਮ ਦੇ ਮਾਮਲੇ 'ਚ ਨਹੀਂ ਪੈਂਦੀ ਪਰ ਕਿਉਂਕਿ ਮੈਨੂੰ ਇਹ ਪਤਾ ਹੈ ਕਿ ਹਰੇਕ ਧਰਮ ਦੇ ਵਿੱਚ ਔਰਤਾਂ ਨੂੰ ਸਨਮਾਨਜਨਕ ਇੱਕ ਦਿੱਤਾ ਗਿਆ ਤੇ ਕੋਈ ਵੀ ਧਰਮ ਇਹ ਅਲਾਉਡ ਨਹੀਂ ਕਰਦਾ। ਪਰ ਫਿਰ ਵੀ ਮੈਂ ਤੁਹਾਡੇ ਕੋਲ ਇਤਿਹਾਸਿਕ ਪੱਖੋਂ ਜਾਣਨਾ ਚਾਹੂੰਗੀ ਕਿ ਤੁਸੀਂ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਵੀ ਆਪਣੇ ਇਤਿਹਾਸ ਮੁਤਾਬਕ ਇਹ ਗੱਲਾਂ ਸਹੀ ਨੇ, ਸਾਨੂੰ ਸ਼ੋਭਾ ਦਿੰਦੀਆਂ ਨੇ। ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਵਿਸ਼ਾ ਤੁਸੀਂ ਅੱਜ ਚੁਣਿਆ ਉਹ ਬਹੁਤ ਹੀ ਘੱਟ ਇਸ ਦੇ ਉੱਤੇ ਕਿਸੇ ਵੀ ਚੈਨਲ ਨੇ ਤਵੱਜੋ ਦਿੱਤੀ ਹੈ, ਮੇਰੀ ਨਜ਼ਰ ਦੇ ਵਿੱਚ ਬਹੁਤ ਘੱਟ ਹੈ। ਸੋ ਪਹਿਲੇ ਤੇ ਤੁਸੀਂ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇਸ ਦੇ ਉੱਤੇ ਜਿਹੜਾ ਆਪਣਾ ਵਿਸ਼ਾ ਰੱਖਿਆ ਉਸ ਤੇ ਆਪਣੀਆਂ ਮਾਵਾਂ ਭੈਣਾਂ ਅਤੇ ਬੀਬੀਆਂ ਤੇ ਬੱਚੀਆਂ ਨੂੰ ਜਿਹੜਾ ਆਪਾਂ ਇਸ ਰਸਤੇ ਵੱਲ ਜਾਂਦਿਆਂ ਦੇਖ ਕੇ ਦਿਲ ਨੂੰ ਜਿਹੜਾ ਦਰਦ ਹੁੰਦਾ ਤੁਸੀਂ ਉਹ ਜ਼ਾਹਿਰ ਕੀਤਾ। ਸੋ ਮੈਂ ਵੀ ਕਾਫੀ ਲੰਬੇ ਸਮੇਂ ਤੋਂ ਇਸ ਦੇ ਉੱਤੇ ਚਾਹੁੰਦੀ ਸੀ ਕਿ ਵਿਚਾਰ ਵਿਮਰਸ਼ ਹੋਵੇ। ਵਾਕਈ ਠੀਕ ਗੱਲ ਹੈ ਕਿ ਬਹੁਤ ਅੱਛੀ ਟੈਕਨੀਕ ਅੱਜ ਆ ਗਈ ਹੈ। ਪਹਿਲਾ ਸਮਾਂ ਹੁੰਦਾ ਸੀ ਕਿ ਦਿਲ ਨੂੰ ਦਿਲ ਦੀ ਰਾਹ ਹੁੰਦੀ ਸੀ, ਉਸ ਤੋਂ ਬਾਅਦ ਚਿੱਠੀਆਂ ਦਾ ਵੇਰਵਾ ਚੱਲਿਆ ਤੇ ਉਸ ਤੋਂ ਬਾਅਦ ਅੱਜ ਹੁਣ ਅਸੀਂ ਇੱਕ ਨਵੀਂ ਟੈਕਨੀਕ ਦੇ ਦੁਆਰਾ ਬਹੁਤ ਹੀ ਜ਼ਿਆਦਾ ਹੀ ਐਡਵਾਂਸ ਹੁੰਦੇ ਜਾ ਰਹੇ ਹਾਂ। ਉਸ ਐਡਵਾਂਸ ਕਿਤੇ ਨਾ ਕਿਤੇ ਕਿਸੇ ਵੀ ਚੀਜ਼ ਦਾ ਦੋ ਪੱਖ ਹੁੰਦੇ ਨੇ, ਦੋ ਪਹਿਲੂ ਹੁੰਦੇ ਨੇ, ਚੰਗਾ ਅਤੇ ਮੰਦਾ। ਜੇ ਤੇ ਅਸੀਂ ਇਹਨੂੰ ਚੰਗੇ ਤੌਰ ਦੇ ਉੱਤੇ ਲੈ ਕੇ ਜਾਂਦੇ ਹਾਂ ਤੇ ਬਹੁਤ ਸਾਰੀਆਂ ਜਾਣਕਾਰੀਆਂ ਅਸੀਂ ਦੁਨੀਆ ਦੇ ਕਿਸੇ ਕੋਨੇ ਤੇ ਬੈਠਿਆਂ ਕਲਿੱਕ ਕਰਦੇ ਹਾਂ ਤੇ ਦੇਖ ਲੈਂਦੇ ਹਾਂ। ਤੇ ਜੇ ਅਸੀਂ ਮਾੜੇ ਗੱਲ ਵੱਲ ਆਈਏ ਤੇ ਇਸ ਦੇ ਵਿੱਚ ਰਿਸ਼ਤੇ ਨਾਤਿਆਂ ਉੱਤੇ ਬਹੁਤ ਵੱਡਾ ਪ੍ਰਭਾਵ ਜਿਹੜਾ ਵੇ ਉਹ ਗਲਤ ਪੈ ਰਿਹਾ ਹੈ। ਪਹਿਲੇ ਅਗਰ ਮਾਂ ਧੀ ਦੇ ਨਾਲ ਤੇ ਪਿਓ ਪੁੱਤ ਦੇ ਨਾਲ ਜਦੋਂ ਬੈਠ ਜਾਂਦਾ ਸੀ ਤੇ ਮੈਂ ਜਿੱਥੋਂ ਤੱਕ ਆਪਣੇ ਵਿਚਾਰਾਂ ਅਨੁਸਾਰ ਦੱਸਣਾ ਚਾਹੁੰਦੀ ਹਾਂ ਕਿ 10 ਮਿੰਟ ਵੀ ਬਹੁਤ ਹੁੰਦੇ ਸੀ। ਪਿਓ ਪੁੱਤ ਕੋਲੋਂ ਪੁੱਛ ਲੈਂਦਾ ਹੁੰਦਾ ਸੀ ਕਿ ਬਈ ਇਹ ਗੱਲ ਕਿਸ ਤਰ੍ਹਾਂ ਕਰਨੀ ਹੈ, ਕੰਮ ਨੂੰ ਕਿਸ ਤਰ੍ਹਾਂ ਕਰਨਾ। ਅੱਜ ਤੇ ਘੰਟੋ ਘੰਟੇ ਬੀਤ ਜਾਂਦੇ ਨੇ ਆਪਾਂ ਇੱਕੋ ਕਮਰੇ ਦੇ ਵਿੱਚ ਬੈਠੇ ਹੋਏ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਮਾਂ ਕਿਹਦੇ ਨਾਲ ਗੱਲ ਕਰ ਰਹੀ ਹੈ, ਧੀ ਕਿਹਦੇ ਨਾਲ ਕਰ ਰਹੀ ਹੈ, ਪੁੱਤ ਕਿਹਦੇ ਨਾਲ ਕਰ ਰਿਹਾ ਤਾਂ ਪਿਤਾ ਕਿਹਦੇ ਨਾਲ ਕਰ ਰਿਹਾ। ਸੋ ਇਹ ਰਿਸ਼ਤਿਆਂ ਦੇ ਵਿੱਚ ਜਿਹੜੀ ਦੂਰੀ ਹੈ ਉਹ ਸਾਡੇ ਹੀ ਗੁਸਤਾਖੀਆਂ ਦੇ ਕਾਰਨ ਆ ਗਈ ਹੈ। ਹੁਣ ਗੱਲ ਇੱਕ ਰਹੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਮਾਵਾਂ ਤੇ ਜਿਹੜੀਆਂ ਸਾਡੀਆਂ ਭੈਣਾਂ ਨੇ, ਸਾਡੀਆਂ ਬੱਚੀਆਂ ਨੇ,
ਉਹ ਇਸ ਦੇ ਵਿੱਚ ਕਾਫੀ ਸਾਰੇ ਚੈਨਲ ਇੱਥੇ ਪਹਿਲੇ ਟਿਕਟੌਕ ਆਂਦਾ ਸੀ, ਹੁਣ ਵੀ ਕਾਫੀ ਸਾਰੇ ਐਸੇ ਚੈਨਲ ਚੱਲ ਰਹੀਆਂ ਨੇ, ਸਾਈਟਸ ਚੱਲ ਰਹੀਆਂ ਜਿਸ ਦੇ ਵਿੱਚ ਉਹ ਆਪਣੇ ਆਪ ਨੂੰ ਇੱਕ ਫਾਲੋਅਰਸ ਵਧਾਉਣ ਦੇ ਕਰਕੇ ਉਹ ਆਪਣੇ ਆਪ ਨੂੰ ਬਹੁਤ ਹੀ ਨੀਚੇ ਪੱਧਰ ਤੇ ਲੈ ਕੇ ਆਂਦੀਆਂ ਜਾ ਰਹੀਆਂ। ਜਦ ਕਿ ਮੈਂ ਕਹਾਂ ਜੇ ਸਾਡੇ ਧਰਮ ਦੀ ਗੱਲ ਤਾਂ ਆਪਣੇ ਧਰਮ ਦੀ ਹੀ ਗੱਲ ਨਹੀਂ, ਕੋਈ ਵੀ ਧਰਮ ਜਿਹੜਾ ਹੈ ਉਹ ਔਰਤ ਦੀ ਇੱਜ਼ਤ ਵਿੱਚ ਪਿੱਛੇ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੇ ਵਿੱਚ ਤਾਂ ਔਰਤ ਨੂੰ ਇੱਕ ਬਹੁਤ ਹੀ ਮਾਨਵਤਾ ਦੇ ਵਿੱਚ ਬਹੁਤ ਉੱਚਾ ਦਰਜਾ ਦਿੱਤਾ। ਉਹਨਾਂ ਨੇ ਤਾਂ ਗੁਰਬਾਣੀ ਦੇ ਅੰਦਰ ਵੀ ਇਹ ਉਚਾਰਨ ਕਰ ਦਿੱਤਾ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਜਿਨ੍ਹਾਂ ਨੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਉਹ ਜਨਨੀ ਇੱਕ ਪੂਜਨੇ ਕਾਬਲ ਹੈ, ਉਸ ਨੂੰ ਇਤਨੀ ਉੱਚੀ ਪਦਵੀ ਦਿੱਤੀ। ਗੁਰੂ ਨਾਨਕ ਪਾਤਸ਼ਾਹ ਨੇ ਸਤੀ ਪ੍ਰਥਾ ਖਤਮ ਕੀਤਾ, ਬਹੁਤ ਸਾਰੀਆਂ ਬਾਲ ਵਿਧਵਾ ਵੱਲ ਬਹੁਤ ਗੌਰ ਕੀਤਾ ਗਿਆ। ਇਸ ਤਰੀਕੇ ਦੇ ਨਾਲ ਔਰਤ ਦੀ ਜਿਹੜੀ ਇੱਜ਼ਤ ਹੈ ਉਸ ਨੂੰ ਬਰਕਰਾਰ ਰੱਖਦੇ ਹੋਏ ਬਹੁਤ ਉੱਚੀ ਪਦਵੀ ਦਿੱਤੀ। ਅਗਰ ਬਾਕੀ ਅਸੀਂ ਧਰਮਾਂ ਦੇ ਵਿੱਚ ਅਗਰ ਜਾਂਦੇ ਹਾਂ ਤੇ ਉਹਨਾਂ ਧਰਮਾਂ ਦੇ ਵਿੱਚ ਵੀ ਬਹੁਤ ਮਾਨ ਸਨਮਾਨ ਦਿੱਤਾ ਗਿਆ ਔਰਤਾਂ ਨੂੰ। ਬ੍ਰਾਹਮਣ ਸਮਾਜ ਵਿੱਚ ਆਪਾਂ ਜ਼ਰੂਰ ਕਹਿ ਦਿੰਦੇ ਹਾਂ ਕਿ ਸਤੀ ਪ੍ਰਥਾ ਆ ਜਾਂਦਾ, ਮੈਂ ਬੁਰਾਈ ਨਹੀਂ ਕਰ ਰਹੀ, ਲੇਕਿਨ ਮੈਂ ਥੋੜਾ ਜਿਹਾ ਤੁਸੀਂ ਇਤਿਹਾਸ ਬਾਰੇ ਜਾਣਕਾਰੀ ਦੀ ਗੱਲ ਕੀਤੀ ਹੈ ਤਾਂ ਮੈਂ ਤਾਂ ਕਹਿ ਰਹੀ ਹਾਂ ਕਿ ਉੱਥੇ ਕਿਤੇ ਨਾ ਕਿਤੇ ਆਪਾਂ ਥੋੜਾ ਜਿਹਾ ਸੰਕੋਚ ਹੋ ਗਿਆ, ਸਤੀ ਪ੍ਰਥਾ ਹੋ ਗਈ ਜਾਂ ਬਾਲ ਵਿਧਵਾ ਵਿਆਹ ਹੋ ਗਿਆ, ਉਹਦੇ ਵਿੱਚ ਥੋੜੀ ਜਿਹੀ ਕਿਤੇ ਨਾ ਕਿਤੇ ਕੁਤਾਹੀ ਵਰਤੀ ਗਈ ਆਪਾਂ ਕਹਿ ਸਕਦੇ ਹਾਂ। ਲੇਕਿਨ ਸਾਡੇ ਸਿੱਖ ਧਰਮ ਦੇ ਵਿੱਚ ਔਰਤਾਂ ਨੇ ਹਰ ਕਦਮ ਦੇ ਅੰਦਰ, ਚਾਹੇ ਉਹ ਕੁਰਬਾਨੀ ਦੀ ਦੇਵੀ ਆਪਾਂ ਕਹਿ ਦਈਏ ਤੇ ਮਾਤਾ ਗੁਜਰੀ ਜੀ ਦਾ ਨਾਮ ਬੜੇ ਹੀ ਉੱਚੇ ਔਰ ਸਨਮਾਨ ਨਾਲ ਆਪਾਂ ਮਾਣ ਦੇ ਨਾਲ ਲੈਂਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਪਤੀ ਦੀ ਵੀ ਕੁਰਬਾਨੀ ਦਿੱਤੀ, ਆਪਣੇ ਪੁੱਤਾਂ ਦੀ ਵੀ ਕੁਰਬਾਨੀ, ਆਪਣੇ ਪੋਤਰਿਆਂ ਦੀ ਵੀ, ਛੋਟੇ ਛੋਟੇ 5 ਤੇ 7 ਸਾਲ ਦੀ ਕੁਰਬਾਨੀ ਜਿਹੜੀ ਹੈ ਇਹ ਕੋਈ ਛੋਟੀ ਕੁਰਬਾਨੀ ਨਹੀਂ। ਜਿਹੜੇ ਜਿਗਰ ਦੇ ਟੁਕੜੇ ਜਿਹੜੇ ਉਹਨਾਂ ਨੇ ਕੁਰਬਾਨ ਦਿੱਤੇ, ਕੁਰਬਾਨੀ ਦੀ ਦੇਵੀ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ। ਤੇ ਜੇ ਕਿਤੇ ਜੰਗੇ ਮੈਦਾਨ ਦੇ ਵਿੱਚ ਹੋਵੇ ਜਾਂ ਰਾਜਨੀਤੀ ਦੇ ਪੱਖ ਹੋਵੇ, ਮਹਾਰਾਣੀ ਜਿੰਦਾ ਦਾ ਇਤਿਹਾਸ ਲੈ ਲਓ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਅਦ ਮਹਾਰਾਣੀ ਜਿੰਦਾ ਨੇ ਵੀ ਆਪਣੇ ਇਤਿਹਾਸ ਦੇ ਵਿੱਚ ਆਪਣੇ ਸੁਨਹਿਰੀ ਪੰਨਿਆਂ ਦੇ ਉੱਤੇ ਆਪਣੀ ਰਾਜਨੀਤੀ ਦਾ ਜਿਹੜਾ ਲਿਖਤ ਲਿਖੀਏ, ਆਪਾਂ ਕਹਿ ਸਕਦੇ ਹਾਂ ਕਿ ਉਹ ਵਾਕਈ ਹੀ ਸਲਾਹਨਾਯੋਗ ਹੈ। ਤੇ ਜੇ ਕਿਤੇ ਮਾਤਾ ਸਾਹਿਬ ਕੌਰ ਜੀ ਦੀ ਗੱਲ ਕਰੀਏ, ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਦਰ ਇਨ ਲਾਅ ਸੀ, ਉਹਨਾਂ ਦੀ ਸੱਸ ਸਨ, ਉਹਨਾਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਹਰ ਰਸਤਾ ਦਿਖਾਉਣ ਵਾਸਤੇ, ਚਾਹੇ ਉਹ ਧਰਮ ਦੇ ਪੱਖ ਤੇ ਹੋਵੇ ਚਾਹੇ ਉਹ ਰਾਜਨੀਤੀ ਦੇ ਪੱਖ ਤੇ ਹੋਵੇ, ਉਹਨਾਂ ਦਾ ਬਹੁਤ ਹੀ ਸਹਿਯੋਗ ਉਹਨਾਂ ਦੇ ਨਾਲ ਰਿਹਾ। ਜੇ ਆਪਾਂ ਲੈ ਲਈਏ ਮਾਤਾ ਸਾਹਿਬ ਕੌਰਾਂ ਨੂੰ, ਤੇ ਉਹਨਾਂ ਨੇ ਵੀ 5 ਸਿੰਘਾਂ ਦੇ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 5 ਸਿੰਘ ਨੂੰ ਅੰਮ੍ਰਿਤ ਛਕਾ ਕੇ ਜਦੋਂ ਤਿਆਰ ਬਰ ਤਿਆਰ ਖਾਲਸਾ ਸਜਾਇਆ ਸੀ, ਤੇ ਉਸ ਵਿੱਚ ਉਹਨਾਂ ਦਾ ਬਹੁਤ ਹੀ ਵੱਡਾ ਸਹਿਯੋਗ ਤੁਸੀਂ ਦੇਖਣ ਨੂੰ ਆਪਾਂ ਨੂੰ ਮਿਲਦਾ ਹੈ। ਸੋ ਧਰਮ ਦੇ ਪੱਖ ਤੇ ਅਗਰ ਅਸੀਂ ਆਉਂਦੇ ਹਾਂ ਤੇ ਸਿੱਖ ਧਰਮ ਦੇ ਵਿੱਚ ਬੀਬੀਆਂ ਨੇ ਬਹੁਤ ਉੱਚੇ ਪੱਧਰ ਤੇ ਸਹਿਯੋਗ ਦਿੱਤਾ, ਇਹ ਅਸੀਂ ਮਾਣ ਨਾਲ ਕਹਿ ਸਕਦੇ ਹਾਂ। ਉਹਨਾਂ ਨੇ ਇੱਕ ਇਤਿਹਾਸ ਰਚਿਆ, ਸਿੱਖ ਬੀਬੀਆਂ ਨੇ ਇਤਿਹਾਸ ਰਚਿਆ ਦਲੇਰੀ ਵਿੱਚ। ਮਾਤਾ ਖੀਵੀ ਜੀ ਨੂੰ ਲੈ ਲਓ ਤੇ ਉਹਨਾਂ ਨੇ ਆਪਣੀ ਸੇਵਾ ਦੇ ਮੁਤਾਬਕ ਜਿਹੜਾ ਹੈ ਉਹ ਆਪਣਾ ਇਤਿਹਾਸ ਰਚਿਆ। ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਨੇ ਹਰ ਪੱਖ ਤੋਂ ਸਫਲਤਾ ਹਾਸਲ ਕੀਤੀ। ਇਤਿਹਾਸ ਦੇ ਵਿੱਚ ਸੁਨਹਿਰੇ ਪੰਨੇ ਜਿਹੜੇ ਨੇ ਉਹ ਜੋੜੇ ਨੇ, ਤੇ ਅਸੀਂ ਮਾਣ ਕਰਦੇ ਹਾਂ ਕਿ ਅੱਜ ਅਸੀਂ ਸਿੱਖ ਹਾਂ, ਅੱਜ ਉਹਨਾਂ ਦੇ ਅਸੀਂ ਬੱਚੇ ਹਾਂ, ਅੱਜ ਉਸ ਮਾਵਾਂ ਦੀਆਂ ਅਸੀਂ ਬੱਚੀਆਂ ਵਾਂ, ਮਾਤਾ ਸਾਹਿਬ ਕੌਰ ਦੀਆਂ, ਮਾਤਾ ਸੁੰਦਰੀ ਜੀ ਦੀਆਂ, ਮਾਤਾ ਗੁਜਰੀ ਜੀ ਦੀ। ਸਾਨੂੰ ਮਾਣ ਹੈ ਇਸ ਗੱਲ ਦਾ, ਤੇ ਇਤਿਹਾਸ ਦਾ ਤਾਂ ਅਸੀਂ ਕਿਤੇ ਵੀ ਸਟਾਪ ਨਹੀਂ ਕਰ ਸਕਦੇ। ਹਰ ਪਹਿਲੂ ਦੇ ਵਿੱਚ ਆਪਾਂ ਕਿਤੇ ਨਾ ਕਿਤੇ ਬਹੁਤ ਹੀ ਸੁਨਹਿਰੇ ਇਤਿਹਾਸ ਦੀ ਮਾਣ ਨੂੰ ਪ੍ਰਾਪਤ ਕਰਕੇ ਬੈਠੇ ਹਾਂ।
ਬਿਲਕੁਲ ਧੰਨਵਾਦ ਭੈਣ ਜੀ ਤੁਹਾਡਾ। ਬਹੁਤ ਸੋਹਣੀ ਗੱਲਾਂ ਤੁਸੀਂ ਦੱਸੀਆਂ। ਮੈਂ ਵੀ ਉਸੇ ਗੱਲ ਨਾਲ ਹੀ ਸਹਿਮਤ ਹਾਂ, ਇਸੇ ਕਰਕੇ ਵਿਚਾਰ ਵਿਮਰਸ਼ ਅੱਜ ਤੁਹਾਡੇ ਨਾਲ ਕਰਨਾ ਚਾਹ ਰਹੀ ਸੀ ਕਿ ਸਾਡਾ ਜਿਹੜਾ ਸੱਭਿਆਚਾਰ ਹੈ ਬਹੁਤ ਅਮੀਰ ਹੈ, ਬਹੁਤ ਇਤਿਹਾਸਿਕ ਵਿਸ਼ੇ ਨਾਲ ਅਸੀਂ ਸੰਬੰਧਿਤ ਰੱਖਦੇ ਹਾਂ। ਤੇ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਕਿ ਬਹੁਤ ਸੋਹਣੇ ਕਾਰਜ ਕਰਕੇ ਵੀ ਚੰਗੇ ਪਹਿਰਾਵੇ ਦੇ ਨਾਲ ਲੋਕਾਂ ਦਾ ਦਿਲ ਜਿੱਤਣ ਦੀ ਬਜਾਏ ਸਾਡੀਆਂ ਭੈਣਾਂ ਕੀ ਕਰ ਰਹੀਆਂ ਨੇ ਕਿ ਸੋਸ਼ਲ ਸਾਈਟਾਂ ਤੇ ਪਹਿਰਾਵੇ ਦੇ ਨਾਲ ਨਾਲ ਜ਼ੁਬਾਨ ਵੀ ਇਹਨਾਂ ਦੀ ਗੰਦੀ ਹੁੰਦੀ ਜਾ ਰਹੀ। ਤੇ ਇਸ ਚੀਜ਼ ਦਾ ਮੈਨੂੰ ਮੈਂ ਜਦੋਂ ਪਰਸਨਲੀ ਹੁਣ 2-4 ਦਿਨਾਂ ਦੇ ਵਿੱਚ ਮੈਂ ਜ਼ਿਆਦਾ ਹੀ ਦੇਖਣ ਚ ਮਿਲਿਆ, ਕਿਉਂਕਿ ਸਾਡੇ ਇੱਥੇ ਹਜੇ ਵੀ ਸੋਸ਼ਲ ਟਿਕਟੋਕ ਵਗੈਰਾ ਚੱਲਦੀ ਹੈਗੀ ਹੈ। ਤੇ ਮੈਂ ਕਹਿੰਦੀ ਹਾਂ ਕਿ ਸਾਨੂੰ ਇਹ ਜਿਹੜੀ ਸੋਸ਼ਲ ਸਾਈਟਸ ਨੇ ਸਾਡੇ ਲਈ ਇਹ ਬੜੀਆਂ ਲਾਭਦਾਇਕ ਚੀਜ਼ਾਂ ਨੇ। ਤੁਸੀਂ ਦੇਖੋ ਹੁਣ ਤੁਸੀਂ ਕਿੰਨੀ ਦੂਰ ਬੈਠੇ ਹੋ ਤੇ ਮੈਂ ਕਿੰਨੀ ਦੂਰ ਬੈਠੀ ਹਾਂ ਨਿਊਯਾਰਕ ਦੇ ਵਿੱਚ, ਅਸੀਂ ਆਪਸ ਵਿੱਚ ਜੁੜੇ ਹਾਂ। ਸੋ ਅਸੀਂ ਇਹ ਜਿਹੜੀਆਂ ਸੋਸ਼ਲ ਸਾਈਟਾਂ ਨੇ ਸਾਡੇ ਲਈ ਇੱਕ ਬਹੁਤ ਅੱਛਾ ਜ਼ਰੀਆ ਨੇ ਇੱਕ ਦੂਜੇ ਨੂੰ ਜੋੜਨ ਦਾ, ਆਪਣੇ ਵਿਚਾਰ ਨੂੰ ਪੇਸ਼ ਕਰਨ ਦਾ, ਪੜ੍ਹਨ ਦਾ, ਲਿਖਣ ਦਾ, ਬਿਜ਼ਨਸ ਕਰਨ ਦਾ। ਪਰ ਸਾਡੇ ਆ ਜਿਹੜੀਆਂ ਭੈਣਾਂ ਨੇ ਇਹ ਸਿਰਫ ਰਹਿ ਗਈਆਂ ਨੇ ਚੈਟ ਤੇ, ਇਹ ਆਪਣੇ ਕਿ ਮੈਨੂੰ ਲਾਈਕ ਮਿਲਣ ਤੇ ਮੈਨੂੰ ਕਮੈਂਟ ਮਿਲਣ। ਤੇ ਇਹਦੇ ਲਈ ਦੋਸ਼ੀ ਮੈਂ ਮੇਰੇ ਹਿਸਾਬ ਦੇ ਨਾਲ ਮੈਂ ਸਾਡੀ ਪਬਲਿਕ ਨੂੰ ਵੀ ਸਮਝਦੀ ਹਾਂ ਕਿ ਮੈਂ ਇੱਕ ਮਿਸਾਲ ਲਾਉਂਦੀ ਹਾਂ, ਸਾਡੀ ਇਹ ਚੱਲ ਰਹੀ ਹੈ ਡਿਸਕਸ਼ਨ, ਇਹਨੂੰ ਦੇਖਣ ਲਈ ਵੀ ਤੁਸੀਂ ਦੇਖਣਾ ਕਿ ਜਿਹੜੇ ਕੋਈ ਸਮਝਦਾਰ ਲੋਕ ਨੇ ਉਹ ਪੂਰਾ ਸੋਚਣਗੇ, ਵਿਚਾਰ ਵੀ ਦੇਣਗੇ ਆਪਣੇ, ਹਨਾ, ਤੇ ਸ਼ੇਅਰ ਵੀ ਕਰਨਗੇ। ਲੇਕਿਨ ਜਿਹੜੇ ਸਾਡੇ ਨਾਲ ਸਹਿਮਤ ਬਹੁਤਿਆਂ ਦੇ ਵਿੱਚੋਂ 100 ਦੇ ਵਿੱਚੋਂ ਜਿਹੜੇ 60 ਜਾਂ 70% ਲੋਕ ਨੇ ਉਹ ਅਵੋਇਡ ਕਰਦੇ ਨੇ, ਮਤਲਬ ਕਿ ਉਹ ਖੁਦ ਵੀ ਇਹ ਚੀਜ਼ਾਂ ਦੇਖਣਾ ਚਾਹੁੰਦੇ। ਅਗਰ ਮੈਂ ਇਸ ਗੱਲ ਦੇ ਵਿੱਚ ਮੈਨੂੰ ਕੱਲ ਪਰਸੋਂ ਇੱਕ ਹੋਰ ਕਿਸੇ ਦੀ ਈਮੇਲ ਆਈ ਸੀ ਕਿ ਭੈਣ ਜੀ ਤੁਸੀਂ ਲੇਡੀਜ਼ ਨੂੰ ਕਹਿੰਦੇ ਹੋ, ਤੇ ਮੈਂ ਕਿਹਾ ਨਹੀਂ, ਮੈਂ ਲੇਡੀਜ਼ ਕੱਲਿਆਂ ਨੂੰ ਨਹੀਂ ਕਹਿੰਦੀ, ਮੈਂ ਪਬਲਿਕ ਨੂੰ ਨਹੀਂ ਕਹਿੰਦੀ ਆ, ਕਿਉਂਕਿ ਤੁਸੀਂ ਦੇਖਦੇ ਹੋ। ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਂ ਕਿਹਾ ਗਾਣੇ ਦੇਖੋ, ਗਾਣ ਵਾਲਿਆਂ ਦਾ ਕਸੂਰ ਮੈਂ ਘੱਟ ਕਵਾਂਗੀ, ਤੁਹਾਡਾ ਜ਼ਿਆਦਾ ਕਵਾਂਗੀ, ਤੇ ਬੀਬੀਆਂ ਦਾ ਵੀ ਘੱਟ ਕਵਾਂਗੀ, ਤੁਹਾਡਾ ਜ਼ਿਆਦਾ ਕਵਾਂਗੀ, ਪਬਲਿਕ ਦਾ, ਕਿਉਂਕਿ ਤੁਸੀਂ ਚੰਗੀ ਚੀਜ਼ ਵੇਖ ਕੇ ਰਾਜੀ ਨਹੀਂ। ਤੁਸੀਂ ਸ਼ਬਦ ਗੁਰਬਾਣੀ ਲੱਗਿਆ ਹੋਏਗਾ, ਤੁਸੀਂ ਵੇਖ ਕੇ ਰਾਜੀ ਨਹੀਂ। ਕੋਈ ਧਾਰਮਿਕ ਪ੍ਰੋਗਰਾਮ ਚੱਲਦਾ ਹੋਏਗਾ, ਤੁਸੀਂ ਵੇਖ ਕੇ ਰਾਜੀ ਨਹੀਂ। ਕੋਈ ਧਾਰਮਿਕ ਬੀਬੀ ਭੈਣ ਲੈਕਚਰ ਦਿੰਦੀ ਹੋਏਗੀ, ਤੁਸੀਂ ਦੇਖ ਕੇ ਰਾਜੀ ਨਹੀਂ। ਪਰ ਉੱਥੇ ਹੀ ਜਿਹੜੇ ਛੋਟੇ ਛੋਟੇ ਕੱਪੜੇ ਪਾ ਕੇ ਠੁਮਕੇ ਲਗਾਉਂਦੀ ਕੋਈ ਨਜ਼ਰ ਆ ਜਾਂਦੀ ਹੈ ਤਾਂ ਤੁਹਾਡੀ ਭੀੜ ਇਕੱਠੀ ਹੋ ਜਾਂਦੀ, ਤੇ ਉਹ ਬੀਬੀ ਜਿਹੜੀ ਉਹ ਆਪਣੇ ਆਪ ਨੂੰ ਕਿਸੇ ਵੀ ਵੱਡੀ ਹੀਰੋਇਨ ਤੋਂ ਘੱਟ ਨਹੀਂ ਸਮਝਦੀ ਫਿਰ ਆਪਣੇ ਆਪ ਨੂੰ। ਸੋ ਇਹਦੇ ਵਿੱਚ ਮੇਰੇ ਹਿਸਾਬ ਦੇ ਨਾਲ 70% ਸਾਡੀ ਪਬਲਿਕ ਜ਼ਿੰਮੇਦਾਰ ਲੱਗਦੀ ਹੈ ਮੈਨੂੰ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਤੁਸੀਂ ਮੇਰੇ ਮਤਲਬ ਤੁਸੀਂ ਕੀ ਸਮਝਦੇ ਹੋ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ? ਇਹਦੇ ਵਿੱਚ ਪਬਲਿਕ ਵੀ ਜ਼ਿੰਮੇਦਾਰ ਹੈ ਜਾਂ ਸਾਡੀਆਂ ਭੈਣਾਂ ਹੀ ਇਕੱਲੀਆਂ ਜ਼ਿੰਮੇਦਾਰ? ਨਹੀਂ, ਤੁਸੀਂ ਬਿਲਕੁਲ, ਤੁਹਾਡੇ ਮੈਂ ਵਿਚਾਰਾਂ ਨਾਲ ਸਹਿਮਤ ਹਾਂ ਕਿ ਜਦੋਂ ਦੇਖਣ ਵਾਲੀ ਆਡੀਅנס ਨਹੀਂ ਹੋਏਗੀ ਤੇ ਸਟੇਜ ਦੇ ਉੱਤੇ ਚੜ ਕੇ ਨੱਚਣਾ, ਕਹਿੰਦੇ ਹੁੰਦੇ ਪੰਜਾਬੀ ਦੀ ਕਹਾਵਤ ਹੈ ਬਈ ਢੋਲ ਵਜਾਉਣ ਦਾ ਫਾਇਦਾ ਤੇ ਤਾਂ ਹੀ ਹੋ ਗਿਆ ਕਿ ਅੱਗੇ ਨੱਚਣ ਵਾਲਾ ਹੋਵੇ ਕੋਈ, ਤੇ ਜੇ ਆਪਾਂ ਖਾਲੀ ਢੋਲ ਵਜਾਉਂਦੇ ਰਵਾਂਗੇ ਤੇ ਉਹ ਇੱਕ ਸ਼ੋਰ ਦਾ ਰੂਪ ਲੈ ਲੈਂਦਾ ਹੁੰਦਾ। ਸੋ ਮੇਰੇ ਵਿਚਾਰਾਂ ਮੁਤਾਬਕ ਇਹ ਗੱਲ ਹੈ ਵੀ ਜੇ ਫਾਲੋਵਰਸ ਜਿਹੜੇ ਨੇ ਉਹ ਤੁਹਾਡੇ ਨਹੀਂ ਵਾਧੂ ਹੋਣਗੇ ਤਾਂ ਉਹ ਆਪਣੇ ਆਪ ਹੀ ਇਸ ਚੀਜ਼ ਦਾ ਘੱਟ ਹੋਏਗਾ। ਕਿਤੇ ਨਾ ਕਿਤੇ ਤੁਹਾਡੀ ਰੇਸ਼ੋ ਬਿਲਕੁਲ ਸਹਿਮਤੀ ਵਿੱਚ ਮੇਰੇ ਆਉਂਦੀ ਹੈ ਕਿ 30 ਔਰ 70 ਦੀ, ਵੀ 30% ਲੜਕੀਆਂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਐਕਸਪੋਜ਼ ਕਰਦੀਆਂ ਨੇ ਉੱਥੇ ਆ ਕੇ, ਵਾਕਈ ਹੀ ਛੋਟੇ ਛੋਟੇ ਕੱਪੜੇ ਪਾ ਕੇ। ਕਿਉਂਕਿ ਉਹ ਦੇਖੋ ਇੱਕ ਗੱਲ ਹੈ ਕਿ ਕੁਦਰਤ ਦੇ ਮੁਤਾਬਕ ਹੀ ਆਪਾਂ ਕਹਿ ਸਕਦੇ ਹਾਂ ਚੌਧਰ ਜਿਹੜੀ ਹੈਗੀ ਹੈ ਉਹ ਹਰ ਇੱਕ ਨੂੰ ਸਾਰੀ ਚੀਜ਼ਾਂ ਨਾਲੋਂ ਬਹੁਤ ਪਿਆਰੀ ਲੱਗਦੀ ਹੈ। ਵਾਹ ਵਾਹ ਜਿਹੜੀ ਹੈ ਉਹ ਹਰ ਸ਼ਖਸ ਜਿਹੜਾ ਹੈ ਉਹ ਉਸਨੂੰ ਬਹੁਤ ਪਸੰਦ ਹੈ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋ ਜੇ। ਜੇ ਆਪਾਂ ਦੂਸਰੇ ਤਰਫ ਆ ਜਾਈਏ ਕਿ ਜਿਹੜੇ ਫਾਲੋਅਰਸ ਨੇ, ਆਪਾਂ ਪਹਿਲੇ ਗੱਲ ਕਰਦੇ ਹਾਂ ਉਹਨਾਂ ਦੀ ਕਿ ਜੇ ਕੋਈ ਜੈਂਟਸ ਹੈ, ਜੇ ਕੋਈ ਲੜਕਾ ਹੈ, ਚਾਹੇ ਕੋਈ ਜੈਂਟਸ ਵੱਡੀ ਉਮਰ ਦਾ ਚਾਹੇ ਛੋਟੀ ਉਮਰ ਦਾ, ਆਪਾਂ ਇੱਕੋ ਹੀ ਦਾਇਰੇ ਦੇ ਵਿੱਚ ਲੈ ਜਾਂਦੇ ਹਾਂ। ਵੀ ਅਗਰ ਅਸੀਂ ਉਹਦੀ ਗੱਲ ਕਰਦੇ ਹਾਂ ਕਿ ਕਦੇ ਉਸ ਨੇ ਅਗਰ ਘਰ ਦੇ ਵਿੱਚ ਉਹਦੀ ਬੇਟੀ ਜਾਂ ਉਹਦੀ ਭੈਣ ਜਾਂ ਉਹਦੇ ਤੋਂ ਵੱਡੀ ਜਾਂ ਛੋਟੀ ਜੋ ਵੀ ਆਪਾਂ ਕਹਿ ਲੈਂਦੇ ਹਾਂ ਸਤਿਕਾਰਯੋਗ ਹੁੰਦੇ ਪਰਿਵਾਰ ਦੇ ਜਿਹੜੇ ਮੈਂਬਰ ਹੁੰਦੇ ਆ,
ਤੇ ਉਹ ਮਰਦ ਜਿਹੜਾ ਹੈ ਕਿ ਉਹ ਆਪਣੇ ਘਰ ਦੇ ਵਿੱਚ ਉਹਨੇ ਕ ਕੱਪੜਿਆਂ ਦੇ ਵਿੱਚ ਆਪਣੇ ਘਰ ਦੀ ਔਰਤ ਨੂੰ ਦੇਖ ਕੇ ਖੁਸ਼ ਹੁੰਦਾ? ਜੇ ਉਹ ਖੁਸ਼ ਨਹੀਂ ਹੁੰਦਾ ਤੇ ਉਹ ਫਿਰ ਪਰਾਈ ਔਰਤ ਨੂੰ ਦੇਖ ਕੇ ਇੰਨਾ ਖੁਸ਼ ਕਿਉਂ ਹੁੰਦਾ? ਉਹਨੂੰ ਕਿਉਂ ਲਾਈਕ ਕਰਦਾ ਹੈ? ਉਹਨੂੰ ਕਿਉਂ ਪੁੱਠੇ ਸਿੱਧੇ ਕਮੈਂਟ ਕਰਦਾ ਹੈ? ਕਿਉਂ? ਕਿਉਂਕਿ ਉਹਦੇ ਦਿਮਾਗ ਦੇ ਅੰਦਰ ਇਹ ਚੀਜ਼ ਵਸ ਚੁੱਕੀ ਹੈ ਕਿ ਇਹ ਪਰਾਈ ਹੈ। ਹੁਣ ਆਪਾਂ ਦੂਸਰੀ ਤਰਫ ਆਨੇ ਆ ਕਿ ਜਿਹੜੀਆਂ ਲੜਕੀਆਂ ਜਾਂ ਜਿਹੜੀਆਂ ਵੀ ਬੀਬੀਆਂ, ਆਪਾਂ ਕਾਮਨ ਤੌਰ ਤੇ ਇੱਕੋ ਹੀ ਨਾਂ ਲੈ ਲੈਂਦੇ ਹਾਂ, ਕਿ ਜਿਹੜੀਆਂ ਵੀ ਬੀਬੀਆਂ ਇਹ ਕੰਮ ਕਰਦੀਆਂ ਨੇ, ਇਹ ਕੱਪੜੇ ਛੋਟੇ ਪਾ ਕੇ ਤੇ ਉੱਥੇ ਗਲਤ ਤਰੀਕੇ ਨਾਲ ਆਪਣੇ ਆਪ ਨੂੰ ਦਿਖਾਵਾ ਕਰਦੀਆਂ ਨੇ, ਆਪਣੇ ਸਰੀਰ ਦਾ ਜਿਹੜੀ ਨੁਮਾਇਸ਼ ਕਰਦੀਆਂ ਨੇ, ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਜਿਹੜਾ ਸ਼ਖਸ ਸਾਨੂੰ ਲਾਈਕ ਕਰਦਾ ਉਹ ਸਾਡਾ ਹੀ ਨਹੀਂ ਹੈ, ਉਹ ਸਾਡਾ ਆਪਣਾ ਹੀ ਨਹੀਂ ਹੈ। ਤਾਂ ਹੀ ਤੇ ਉਹ ਤੁਹਾਡੇ ਉੱਤੇ ਗਲਤ ਆਪਣੇ ਵਿਚਾਰ ਰੱਖ ਕੇ ਤੁਹਾਨੂੰ ਲਾਈਕ ਕਰਦੇ ਨੇ, ਕਿਉਂਕਿ ਇਹੋ ਜਿਹੜੀ ਮੈਂਟੈਲਿਟੀ ਜਿਸ ਜੈਂਟਸ ਨੇ ਰੱਖੀ ਹੈ, ਉਹਨੇ ਉਸ ਨੂੰ ਨਾ ਤੇ ਆਪਣੀ ਮਾਂ ਸਮਝਿਆ, ਨਾ ਆਪਣੀ ਭੈਣ ਸਮਝਿਆ, ਨਾ ਆਪਣੀ ਧੀ ਸਮਝਿਆ, ਨਾ ਉਹਨੇ ਕਿਸੇ ਰਿਸ਼ਤੇ ਦੇ ਵਿੱਚ ਉਸ ਨੂੰ ਕਦਰ ਦਿੱਤੀ। ਕਹਿਣ ਦੀ ਗੱਲ ਇੱਥੇ ਆਂਦੀ ਬੜੀ ਡੂੰਘੀ ਹੈ ਇਹ ਗੱਲ, ਕਿ ਜੇ ਉਹ ਆਪਣਾ ਸਮਝਦਾ ਤੇ ਮੈਂ ਨਹੀਂ ਸਮਝਦੀ ਕਿ ਉਹਨੂੰ ਲਾਈਕ ਕਰਦਾ ਜਾਂ ਉਹਨੂੰ ਕਮੈਂਟ ਕਰਦਾ ਜਾਂ ਉਹਨੂੰ ਸ਼ੇਅਰ ਕਰਦਾ। ਇਸ ਦਾ ਮਤਲਬ ਇਹ ਆਂਦਾ ਕਿ ਉਹ ਆਪਣਾ ਹੈ ਹੀ ਨਹੀਂ। ਫਿਰ ਬੀਬੀ ਨੂੰ ਸਮਝਣਾ ਚਾਹੀਦਾ ਜੇ ਉਹ ਆਪਣਾ ਹੀ ਨਹੀਂ ਤੇ ਫਿਰ ਉਹ ਉਹਦੇ ਉੱਤੇ ਭਰੋਸਾ ਕਰਕੇ ਕਿਉਂ ਆਪਣੇ ਆਪ ਨੂੰ ਖਰਾਬ ਕਰਨ ਵਾਲੀ ਗੱਲ ਜਿਹੜੀ ਹੈ ਉਹ ਇੱਥੇ ਕਹਿੰਦੀ ਹੈ। ਮੈਂ ਇੱਕ ਛੋਟਾ ਜਿਹਾ ਕਿੱਸਾ ਜਿਹੜਾ ਤੁਹਾਡੇ ਸਾਹਮਣੇ ਰੱਖਦੀ ਹਾਂ। ਮੇਰੀ ਇੱਕ ਕਾਰਡੀਓਲੋਜਿਸਟ ਇੱਕ ਫਰੈਂਡ ਹੈ ਜਿਹਦੇ ਨਾਲ ਸੈਟਰਡੇ ਅਸੀਂ ਬੈਠਦੇ ਹੁੰਦੇ ਸੀ ਲੰਚ ਦੇ ਲਈ, ਸਾਡੇ ਇੱਥੇ ਏਮਸ ਦੇ ਹਸਪੀਟਲ ਦੇ ਵਿੱਚ। ਇੱਕ ਦਿਨ ਉਹਨਾਂ ਦੇ ਨਾਲ ਗੱਲ ਹੁੰਦੇ, ਮੇਰੇ ਕੋਲ ਇੱਕ ਲੜਕੀ ਕੰਮ ਕਰਦੀ ਸੀ, ਉਹ ਬਹੁਤ ਜ਼ਿਆਦਾ ਖੂਬਸੂਰਤ ਸੀ ਤੇ ਮੇਰੇ ਨਾਲ ਗੱਲ ਕਰਦਿਆਂ ਉਹਨੂੰ ਦੇਖ ਕੇ ਮੇਰੀ ਉਸ ਫਰੈਂਡ ਨੇ ਇੱਕ ਗੱਲ ਕਹੀ, ਉਹ ਵੀ ਖੁਦ ਵੀ ਬਹੁਤ ਜ਼ਿਆਦਾ ਖੂਬਸੂਰਤ ਸੀ ਤੇ ਮੈਨੂੰ ਕਹਿਣ ਲੱਗੀ ਕਿ ਖੂਬਸੂਰਤੀ ਜਿਹੜੀ ਹੈ ਨਾ ਤਰਵਿੰਦਰ ਜੀ, ਇਹ ਇੱਕ ਸਰਾਪ ਹੈ, ਇੱਕ ਪਰਮਾਤਮਾ ਦਾ ਦਿੱਤਾ ਹੋਇਆ ਸਰਾਪ ਹੈ। ਤੇ ਮੈਂ ਉਸ ਦੀ ਗੱਲ ਦੇ ਉੱਤੇ ਨਾ ਬਹੁਤ ਹੈਰਾਨਗੀ ਜ਼ਾਹਿਰ ਕੀਤੀ ਕਿ ਵੀ ਇਹ ਕਿਵੇਂ ਗੱਲ ਹੋ ਗਈ? ਦੁਨੀਆ ਦੀ ਹਰ ਔਰਤ ਜਿਹੜੀ ਹੈ ਉਹ ਤਾਂ ਖੂਬਸੂਰਤ ਹੋਣਾ ਚਾਹੁੰਦੀ ਹੈ ਤੇ ਤੁਸੀਂ ਕਹਿੰਦੇ ਹੋ ਕਿ ਖੂਬਸੂਰਤੀ ਜਿਹੜੀ ਹੈ ਉਹ ਸਰਾਪ ਹੈ। ਉਹਨਾਂ ਮੈਨੂੰ ਇਹ ਦੱਸਿਆ ਕਿ ਕਿਸੇ ਵੀ ਖੂਬਸੂਰਤ ਔਰਤ ਨੂੰ ਜਾਂ ਲੜਕੀ ਨੂੰ ਦੇਖ ਕਰਕੇ ਕੋਈ ਵੀ ਮਰਦ ਜਿਹੜਾ ਹੈ, ਜਦੋਂ ਇੱਕ ਤਾਂ ਖੂਬਸੂਰਤ ਹੋਵੇ, ਦੂਸਰੋਂ ਅਧਨੰਗੀ ਹੋਵੇ, ਉਹਦੇ ਕੱਪੜੇ ਪ੍ਰੋਪਰ ਤਰੀਕੇ ਦੇ ਨਾਲ ਨਾ ਪਾਏ ਹੋਣ, ਉਹਦਾ ਸਰੀਰਕ ਜਿਹੜਾ ਹੈ ਤੌਰ ਤੇ ਦਿਖਾਵਾ ਇਹੋ ਜਿਹਾ ਗਲਤ ਹੋਵੇ ਤੇ ਅਸੀਂ ਉਹਨੂੰ ਸਰਾਪ ਹੀ ਮੰਨਾਂਗੇ। ਕਿਉਂਕਿ ਉਹ ਜਿਹੜਾ ਵੀ ਮਰਦ ਉਹਨੂੰ ਦੇਖੇਗਾ ਉਹ ਹਮੇਸ਼ਾ ਇਹ ਗੱਲ ਹੀ ਸੋਚੇਗਾ, ਨਾ ਤੇ ਕਦੇ ਉਹ ਸੋਚੇਗਾ ਕਿ ਇਤਨੀ ਖੂਬਸੂਰਤ ਮੇਰੀ ਭੈਣ ਹੋਵੇ, ਕਦੇ ਉਹ ਨਹੀਂ ਸੋਚੇਗਾ ਮੇਰੀ ਮਾਂ ਹੋਵੇ ਜਾਂ ਮੇਰੀ ਬੇਟੀ ਹੋਵੇ। ਉਹ ਹਮੇਸ਼ਾ ਇੱਕੋ ਹੀ ਨਜ਼ਰੀਏ ਵਿੱਚ ਜਾਏਗਾ ਕਿ ਕਾਸ਼ ਕਦੇ ਮੈਨੂੰ ਇੰਨੀ ਖੂਬਸੂਰਤ ਮੇਰੀ ਔਰਤ ਹੋਵੇ ਜਾਂ ਮੇਰੀ ਕੋਈ ਗਰਲਫ੍ਰੈਂਡ ਹੋਵੇ। ਸੋ ਕਹਿਣ ਦਾ ਭਾਵ ਹੈ, ਵਾਕਈ ਹੀ ਕਹਿੰਦੀ ਹੈ ਵੀ ਖੂਬਸੂਰਤ ਕੰਫਰਟੇਬਲ ਹੋ ਕੇ ਕਿਤੇ ਵੀ ਨਹੀਂ ਰਹਿ ਪਾਉਂਦੀ, ਉਹਦੇ ਕੋਲ ਹਰ ਕੋਈ ਕੁਰਸੀ ਨਾਲ ਢਾ ਕੇ ਬੈਠਣ ਦੀ ਕੋਸ਼ਿਸ਼ ਕਰਦਾ। ਸੋ ਇੱਥੇ ਆਪਾਂ ਇਸ ਗੱਲ ਨੂੰ ਸਮਝੀਏ ਕਿ ਉਸ ਜਗ੍ਹਾ ਤੇ ਸਿਰਫ ਰਵਾਸ ਔਰ ਕਾਮਨਾ, ਮਨ ਦਾ ਭਟਕਾਵ ਜਿਹੜਾ ਹੈ, ਆਪਾਂ ਗੁਰਬਾਣੀ ਤੌਰ ਤੇ ਵੀ ਆਈਏ ਤੇ ਉਹਦਾ ਮਨ ਦਾ ਭਟਕਾਵ ਹੁੰਦਾ ਹੈ। ਅੱਜ ਤੋਂ 4-5 ਸਾਲ ਪਹਿਲੇ ਮੈਂ ਇੱਕ ਵੀਡੀਓ ਬਣਾਈ ਸੀ ਜਿਸ ਦੇ ਉੱਤੇ ਮੈਨੂੰ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਸੀ ਉਹਨਾਂ ਦੀ ਇਹ ਮੰਗ ਸੀ ਕਿ ਬੀਬੀ ਜੀ ਸਾਡਾ ਬੜਾ ਦਿਲ ਕਰਦਾ ਜਦੋਂ ਅਸੀਂ ਤੁਹਾਨੂੰ ਦੇਖਦੇ ਹਾਂ ਕਿ ਪੂਰਨ ਤੌਰ ਤੇ ਤੁਸੀਂ ਸਿਰ ਤੋਂ ਲੈ ਕੇ ਪੈਰ ਤੱਕ ਤੁਸੀਂ ਆਪਣੇ ਆਪ ਨੂੰ ਢੱਕਿਆ ਹੁੰਦਾ, ਫਿਰ ਵੀ ਤੁਸੀਂ ਸਾਡੇ ਇੱਕ ਅਸੀਂ ਤੁਹਾਨੂੰ ਆਪਣਾ ਰੋਲ ਮਾਡਲ ਸਮਝਦੇ ਹਾਂ। ਤੇ ਜਦੋਂ ਉਹਨਾਂ ਨੇ ਇਹ ਗੱਲ ਕੀਤੀ, ਪਰ ਅਸੀਂ ਇਹੋ ਜਿਹੇ ਡਰੈਸ ਕੋਡ ਦੇ ਅੰਦਰ ਨਹੀਂ ਰਹਿ ਸਕਦੇ ਕਿਉਂਕਿ ਸਾਡੀਆਂ ਮਤਲਬ ਅਸੀਂ ਜੌਬ ਕਰਦੇ ਹਾਂ ਜਾਂ ਅਸੀਂ ਕਿਧਰੇ ਵਰਕ ਕਰਦੇ ਹਾਂ ਤੇ ਸਾਨੂੰ ਵੈਸਟਰਨ ਪਾਉਣਾ ਪੈਂਦਾ। ਫਿਰ ਮੈਂ ਉਸ ਵੀਡੀਓ ਨੂੰ ਤਿਆਰ ਕੀਤਾ ਸੀ ਜਿਹਦੇ ਨਾਲ ਮੈਂ ਤੁਹਾਨੂੰ ਦੱਸਾਂ ਕਿ ਭੈਣ ਜੀ 40 ਲੜਕੀਆਂ ਨੇ ਦਸਤਾਰ ਸਜਾਈ ਔਰ ਉਹਨਾਂ ਨੂੰ ਮੈਂ ਕਿਹਾ ਕਿ ਦੇਖੋ ਕੱਪੜਾ ਕੋਈ ਵੀ ਪਾਣਾ ਕੋਈ ਗੁਨਾਹ ਨਹੀਂ, ਲੇਕਿਨ
ਹਾਂ, ਮੈਂ ਖੁਦ ਬਹੁਤ ਵੈਸਟਰਨ ਪਾਈ ਹੈ ਬਾਹਰ, ਕਾਫੀ ਕੰਟਰੀਆਂ ਦੇ ਵਿੱਚ ਮੈਂ ਘੁੰਮੀ ਆ, ਰਹੀ ਆ, ਤੇ ਵੈਸਟਰਨ ਪਾਣਾ ਕੋਈ ਕਿਸੇ ਵੀ ਚੀਜ਼ ਨੂੰ, ਆਪਣੇ ਗੁਰੂ ਸਾਹਿਬ ਨੇ ਸਾਨੂੰ ਕਦੋਂ ਮਨਾ ਕੀਤਾ ਕਿ ਤੁਸੀਂ ਆਪਣੀ ਪਰਸਨੈਲਿਟੀ ਗੇਨ ਨਾ ਕਰੋ, ਜਾਂ ਤੁਸੀਂ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਸੋਹਣੇ ਸੁਨੱਖੇ ਤਰੀਕੇ ਨਾਲ, ਢੰਗ ਨਾਲ ਆਪਣੇ ਚ ਨਾ ਰਹੋ। ਗੁਰੂ ਸਾਹਿਬ ਨੇ ਸਾਨੂੰ ਖੁਸ਼ ਹੋਣ ਤੋਂ ਕਦੇ ਵੀ ਮਨਾ ਨਹੀਂ ਕੀਤਾ, ਲੇਕਿਨ ਇਤਨਾ ਜ਼ਰੂਰ ਕਿਹਾ ਹੈ ਕਿ ਕਿਸੇ ਦੂਸਰੇ ਨੂੰ ਕਿਸੇ ਚੀਜ਼ ਦੀ ਤਕਲੀਫ ਹੋਵੇ, ਜਾਂ ਉਹਦੀ ਮਨ ਦੀ ਭਾਵਨਾ ਜਿਹੜੀ ਹੈ ਉਹ ਖਰਾਬ ਰਸਤੇ ਵੱਲ ਚਲੀ ਜਾਵੇ, ਦਿਮਾਗ ਦੇ ਉੱਤੇ ਜਿਹੜਾ ਬੋਝ ਹੈ ਉਸ ਦਾ ਪਵੇ। ਤੇ ਗੁਰਦੁਆਰੇ ਹੁਣ ਤੁਸੀਂ ਕਈ ਵਾਰੀ ਚਲੇ ਜਾਂਦੇ ਆਪਾਂ, ਤੇ ਉੱਥੇ ਕੁੜੀਆਂ ਛੋਟੀਆਂ ਛੋਟੀਆਂ ਸਕਰਟਾਂ ਪਾ ਕੇ ਆ ਜਾਂਦੀਆਂ ਨੇ, ਤੇ ਛੋਟੇ ਛੋਟੇ ਕੱਪੜੇ ਪਾ ਕੇ, ਕੈਪਰੀਆਂ ਪਾ ਕੇ, ਸਕਰਟਾਂ ਪਾ ਕੇ, ਨਿੱਕਰਾਂ ਪਾ ਕੇ ਆਂਦੀਆਂ ਨੇ, ਤੇ ਉੱਥੇ ਫਿਰ ਸੰਗਤ ਤੁਸੀਂ ਆਪ ਹੀ ਦੇਖਦੇ ਹੋ ਕਿ ਉਹ ਕੀਰਤਨ ਵੱਲ ਮਨ ਘੱਟ ਤੇ ਉਧਰ ਵੱਲ ਧਿਆਨ ਚਲਾ ਜਾਂਦਾ ਹੈ। ਸੋ ਇੱਥੇ ਮੈਂ ਕਹਿਣਾ ਚਾਹਾਂਗੀ ਕਿ ਉਹ ਬੱਚੀਆਂ ਜਾਂ ਉਹ ਬੀਬੀਆਂ, ਸਭ ਤੋਂ ਪਹਿਲੇ ਤੇ ਇੱਕ ਮਾਂ ਦਾ ਇਸ ਦੇ ਵਿੱਚ ਬਹੁਤ ਵੱਡਾ ਰੋਲ, ਕਿ ਮਾਂ ਜਦੋਂ ਆਪਣੀ ਬੱਚੀ ਨੂੰ ਸੰਸਕਾਰ ਦਿੰਦੀ ਹੈ, ਤੇ ਜੇ ਸ਼ੁਰੂ ਤੋਂ ਹੀ ਉਸ ਨੂੰ ਇਸ ਗੱਲ ਦੀ ਸਮਝਦਾਰੀ ਦਿੰਦੀ ਰਵੇ ਕਿ ਬਈ ਸਾਨੂੰ ਗੁਰੂ ਪਾਤਸ਼ਾਹ ਨੇ ਅਗਰ ਇੰਨਾ ਖੂਬਸੂਰਤ ਘੜ ਕੇ ਇਸ ਦੁਨੀਆ ਦੇ ਵਿੱਚ ਭੇਜਿਆ, ਤਾਂ ਅਸੀਂ ਇਸ ਖੂਬਸੂਰਤੀ ਨੂੰ ਤਰੀਕੇ ਨਾਲ ਢੰਗ ਕਰੀਏ। ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣਾ ਚਾਹਾਂਗੀ ਕਿ ਤੁਸੀਂ ਅਗਰ ਰੇਪ ਕੇਸ ਦੀ ਜਿਹੜੀ ਬੜੋਤਰੀ ਹੋ ਰਹੀ ਹੈ, ਉਹ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਕੁੜੀਆਂ ਦੀ ਆਪਣੀਆਂ ਗਲਤੀਆਂ ਦੇ ਨਾਲ ਵੀ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਗੁਨਾਹ ਹੈ ਉਹ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਮੈਂ ਸਰਵੇ ਕੀਤਾ ਹੋਇਆ ਹੈ ਇਸ ਦੇ ਉੱਤੇ, ਔਰ ਕਾਫੀ ਸਾਰੇ ਮੈਂ ਰੇਪ ਕੇਸ ਦੇ ਉੱਤੇ, ਨਿਰਭਇਆ ਦਾ ਰੇਪ ਕੇਸ ਸੀ, 8 ਸਾਲ ਦੀ ਕੁੜੀ ਦਾ ਰੇਪ ਕੇਸ ਸੀ, ਉੱਤੇ ਬੜੇ ਵੱਡੇ ਵੱਡੇ ਅੰਦੋਲਨ ਕੀਤੇ ਨੇ, ਮੈਂ ਪ੍ਰੋਟੈਸਟ ਕੀਤੇ ਨੇ ਉਸ ਰੇਪ ਕੇਸ ਦੇ ਉੱਤੇ। ਪਰ ਸਰਵੇ ਦੇ ਵਿੱਚ ਜੋ ਮੇਰੇ ਕੋਲ ਨਜ਼ਰ ਵਿੱਚ ਆਇਆ, ਉਹ ਤੁਸੀਂ ਮੁਹੰਮਦਨ ਕੰਟਰੀਆਂ ਕਿੰਨੀਆਂ ਵੀ ਦੇਖ ਲਓ, ਉਹਦੇ ਵਿੱਚ ਰੇਪ ਕੇਸ ਦੀ ਬਹੁਤ ਨਾਮ ਮਾਤਰ ਗੁੰਜਾਇਸ਼ ਹੈ, ਔਰ ਸਜ਼ਾ ਵੀ ਸਖਤ ਤੋਂ ਸਖਤ ਦਿੱਤੀ ਜਾਂਦੀ ਹੈ। ਬਿਲਕੁਲ, ਕਿਉਂਕਿ ਉਹ ਖੂਬਸੂਰਤ ਵੀ ਬਹੁਤ ਹੁੰਦੀਆਂ ਨੇ, ਔਰ ਦੂਸਰੀ ਗੱਲ ਕਿ ਉਹ ਆਪਣੇ ਆਪ ਨੂੰ ਕਵਰ ਕਰਕੇ ਸੇਵ ਕਰਕੇ ਰੱਖਦੀਆਂ ਨੇ। ਹਰ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਦਿਮਾਗੀ ਤੌਰ ਤੇ ਵੀ ਖੂਬਸੂਰਤੀ ਉਸ ਦੇ ਵਿੱਚ ਆਉਂਦੀ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਕਵਰ ਕਰਕੇ ਰੱਖਦੇ ਹੋ, ਤੇ ਸਾਹਮਣੇ ਵਾਲਾ ਜਿਹੜਾ ਮਰਦ ਹੈ ਉਹ ਵੀ ਦੇਖ ਕੇ ਉਹਦੀ ਇੱਜ਼ਤ ਕਰਦਾ। ਤੇ ਜਿਹੜੀਆਂ ਟਿਕਟੌਕ ਦੇ ਉੱਤੇ ਆਪਣੇ ਆਪਾਂ ਕਹਿ ਦਈਏ ਵੀ ਬੜੇ ਬੁਰੇ ਤਰੀਕੇ ਦੇ ਨਾਲ, ਮੈਨੂੰ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ ਵੀ ਟੁੱਟਕੇ ਲਗਾਉਂਦੀਆਂ, ਨੱਚਦੀਆਂ ਨੇ, ਜਾਂ ਪੁੱਟੇ ਸਿੱਧੇ ਗਾਣਿਆਂ ਦੇ ਉੱਤੇ ਆਪਣੇ ਆਪ ਨੂੰ ਐਕਸਪੋਜ਼ ਕਰਦੀਆਂ ਨੇ, ਆਪਣੇ ਪਹਿਰਾਵੇ ਨੂੰ ਹੱਦ ਤੋਂ ਵੱਧ ਹੀ ਇੱਥੇ ਤੱਕ ਲੈ ਕੇ ਚਲੀਆਂ ਜਾਂਦੀਆਂ ਨੇ ਕਿ ਕਈ ਵਾਰੀ ਆਪਾਂ ਦੇਖਦੇ ਹਾਂ ਸਟੇਜ ਤੇ ਕਿ ਉਹਨਾਂ ਦੇ ਵਸਤਰ ਤੋਂ ਨਿਰਵਸਤਰ ਵੀ ਹੋ ਜਾਂਦੀਆਂ ਨੇ। ਸੋ ਉਹਨਾਂ ਦੇ ਪਿਤਾ ਬੈਠੇ ਹੋਏ, ਭਰਾ ਬੈਠੇ ਹੋਏ, ਜਾਂ ਅਸੀਂ ਪਰਿਵਾਰ ਦੇ ਵਿੱਚ ਬੈਠੇ ਹੋਏ, ਅਸੀਂ ਉਹਨਾਂ ਨੂੰ ਦੇਖ ਕੇ ਕੋਈ ਬਹੁਤਾ ਵਧੀਆ ਤੇ ਨਹੀਂ ਕਹਿੰਦੇ ਦਿਲ ਦੀ ਜਗ੍ਹਾ ਦਿਲ ਬਹੁਤ ਛੋਟਾ ਹੁੰਦਾ, ਦਿਮਾਗ ਬਹੁਤ ਦਿਲ ਤੋਂ ਦਿਮਾਗ ਦਾ ਸਾਈਜ਼ ਵੱਡਾ ਹੁੰਦਾ। ਫਿਰ ਉਹੋ ਜਿਹੀਆਂ ਲੜਕੀਆਂ ਜਿਹੜੀਆਂ ਇਸ ਸਥਾਨ ਤੇ ਆ ਕੇ ਇਹੋ ਜਿਹੇ ਕੰਮ ਕਰਦੀਆਂ ਨੇ, ਸਿਰਫ ਇੱਕ ਥੋੜੀ ਜਿਹੀ ਵਾਹ ਦੇ ਲਈ, ਉਹ ਦਿਮਾਗ ਦੇ ਵਿੱਚ ਹੀ ਸਿਰਫ ਰਹਿੰਦੀਆਂ ਨੇ, ਉਹ ਦਿਲ 'ਚ ਜਗ੍ਹਾ ਨਹੀਂ ਪਾ ਸਕਦੀ, ਉਹਨਾਂ ਨੂੰ ਦਿਲ ਦੇ ਵਿੱਚ ਕਿਤੇ ਜਗ੍ਹਾ ਨਹੀਂ ਮਿਲਦੀ। ਭੀੜ ਤੇ ਕਹਿੰਦੇ ਜਿੰਨੀ ਮਰਜ਼ੀ ਬਣਾ ਕੇ ਰੱਖ ਲਵੋ, ਉਹ ਕੋਈ ਔਖੀ ਨਹੀਂ ਹੁੰਦੀ, ਪਰ ਉਹਦੇ ਵਿੱਚ ਇੱਕ ਵੀ ਸ਼ਖਸ ਕੋਈ ਆਪਣਾ ਨਿਕਲ ਆਵੇ ਨਾ, ਤੇ ਸਮਝ ਲਓ ਅਸੀਂ ਸਕਸੈਸਫੁਲ ਹੋ ਗਏ ਇਸ ਦੁਨੀਆ ਦੇ ਵਿੱਚ। ਸੋ ਉਹ ਇੱਕ ਸ਼ਖਸ ਅਗਰ ਅੱਛੇ ਤਰੀਕੇ ਨਾਲ ਤੁਹਾਨੂੰ ਸੋਹਣੇ ਤਰੀਕੇ ਨਾਲ ਕਮੈਂਟ ਕਰ ਦਿੰਦਾ, ਤੇ ਫਿਰ ਤੁਸੀਂ ਸਮਝੋ ਉਹ ਲਾਈਕ ਮਾਰਨਾ ਜਾਂ ਫਾਲੋਅਰਸ ਵਧਾਣਾ, ਉਹਦੇ ਲਈ ਆਪਣੇ ਆਪ ਤੋਂ ਹੀ ਬਾਹਰ ਲੈ ਕੇ ਚਲੇ ਜਾਣਾ, ਮੈਂ ਆਪਣੇ ਵਿਚਾਰਾਂ ਅਨੁਸਾਰ ਸ਼ਾਇਦ ਨਹੀਂ ਸਮਝਦੀ ਕਿ ਇਹ ਚੀਜ਼ ਹੋਣਾ ਚਾਹੀਦੀ। ਹੁਣ ਇੱਥੇ ਆਪਾਂ ਥੋੜਾ ਜਿਹਾ, ਮੈਂ ਤੁਹਾਡੇ ਚੈਨਲ ਰਾਹੀਂ ਅੱਜ ਮੌਕਾ ਮਿਲਿਆ, ਕਿਉਂਕਿ ਮੈਂ ਬੜੀ ਹੀ ਖੁਸ਼ੀ ਨਾਲ ਤੁਹਾਡੇ ਗੱਲਾਂ ਦਾ ਜਿਹੜਾ ਹੈ, ਤੁਹਾਡੇ ਸਵਾਲਾਂ ਦਾ ਜਵਾਬ ਦੇ ਰਹੀ ਹਾਂ, ਕਿਉਂਕਿ ਇਹ ਮੇਰੇ ਵਾਕਿਆ ਹੀ ਮੇਰੀ ਦਿਲ ਦੀਆਂ ਗਹਿਰਾਈਆਂ ਦਾ ਇਹ ਸਵਾਲ ਸੀ, ਮੈਂ ਆਣਾ ਚਾਹੁੰਦੀ ਸੀ ਇਸ ਗੱਲ ਦੇ ਉੱਤੇ। ਸੋ ਸਾਨੂੰ ਕਿਤੇ ਨਾ ਕਿਤੇ ਮਾਤਾ ਪਿਤਾ ਦਾ ਰੋਲ ਜਿਹੜਾ ਹੈ, ਅੱਜ ਜੇ ਆਪਾਂ ਤਲਾਕ ਦੀ ਰੇਸ਼ੋ ਲੈ ਲਈਏ
ਤਾਂ 65% ਤੱਕ ਜਾ ਚੁੱਕੀ ਹੈ, ਜਿਸ ਦੇ ਵਿੱਚ ਮੈਂ ਆਪ ਸੋਸ਼ਲ ਵੈਲਫੇਅਰ ਦਾ ਕਰਦੀ ਹਾਂ। ਬਹੁਤ ਸਾਰੇ ਕੇਸ ਜਿਹੜੇ ਹੁੰਦੇ ਨੇ ਕੋਰਟ ਤੇ ਜਾਣ ਤੋਂ ਪਹਿਲੇ ਹੀ ਮੈਂ ਉਸ ਤਲਾਕ ਦੀ ਉਸ ਤਲਾਕ ਨੂੰ ਖਤਮ ਕਰ ਦਿੰਦੀ ਹਾਂ, ਚਾਹੁੰਦੀ ਹਾਂ ਕਿ ਪਰਿਵਾਰਾਂ ਨੂੰ ਆਪਸ ਵਿੱਚ ਇਕੱਠੇ ਬਿਠਾਉਂਦੇ ਹਾਂ, ਮਿਊਚੁਅਲ ਅੰਡਰਸਟੈਂਡਿੰਗ ਕਰਾਉਂਦੇ ਹਾਂ ਤੇ ਬਿਠਾਉਂਦੇ ਹਾਂ। ਪਰ ਮੈਂ ਆਪਣੇ ਤੌਰ ਤੇ ਆਪਣਾ ਤਜਰਬਾ ਦੱਸਣ ਲੱਗੀ ਹਾਂ ਕਿ ਮੇਰੇ ਕੋਲ ਅਗਰ ਇੱਕ ਦਿਨ ਦੇ ਵਿੱਚ 4 ਕੇਸ ਆਉਂਦੇ ਨੇ ਨਾ, ਤੇ ਜਿਸ ਦੇ ਵਿੱਚ ਮੈਂ ਸੱਚ ਜਾਣਿਓ ਕਿ 3 ਕੇਸ ਜਿਹੜੇ ਨੇ ਉਹ ਲੜਕੀ ਦੇ ਕਸੂਰ ਦੇ ਆਉਂਦੇ। ਲੜਕੀਆਂ ਦੇ ਕਸੂਰ ਇਸ ਦੇ ਵਿੱਚ ਜ਼ਿਆਦਾ ਹੈ। ਮਾਫ ਕਰਨਾ, ਜਿਹੜੀਆਂ ਬੱਚੀਆਂ ਸੁਣ ਰਹੀਆਂ ਹੋਣਗੀਆਂ ਨਾ, ਉਹ ਇਸ ਨੂੰ ਗਲਤ ਪਾਸੇ ਨਾ ਲੈ ਕੇ ਜਾ ਕੇ ਇਹਦਾ ਸਿੱਧਾ ਰਸਤਾ ਵੀ ਦੇਖਣ ਕਿ ਪਹਿਲਾ ਸਮਾਂ ਹੁੰਦਾ ਸੀ, ਮਾਤਾ ਪਿਤਾ ਕਹਿੰਦੇ ਸੀ ਜਿੱਥੇ ਡੋਲੀ ਭੇਜ ਰਹੇ ਆ ਉੱਥੋਂ ਅਰਥੀ ਬਾਹਰ ਆਵੇ। ਤੇ ਅੱਜ ਕੱਲ ਦਾ ਮਾਹੌਲ ਇਹ ਹੋ ਚੁੱਕਿਆ ਕਿ ਬੱਚੀਆਂ ਜਦੋਂ ਉਹ ਸਕੂਲ ਤੋਂ ਪੜ੍ਹਦੀਆਂ ਨੇ, ਉਸ ਤੋਂ ਬਾਅਦ ਜੌਬਾਂ ਤੇ ਲੱਗ ਜਾਂਦੀਆਂ ਨੇ, ਫਿਰ ਉਹ ਆਪਣੇ ਆਪ ਤੋਂ ਬਾਹਰ ਚਲੀਆਂ ਜਾਂਦੀਆਂ ਨੇ। ਨਾ ਉਹ ਢੰਗ ਨਾਲ ਮਾਤਾ ਕੋਲ ਬੈਠਦੀਆਂ ਤੇ ਨਾ ਹੀ ਮਦਰ ਜਿਹੜੀ ਹੈ ਉਹਨਾਂ ਨੂੰ ਆਪਣੇ ਨਾਲ ਆਪਣੇ ਗਲਵਕੜੀ ਚ ਲੈ ਕੇ ਬਿਠਾ ਕੇ ਉਹਨੂੰ ਇੱਕ ਦੋਸਤ ਬਣਾ ਕੇ ਉਹਨੂੰ ਸਮਝਾਉਂਦੀ ਹੈ ਕਿ ਕੀ ਗਲਤ ਹੈ ਤੇ ਕੀ ਠੀਕ ਹੈ। ਸਭ ਤੋਂ ਪਹਿਲੇ ਮੈਂ ਕਹਿੰਦੀ ਹਾਂ ਮਦਰ ਨੂੰ ਕਿ ਇੱਕ ਬੱਚੀ ਦਾ ਦੋਸਤ, ਬੱਚੀ ਦੀ ਮਦਰ ਬਣ ਕੇ, ਬੱਚੀ ਦੀ ਦੋਸਤ ਬਣ ਕੇ ਹਰ ਰਿਸ਼ਤਾ ਇੱਕ ਮਦਰ ਨਿਭਾ ਸਕਦੀ ਹੈ। ਤੇ ਜੇ ਉਹ ਘਰ ਦੇ ਵਿੱਚ ਹੀ ਉਹਨੂੰ ਸੰਸਕਾਰ ਦੇ ਦਿੰਦੀ ਹੈ ਤੇ ਮੈਂ ਸੋਚਨੀ ਆ ਅੱਧਾ ਜਿਹੜਾ ਸਾਡਾ ਕੰਮ ਹੈ ਉਹ ਇੱਥੇ ਹੀ ਖਤਮ ਹੋ ਜਾਏ। ਬਿਲਕੁਲ। ਦੂਸਰੇ ਪੜਾਵ ਤੇ ਆਪਾਂ ਜਦੋਂ ਆਨੇ ਆ ਕਿ ਜਿੰਨੇ ਵੀ ਸਾਡੇ ਗੁਰੂ ਘਰ ਨੇ, ਮੈਂ ਜਿਵੇਂ ਕਿਹਾ ਕਿ ਮੈਂ ਆਪ ਜੀ ਦੇ ਚੈਨਲ ਰਾਹੀਂ ਇਹ ਆਵਾਜ਼ ਜਿਹੜੀ ਹੈ ਉਹ ਮੈਂ ਬਹੁਤ ਆਪਣੇ ਧਾਰਮਿਕ ਜਿਹੜੇ ਸਾਡੇ ਲੀਡਰ ਨੇ ਉਹਨਾਂ ਤੱਕ ਜਾਂ ਗੁਰੂ ਘਰਾਂ ਦੇ ਵਿੱਚ ਸਾਡੀਆਂ ਸੰਸਥਾਵਾਂ ਜਾਂ ਕਮੇਟੀਆਂ ਬਣੀਆਂ ਹੋਈਆਂ ਨੇ, ਅੱਜ ਇਹ ਆਵਾਜ਼ ਉਹਨਾਂ ਤੱਕ ਵੀ ਮੈਂ ਜ਼ਰੂਰ ਪਹੁੰਚਾਉਣਾ ਚਾਹਾਂਗੀ ਕਿ ਗੁਰੂ ਘਰਾਂ ਦੇ ਵਿੱਚ ਵੀ ਸਖਤ ਤੋਂ ਸਖਤ ਇਸ ਗੱਲ ਦੀ ਮਨਾਹੀ ਕਰ ਦੇਣ ਕਿ ਇੰਨੇ ਛੋਟੇ ਕੱਪੜੇ ਪਾ ਕੇ ਜਿਹੜੀਆਂ ਲੜਕੀਆਂ ਨੇ ਉਹ ਐਂਟਰ ਨਹੀਂ, ਬਾਹਰ ਸੇਵਾਦਾਰ ਜਾਂ ਇੱਕ ਟਾਸਕ ਫੋਰਸ ਲੇਡੀਜ਼ ਦੀ ਵੀ ਜ਼ਰੂਰ ਲਗਾਈ ਜਾਵੇ ਜਿਹੜੀਆਂ ਕਿ ਬਿਲਕੁਲ ਐਂਟਰ ਹੋਣਾ ਮਨਾ ਕਰ ਦੇਣ ਕਿ ਇਹ ਛੋਟੇ ਕੱਪੜੇ ਪਾਏ ਹੋਏ ਬੀਬੀਆਂ ਜਿਹੜੀਆਂ ਨੇ ਉਹ ਗੁਰੂ ਘਰ ਦੇ ਵਿੱਚ ਐਂਟਰ ਨਹੀਂ ਹੋ ਸਕਦੀਆਂ। ਸੋ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਜੇ 50% ਮਾਂ ਦਾ ਕੰਮ ਹੋ ਗਿਆ ਤੇ 10% ਗੁਰੂ ਘਰਾਂ ਦਾ ਵੀ ਇੱਥੇ ਕੰਮ ਬਹੁਤ ਵਧੀਆ ਹੋ ਜਾਏਗਾ। ਬਹੁਤ ਸਾਰੀਆਂ ਲੜਕੀਆਂ ਦੀਆਂ ਜਿਹੜਾ ਉੱਥੇ ਜਾਣਾ ਬੰਦ ਹੋਏਗਾ, ਉਹਨਾਂ ਦੇ ਪਹਿਰਾਵੇ ਦੇ ਉੱਤੇ ਬੜਾ ਵੱਡਾ ਜਿਹੜਾ ਫਰਕ ਹੈ ਉਹ ਪੈ ਸਕਦਾ। ਤੇ ਬਾਕੀ ਆਪਾਂ 40% ਦੇ ਵਿੱਚ ਜਿੱਥੇ ਆਉਂਦੇ ਆ ਕਿ ਅਗਰ ਸਾਇੰਟੀਫਿਕਲੀ ਵੀ ਅਸੀਂ ਦੇਖਦੇ ਹਾਂ ਤੇ ਸਾਨੂੰ ਛੋਟੇ ਕੱਪੜੇ ਪਾਉਣ ਦੇ ਨਾਲ ਅੱਜ ਜਿਹੜੀਆਂ ਸੂਰਜ ਦੇ ਵਿੱਚ ਸੁਰਾਖ ਹੋ ਕੇ ਕੈਂਸਰ ਦੀਆਂ ਪ੍ਰੋਬਲਮਸ ਜਿਹੜੀਆਂ ਆ ਰਹੀਆਂ ਤੇ ਸਕਿਨ ਕੈਂਸਰ ਜਿਹੜੀ ਹੈ ਅੱਜ ਬਹੁਤ ਹੀ ਵੱਧ ਤੋਂ ਵੱਧ ਰਹੀ ਤੇ ਉਸ ਦਾ ਵੀ ਫਰਕ ਸਾਡੇ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ। ਤੇ ਸਾਇੰਟੀਫਿਕਲੀ ਦੇਖਿਆ ਜਾਵੇ ਤਾਂ ਵੀ ਸਾਨੂੰ ਆਪਣੇ ਕੱਪੜਿਆਂ ਦੇ ਉੱਤੇ ਪੂਰਨ ਤੌਰ ਤੇ ਸਕਿਨ ਜਿਹੜੀ ਹੈ ਹਰ ਮੌਸਮ ਦੇ ਹਿਸਾਬ ਦੇ ਨਾਲ ਬਦਲਦੀ ਹੈ। ਸਾਨੂੰ ਉਸ ਤਰੀਕੇ ਦੇ ਨਾਲ ਵੀ ਆਪਣੀ ਸਕਿਨ ਨੂੰ ਕਿਉਰ ਕਰਕੇ ਆਪਾਂ ਨੂੰ ਜਾਣਾ ਚਾਹੀਦਾ ਹੈ, ਜਿਸ ਦੇ ਨਾਲ ਅਸੀਂ ਬੜੇ ਲੰਬੇ ਸਮੇਂ ਤੱਕ ਆਪਣੇ ਆਪ ਦੇ ਵਿੱਚ ਤੰਦਰੁਸਤੀ ਦੇ ਵਿੱਚ ਰਹਿੰਦੇ। ਸੋ ਇਸ ਤਰੀਕੇ ਦੇ ਨਾਲ ਅਗਰ ਲੜਕੀਆਂ ਸਾਰੇ ਪਾਸੇ ਦੇਖਣ ਤਾਂ ਮੈਨੂੰ ਉਮੀਦ ਹੈ ਕਿ ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਗੀਆਂ ਕਿ ਸਿਰਫ ਇੱਕ ਵਾਹ ਦੇ ਨਾਲ, ਇੱਕ ਲਾਈਕ ਦੇ ਨਾਲ, ਇੱਕ ਫਾਲੋਅਰ ਦੇ ਨਾਲ ਸਾਡਾ ਕਿੰਨਾ ਵੱਡਾ ਨੁਕਸਾਨ ਹੁੰਦਾ ਹੈ। ਜਦੋਂ ਉਸੇ ਵੀਡੀਓ ਨੂੰ ਕਿਤੇ ਗਲਤੀ ਦੇ ਨਾਲ ਸਾਡਾ ਪਿਤਾ ਦੇਖ ਲੈਂਦਾ ਹੈ, ਸਾਡਾ ਭਾਈ ਦੇਖ ਲੈਂਦਾ ਹੈ ਜਾਂ ਸਾਡਾ ਪੁੱਤ ਦੇਖ ਲੈਂਦਾ ਹੈ, ਉਹ ਮਾਣ ਦੇ ਨਾਲ ਸਿਰ ਤਾਂ ਨਹੀਂ ਉੱਚਾ ਕਰਦਾ, ਉਹਨੂੰ ਦੇਖ ਤਾਂ ਨਹੀਂ ਪਾਉਂਦਾ। ਸਿਰਫ ਚੰਦ ਹੀ ਲੋਕ ਹੁੰਦੇ ਨੇ ਜਿਨ੍ਹਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਗਲਤ ਹੁੰਦੀ ਹੈ ਤੇ ਉਹੀ ਸਿਰਫ ਦੇਖ ਕਰਕੇ ਉਸ ਨੂੰ ਬੜੋਤਰੀ ਦੇ ਰਹੇ ਨੇ। ਤੇ ਸੋ ਆਪਾਂ ਇਹ ਕਹੀਏ ਕਿ ਉਹਨਾਂ ਚੰਦ ਫਾਲੋਅਰਸ ਦੇ ਕਾਰਨ ਅਸੀਂ ਆਪਣੇ ਆਪ ਨੂੰ ਕਿਉਂ ਹਲਕੇ ਕਰ ਲੈਂਦੇ ਆ
ਬੇਸ਼ੱਕ ਤੁਸੀਂ ਜਿੰਨੇ ਮਰਜ਼ੀ ਕਹਿ ਲਓ ਕਿ ਛੋਟੇ ਕੱਪੜੇ ਪਾ ਲਓ, ਦੇਖੋ ਇਹਨਾਂ ਦੇ ਵਿੱਚ ਜਿਹੜੇ ਸੀਰੀਅਲ ਆਉਂਦੇ ਨੇ ਜਾਂ ਪਿਕਚਰਸ ਦੇ ਵਿੱਚ ਵੀ ਤੁਸੀਂ ਦੇਖਦੇ ਹੋ, ਬਾਲੀਵੁੱਡ ਸਟਾਰਸ ਜਿਹੜੀਆਂ ਹੈਗੀਆਂ ਨੇ, ਇਹ ਉਹਨਾਂ ਨੂੰ ਵੀ ਬਹੁਤ ਜ਼ਰੂਰੀ ਹੈ ਸੋਚ ਲੈਣਾ ਚਾਹੀਦਾ ਹੈ ਕਿ ਉਹਨਾਂ ਦੇ ਹੱਦ ਤੋਂ ਵੱਧ ਦੇਖ ਲਓ। ਮੈਂ ਇੱਕ ਗੱਲ ਕਹਾਂਗੀ, ਤੁਸੀਂ ਬਾਹਰ ਕੰਟਰੀ ਦੇ ਵਿੱਚ ਰਹਿੰਦੇ ਹੋ, ਤੁਹਾਡੇ ਕੱਪੜੇ ਪੂਰੇ ਹੋਣਗੇ ਹਿੰਦੁਸਤਾਨ ਦੇ। ਤੁਸੀਂ ਕਈ ਵਾਰੀ ਫੇਸਬੁੱਕ ਤੇ ਮੈਂ ਦੇਖਦੀ ਹੁੰਦੀ ਹਾਂ ਕਿ ਕੈਨੇਡਾ ਔਰ ਇੰਗਲੈਂਡ ਔਰ USA ਦੀਆਂ ਉਹਨਾਂ ਨੇ ਦਿੱਤੇ ਹੁੰਦੇ ਆ ਪਿਕਸ ਜਿਹੜੀਆਂ, ਉਹਦੇ ਵਿੱਚ ਜਿਹੜੀਆਂ ਇੰਡੀਅਨਸ ਨੂੰ ਦੇਖਿਆ ਹੁੰਦਾ ਉਹਦੇ ਵਿੱਚ ਹੀ ਉਹ ਸਭ ਤੋਂ ਛੋਟੇ ਕੱਪੜੇ ਵਾਲੀਆਂ ਦਿਖਾਈ। ਸੋ ਕਿਉਂ ਅਸੀਂ ਇਸ ਚੀਜ਼ ਨੂੰ ਕਰ ਰਹੇ ਹਾਂ? ਅਸੀਂ ਆਪਣੇ ਆਪ ਨੂੰ ਆਪ ਬਦਲ ਸਕਦੇ ਹਾਂ। ਪਿਤਾ ਕਹੇਗਾ ਤੇ ਅੱਜ ਕੱਲ ਉਹ ਨੂੰ ਬੱਚੀਆਂ ਜਿਹੜੀਆਂ ਨੇ ਸੱਚ ਕਹਿ ਰਹੀਆਂ, ਜਿਵੇਂ ਤੁਸੀਂ ਹੁਣੇ ਕਿਹਾ ਕਿ ਮੈਂ ਸਿੱਧੀ ਔਰ ਸਟੇਟ ਗੱਲ ਕਰਦੀ ਹਾਂ, ਤੇ ਬੇਸ਼ੱਕ ਕਿਸੇ ਨੂੰ ਬੁਰੀ ਲੱਗੇ ਤਾਂ ਮੈਂ ਮਾਫੀ ਚਾਹਾਂਗੀ। ਮੈਂ ਵੀ ਇੱਥੇ ਹੀ ਗੱਲ ਕਹਿੰਦੀ ਹਾਂ ਕਿ ਮੈਂ ਮਾਫੀ ਚਾਹਾਂਗੀ, ਤੇ ਜੇ ਪਿਤਾ ਤੇ ਭਾਈ ਅਗਰ ਕਹਿ ਦਿੰਦਾ ਹੈ ਇਸ ਗੱਲ ਨੂੰ ਤੇ ਉਹ ਗੁੱਸਾ ਕਰ ਲੈਂਦੀ ਹੈ। ਲੇਕਿਨ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਬਾਹਰ ਜਦੋਂ ਨਿਕਲਦੇ ਹਾਂ ਤੇ ਸਾਡੀ ਨਜ਼ਰ ਦੇ ਵਿੱਚ ਕਿਸੇ ਲੜਕੀ ਦੇ ਇੰਨੇ ਛੋਟੇ ਕੱਪੜਿਆਂ 'ਚ ਸਾਡੀ ਸੋਚ ਕਿੱਥੇ ਜਾਂਦੀ ਹੈ, ਤੇ ਅਸੀਂ ਉਹਨੂੰ ਕੀ ਕਮੈਂਟ ਪਾਸ ਕਰ ਜਾਂਦੇ ਹਾਂ, ਜਾਂ ਅਸੀਂ ਉਸ ਦੇ ਬਾਰੇ ਸੋਚ ਕਿਹੋ ਜੀ ਮੰਦਭਾਗੀ ਰੱਖ ਲੈਂਦੇ ਹਾਂ। ਇਸ ਚੀਜ਼ ਨੂੰ ਦੇਖ ਕਰਕੇ ਹੀ ਉਹ ਰੋਕਦੇ, ਤੇ ਜੇ ਉਹ ਰੋਕਦੇ ਨੇ ਤੇ ਸਾਨੂੰ ਜ਼ਰੂਰ ਉਹਨਾਂ ਦੇ ਵੱਲ ਕੋਈ ਵੀਰ ਦੀ ਜਾਂ ਪਿਤਾ ਦੀ ਜਾਂ ਭਾਈ ਦੀ ਕੋਈ ਵੀ ਗੱਲ ਕਹੀ ਹੋਈ, ਸਾਨੂੰ ਉਸ ਵੱਲ ਤਵੱਜੋ ਮੇਰੇ ਖਿਆਲ ਨਾਲ ਜ਼ਰੂਰ ਦੇਣੀ ਚਾਹੀਦੀ ਹੈ। ਤੁਸੀਂ ਇਹ ਸੋਚੋ ਕਿ ਮੈਂ ਵੀ, ਐਸੀ ਕੋਈ ਗੱਲ ਨਹੀਂ ਆਪਾਂ ਵੈਸਟਰਨ ਡਰੈਸ ਪਾਈਆਂ ਜਾਂ ਬਹੁਤ ਮਾਡਰਨ ਡਰੈਸਿਸ ਪਾਈਆਂ ਹੋਈਆਂ ਨੇ, ਉਹ ਪਰਿਵਾਰ ਦੀ ਕਦੇ ਕਦੇ ਮੰਨ ਕੇ ਫੰਕਸ਼ਨਾਂ 'ਚ ਪਾਉਂਦੇ ਹੋਏ ਆ। ਪਰ ਮੈਂ ਇੱਕ ਗੱਲ ਤੁਹਾਨੂੰ ਅੱਜ ਆਪਣੇ ਐਕਸਪੀਰੀਅੰਸ ਦੀ ਦੱਸਣ ਲੱਗੀ ਹਾਂ। ਜਦੋਂ ਮੈਂ ਇਸ ਬਾਣੇ ਦੇ ਵਿੱਚ ਆਈ ਤੇ ਮੇਰੇ ਕਾਫੀ ਪਾਸੇ ਚੰਡੀਗੜ੍ਹ ਜਾਓ ਜਾਂ ਕਿਸੇ ਵੀ ਕੰਟਰੀ 'ਚ ਵੀ ਮੈਂ ਜਾ ਗਈ ਹਾਂ ਧਾਰਮਿਕ ਪ੍ਰੋਗਰਾਮਾਂ ਦੇ ਉੱਤੇ, ਜਾਂ ਪੰਜਾਬ ਸਾਈਡ ਵੀ ਮੈਂ ਜਾਂਦੀ ਸੀ, ਤੇ ਬੀਬੀਆਂ ਬਹੁਤ ਵਾਰੀ ਕਹਿੰਦੀਆਂ ਹੁੰਦੀਆਂ ਸੀ, ਮੈਂ ਆਪਣਾ ਵਡਿਆਈ ਨਹੀਂ ਕਰਨ ਲੱਗੀ ਵੀ ਪਿਕ ਲੈ ਲੈਂਦੀਆਂ ਸੀ। ਮੈਂ ਕਹਿੰਦੀ ਹੁੰਦੀ ਸੀ ਜਿੱਦਾਂ ਤੁਸੀਂ ਚਿੱਟੇ ਕੱਪੜੇ ਪਾਏ ਉਦਾਂ ਦੇ ਤੇ ਮੈਂ ਪਾਏ। ਕਹਿੰਦੀਆਂ ਹੁੰਦੀਆਂ ਸੀ ਬੀਬੀ ਜੀ ਵੀ ਤੁਹਾਡੇ ਇਸ ਬਾਣੇ ਨੂੰ ਦੇਖ ਕੇ ਅਸੀਂ ਆਪਣੇ ਟੇਲਰ ਨੂੰ ਦਿਖਾਣਾ। ਇਸੇ ਤਰੀਕੇ ਦੇ ਨਾਲ ਜਿਹੜੀਆਂ 40 ਲੜਕੀਆਂ ਮੈਂ ਤੁਹਾਨੂੰ ਦੱਸ ਰਹੀ ਹਾਂ ਅੱਜ ਦੀ ਡੇਟ ਤੱਕ ਦੀ 40 ਗਰਲਸ ਜਿਹੜੀਆਂ ਨੇ ਉਹ ਦਸਤਾਰ ਸਜਾ ਚੁੱਕੀਆਂ ਹੋਈਆਂ ਨੇ, ਉਹ ਪਾਇਲਟ ਵੀ ਹੈਗੀਆਂ ਨੇ, ਉਹ ਹਰ ਡਿਪਾਰਟਮੈਂਟ ਦੇ ਅੰਦਰ ਉਹਨਾਂ ਨੂੰ ਯੂਨੀਫਾਰਮ ਦੇ ਵਿੱਚ ਜਾਣਾ ਪੈਂਦਾ ਹੈ, ਪਰ ਉਹ ਛੋਟੀ ਦਸਤਾਰ ਸਜਾਉਂਦੀਆਂ ਨੇ। ਲੇਕਿਨ ਉਹ ਇਸ ਦਸਤਾਰ ਨੂੰ ਦੇਖ ਕੇ ਮਾਣ ਮਹਿਸੂਸ ਕਰਕੇ ਉਹਨਾਂ ਨੇ ਦਸਤਾਰ ਸਜਾਈ, ਗੁਰੂ ਵਾਲੀਆਂ ਬਣੀਆਂ, ਬਾਣੀ ਪੜ੍ਹਦੀਆਂ ਨੇ, ਨਿਤਨੇਮ ਕਰਦੀਆਂ ਨੇ, ਬਾਣੇ ਵਿੱਚ ਰਹਿੰਦੀਆਂ ਨੇ। ਜਦੋਂ ਘਰ ਦੇ ਵਿੱਚ ਹੁੰਦਾ ਤੇ ਉਹ ਬਾਣੇ 'ਚ ਰਹਿੰਦੀਆਂ ਨੇ, ਜਦੋਂ ਉਹ ਗੁਰੂ ਘਰ ਜਾਂਦੀਆਂ ਨੇ, ਕੀਰਤਨ ਕਥਾ 'ਚ ਜਾਂਦੀਆਂ ਨੇ, ਤੇ ਉਹ ਬੜੇ ਹੀ ਸੁੰਦਰ ਬਾਣੇ ਵਿੱਚ ਰਹਿੰਦੀਆਂ ਨੇ। ਤੇ ਫਿਰ ਉਹਦੇ ਵਿੱਚ ਮਾਤਾ ਪਿਤਾ ਦਾ ਵੀ ਸਿਰ ਬਹੁਤ ਉੱਚਾ ਹੁੰਦਾ, ਪਰਿਵਾਰ ਦਾ ਵੀ ਹੁੰਦਾ, ਸਮਾਜ ਦੇ ਵਿੱਚ ਵੀ ਉਹਨਾਂ ਨੂੰ ਇੱਕ ਬੜੇ ਹੀ ਇੱਕ ਚੰਗੇ ਨਜ਼ਰੀਏ ਨਾਲ ਦੇਖਿਆ ਜਾਂਦਾ। ਸੋ ਇਹਨਾਂ ਚੀਜ਼ਾਂ ਨੂੰ ਮੈਨੂੰ ਉਮੀਦ ਹੈ ਕਿ ਜਿੰਨਾ ਤੁਸੀਂ ਇਹ ਉਪਰਾਲਾ ਜਿਹੜਾ ਕਰ ਰਹੇ ਹੋ ਇਸ ਦੇ ਉੱਤੇ, ਤੇ ਅਸੀਂ ਵੱਧ ਤੋਂ ਵੱਧ ਆਪਣੀਆਂ ਬੱਚੀਆਂ ਨੂੰ ਅਸੀਂ ਅੱਛੇ ਸੰਸਕਾਰ ਦੇ ਕਰਕੇ ਔਰ ਅੱਛੇ ਰਸਤੇ ਵਿੱਚ ਲੈ ਕਰਕੇ ਆਈਏ ਕਿ ਉਹ ਆਪਣੇ ਆਪ ਨੂੰ, ਇਹ ਨਹੀਂ ਕਹਿੰਦੀ ਕਿ ਆਪਣੇ ਮਨ ਦੀਆਂ ਜਿਹੜੀਆਂ ਤੁਹਾਡੀਆਂ ਤਮੰਨਾਵਾਂ ਨੇ ਉਹਨਾਂ ਨੂੰ ਖਤਮ ਕਰ ਲਓ, ਤੁਸੀਂ ਆਪਣੇ ਆਪ ਨੂੰ ਦਮ ਘੋਟ ਕੇ ਜੀਣਾ ਸ਼ੁਰੂ ਕਰ ਦਿਓ, ਪਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਆਪ ਸਮਝਾ ਕਰਕੇ ਕਦੇ ਵੀ ਪੂਰਨ ਕੱਪੜਿਆਂ ਦੇ ਵਿੱਚ ਸ਼ੀਸ਼ੇ ਅੱਗੇ ਖੜੇ ਹੋ ਕੇ ਦੇਖੋ, ਆਪਣੇ ਆਪ ਨੂੰ ਇੰਨੀ ਖੁਸ਼ੀ ਮਹਿਸੂਸ ਹੋਏ ਕਿ ਮੈਂ ਜਦੋਂ ਬਾਣਾ ਪਾ ਲੈਂਦੀ ਹਾਂ ਨਾ, ਮੈਂ ਦੱਸ ਨਹੀਂ ਸਕਦੀ, ਉਦੋਂ ਮੇਰੇ ਮਨ ਦੀ ਖੁਸ਼ੀ ਹੀ ਕੁਝ ਹੋਰ ਹੁੰਦੀ ਹੈ। ਸੋ ਕਰਕੇ ਦੇਖੀਏ, ਸ਼ੁਰੂਆਤ ਕਰੀਏ, ਦੂਰ ਪਈਏ, ਉਸ ਚੀਜ਼ ਤੋਂ ਦੂਰ ਜਾਈਏ। ਉਹ ਸਾਡਾ ਕਲਚਰ ਨਹੀਂ ਹੈ, ਉਹ ਸਾਡੀ ਕੌਮ ਦੀ ਇਜਾਜ਼ਤ ਨਹੀਂ ਹੈ, ਸਾਡੇ ਗੁਰੂ ਨੇ ਸਾਨੂੰ ਉਸ ਦੇ ਵਾਸਤੇ ਇਜਾਜ਼ਤ ਨਹੀਂ ਦਿੱਤੀ। ਜੇ ਗੁਰੂ ਘਰ ਜਾਓ, ਮੱਥਾ ਟੇਕਣ ਗਏ ਹੋ, 100 ਮੰਨਤਾਂ ਤੁਸੀਂ ਮੰਨਦੇ ਹੁੰਦੇ ਹੋ, ਪਿੱਛੋਂ ਫੜੀ ਹੋਈ ਕਮੀਜ਼ ਹੁੰਦੀ ਹੈ, ਉਹਨੂੰ ਥੱਲੇ ਕਰੀ ਜਾਂਦੀਆਂ ਨੇ,
ਤਾਂ ਮੱਥਾ ਬਿਲਕੁਲ ਟੇਕਣ ਦੀ ਸਮਝ ਨਹੀਂ ਆਉਂਦੀ ਕਦੋਂ ਆਪਾਂ ਮੱਥਾ ਟੇਕੀਏ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਸਮੇਂ ਨੂੰ, ਜਗ੍ਹਾ ਨੂੰ ਦੇਖ ਕਰਕੇ ਅਸੀਂ ਆਪਣੇ ਪਹਿਰਾਵੇ ਵੱਲ ਤਵੱਜੋ ਦੇ। ਇਹ ਚੀਜ਼ਾਂ ਫॉर द टाइम बीइंग ਹੈਗੀਆਂ, ਫॉर द टाइम बीइंग। ਜਦੋਂ ਥੋੜਾ ਸਮਾਂ ਬੀਤ ਜਾਂਦਾ ਫਿਰ ਆਪਣੇ ਆਪ ਨੂੰ ਵੀ ਇਹੋ ਜੀਆਂ ਜਿਹੜੀਆਂ ਹਰਕਤਾਂ ਕੀਤੀਆਂ ਹੋਈਆਂ ਹੁੰਦੀਆਂ, ਟਿਕਟੌਕ ਤੇ ਦੇਖ ਲਓ ਜਾਂ ਫੇਸਬੁੱਕ ਤੇ ਦੇਖ ਲਓ, ਇਹਨਾਂ ਜਗ੍ਹਾ ਤੇ ਜਦੋਂ ਆਪਣੇ ਆਪ ਨੂੰ ਆਪਾਂ ਥੋੜੇ ਲੰਬੇ ਸਮੇਂ ਤੋਂ ਬਾਅਦ ਦੇਖਦੇ ਹਾਂ, ਆਪਣੇ ਆਪ ਨੂੰ ਸ਼ਰਮਾਣੀ ਮਹਿਸੂਸ ਹੋ ਜਾਂਦੀ ਹੈ ਕਿ ਆਪਾਂ ਇਹ ਗੁਸਤਾਖੀਆਂ ਜਿਹੜੀਆਂ ਨੇ ਉਹ ਕਿਉਂ ਕੀਤੀਆਂ। ਸੋ ਬਿਲਕੁਲ ਕੱਪੜੇ, ਬਿਲकुल ਡਰੈਸ ਪਾਓ, ਲੇਕਿਨ ਸਿਆਣਿਆਂ ਦੀ ਕਹਾਵਤ ਹੈ, ਖਾਓ ਮਨ ਭਾਂਦਾ ਤੇ ਪਾਓ ਜਗ ਭਾਂਦਾ। ਸੋ ਸਮਾਜ ਦੇ ਅੰਦਰ ਆਪਣੇ ਆਪ ਨੂੰ ਇੱਜ਼ਤਦਾਰ ਰੱਖਣ ਵਾਸਤੇ, ਨਜ਼ਰਾਂ 'ਚ ਉੱਚੇ ਉੱਠਣ ਵਾਸਤੇ, ਔਰ ਮੈਂ ਇੱਥੇ ਕਹਾਂਗੀ ਦਿਲ 'ਚ ਜਗ੍ਹਾ ਪਾਉਣ ਦੇ ਵਾਸਤੇ ਤੁਸੀਂ ਆਪਣੇ ਆਪ ਦੇ ਵਿੱਚ ਉਸ ਪਹਿਰਾਵੇ ਨੂੰ ਲੈ ਕੇ ਆਓ। ਇਹ ਨਕਲੀਪਨ ਜਿਹੜਾ ਤੁਸੀਂ ਕਿਹਾ ਉਹ ਵਾਕਈ ਗੱਲ ਹੈ ਕਿ ਨਕਲੀਪਨ ਨੂੰ ਛੱਡ ਕੇ ਅਸਲੀਅਤ ਵਿੱਚ ਆਓ। ਜਦੋਂ ਤੁਸੀਂ ਸੋਹਣੀ ਸੁਨੱਖੇ ਸਿਰ ਤੇ ਤਰੀਕੇ ਦੇ ਨਾਲ ਆਪਣੇ ਸਿਰ ਨੂੰ ਢੱਕਿਆ ਜਾਂ ਆਪਣੇ ਬਦਨ ਨੂੰ ਢੱਕਿਆ ਹੋਏਗਾ, ਉਹੀ ਮਰਦ ਜਿਹੜੇ ਨੇ ਗੰਦੀ ਸੋਚ ਵਾਲੇ ਤੁਹਾਡੀ ਵਾਹ ਕਰਦੇ ਨੇ, ਉਹੀ ਤੁਹਾਨੂੰ ਆਪਣੇ ਦਿਲ 'ਚ ਇੱਜ਼ਤ ਦੇਣਗੇ, ਮਾਣ ਦੇਣਗੇ, ਤੁਹਾਨੂੰ ਹਰ ਤਰੀਕੇ ਦਾ ਸਤਿਕਾਰ ਦੇਣਗੇ। ਸੋ ਕੁਝ ਕੁ ਚੰਦ ਲੋਕਾਂ ਦੇ ਲਈ ਆਪਣੇ ਆਪ ਨੂੰ ਕਦੇ ਵੀ ਇੰਨਾ ਨੀਵਾ ਨਾ ਕਰੋ, ਇੰਨਾ ਹਲਕਾ ਨਾ ਕਰੋ ਕਿ ਥੋੜੇ ਸਮੇਂ ਦੇ ਲਈ ਤੁਹਾਡੀ ਪਿਕ ਆਈ ਤੇ ਚਲੀ ਗਈ ਤੇ ਬਸ ਦਿਮਾਗ 'ਚ ਰਿਮੂਵ ਹੋ ਗਈ। ਦਿਲਾਂ 'ਚ ਜਗ੍ਹਾ ਪਾਈਏ, ਕਿਉਂਕਿ ਕਹਿੰਦੇ ਨੇ ਜਦੋਂ ਦੁਪੱਟਾ ਪਾਏ ਹੋਏ ਸਿੰਘਣੀ ਲੰਘਦੀ ਹੈ ਨਾ, ਤੇ ਉਸ ਵਕਤ ਦੇਖ ਕੇ ਹਰ ਕਿਸੇ ਨੂੰ ਇੱਕ ਮਨ ਦੇ ਅੰਦਰ ਇੱਕ ਡਰ ਪੈਦਾ ਹੁੰਦਾ, ਪ੍ਰਭਾਵ ਪੈਦਾ ਹੁੰਦਾ। ਆਪਣਾ ਪ੍ਰਭਾਵ ਪਾਓ, ਸੋਹਣੇ ਸੁਨੱਖੇ ਢਕੇ ਹੋਏ ਤਨ ਦੇ ਨਾਲ ਪ੍ਰਭਾਵ ਪਏਗਾ। ਨੰਗੇ ਨਾਲ ਤੇ ਜੇ ਅਸੀਂ ਆਪ ਹੀ ਨੰਗੇ ਹੋਗੇ ਤੇ ਅਸੀਂ ਦੂਸਰੇ ਨੂੰ ਕੀ ਕਹਾਂਗੇ, ਉਹਨੂੰ ਅਸੀਂ ਕੁਝ ਕਹਿਣ ਦੇ ਲਾਇਕ ਨਹੀਂ ਰਹਾਂਗੇ ਵੀ ਤੂੰ ਸਾਡੇ ਵੱਲ ਕਿਉਂ ਦੇਖਣਾ, ਕਿਉਂਕਿ ਅਸੀਂ ਦਿਖਾ ਰਹੇ ਹਾਂ ਤੇ ਉਹ ਦੇਖ ਹੀ ਰਹੇਗਾ ਨਾ। ਗੁਨਾਹਗਾਰ ਉਹ ਨਹੀਂ, ਗੁਨਾਹਗਾਰ ਅਸੀਂ ਆਪ ਹੋ ਗਏ। ਬਿਲਕੁਲ ਬਿਲकुल ਧਰਮਿੰਦਰ ਜੀ, ਬਹੁਤ ਸੋਹਣੀਆਂ ਗੱਲਾਂ ਤੁਸੀਂ ਕਰ ਰਹੇ ਹੋ। ਸੋ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਤਾਂ ਹੀ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਵੱਧ ਚੰਗੀ ਤੇ ਵਧੀਆ ਸ਼ਖਸੀਅਤ ਨਹੀਂ ਹੋ ਸਕਦੀ। ਸੋ ਤੁਹਾਡੇ ਇਸ ਵਿਚਾਰ ਨਾਲ ਬਿਲਕੁਲ ਸਹਿਮਤ ਹੈ ਕਿ ਪਹਿਰਾਵਾ ਜਿਹੜਾ ਹੈਗਾ ਨਾ, ਹੱਸਣ ਖੇਡਣ ਮਨ ਕਾ ਚਾਅ, ਹੱਸੋ ਖੇਡੋ, ਪਹਿਰਾਵਾ ਵੀ ਪਾਓ, ਪਹਿਰਾਵਾ ਬੁਰਾ ਨਹੀਂ ਹੈ। ਪੱਛਮੀ ਮੈਂ ਵੀ ਪਾਉਂਦੀ ਆ, ਈਵਨ ਜਿਹੜਾ ਮੈਂ ਹੁਣ ਪਾਇਆ ਇਹ ਵੀ ਸੋਚਿਆ ਜਾਏਗਾ ਵੀ ਇੱਕ ਪੱਛਮੀ ਹੈ, ਵੈਸਟਰਨ ਹੈ, ਲੇਕਿਨ ਵੈਸਟਰਨ ਡਰੈਸਸ ਵੀ ਬਹੁਤ ਸੋਹਣੀਆਂ ਆਉਂਦੀਆਂ ਨੇ। ਪੈਂਟ ਸ਼ਰਟ ਨੇ, ਪੂਰੇ ਬਦਨ ਟਕੀਆਂ ਹੋਈਆਂ, ਲੌਂਗ ਡਰੈਸਸ ਨੇ, ਬਹੁਤ ਸੋਹਣੀਆਂ। ਤੁਸੀਂ ਦੇਖੋ, ਮੈਨੂੰ ਇੱਥੇ ਰਹਿੰਦਿਆਂ ਇੰਨੇ ਸਾਲ ਹੋ ਚੱਲੇ ਆ, ਪਰ ਮੈਂ ਕਦੀ ਕਿਸੇ ਵੀ ਇੱਥੋਂ ਦੀ ਵਾਈਟ ਔਰਤ ਨੂੰ ਆਪਣੇ ਆਪ ਨੂੰ ਐਕਸਪੋਜ਼ ਕਰਦੇ ਨਹੀਂ ਦੇਖਿਆ। ਕਈ ਵਾਰ ਉਹਨਾਂ ਨੇ ਛੋਟੇ ਕੱਪੜੇ ਵੀ ਹੁੰਦੇ ਆ, ਪਰ ਉਹ ਇੰਨੇ ਕੁ ਸੱਭਿਅਕ ਹੁੰਦੇ, ਉਹਨਾਂ ਦੇ ਹਾਵ ਭਾਵ, ਉਹਨਾਂ ਦੀ ਬੋਲੀ, ਕਿ ਉਹਨਾਂ ਦੇ ਚਰਿੱਤਰ ਵੱਲ ਧਿਆਨ ਜਾਂਦਾ ਹੈ, ਉਹਨਾਂ ਦੀ ਬਾਡੀ ਵੱਲ ਕਦੀ ਧਿਆਨ ਨਹੀਂ ਜਾਂਦਾ। ਸਾਡੀਆਂ ਭੈਣਾਂ ਸਿਰਫ ਪਹਿਰਾਵੇ ਨਹੀਂ, ਉਹ ਬਾਡੀ ਲੈਂਗੁਏਜ, ਤੁਸੀਂ ਇੱਕ ਵਾਰੀ ਖੋਲ ਕੇ ਦੇਖੋ ਕੋਈ ਸਾਈਟ, ਬਾਡੀ ਲੈਂਗੁਏਜ ਵੀ ਉਹ ਇਸ ਤਰੀਕੇ ਦੀ ਯੂਜ਼ ਕਰਦੀਆਂ ਨੇ ਕਿ ਸਿਰ ਝੁਕ ਜਾਂਦਾ ਸ਼ਰਮ ਨਾਲ ਕਿ ਅਸੀਂ ਵੀ ਔਰਤਾਂ ਹਾਂ। ਇਸ ਕਰਕੇ ਮੈਂ ਇਹ ਕਹਿੰਦੀ ਕਿ ਹੱਸਣ ਖੇਡਣ ਮਨ ਕਾ ਚਾਓ, ਤੁਸੀਂ ਸੋਸ਼ਲ ਸਾਈਡਾਂ ਤੇ ਮਨ ਪਰਚਾਵਾ ਕਰਦੇ ਹੋ, ਸਟ੍ਰੈਸ ਤੋਂ ਦੂਰ ਹੁੰਦੇ ਹੋ, ਜਾਂ ਕੁਝ ਵੀ ਤੁਸੀਂ ਚੰਗੇ ਕੰਮ ਹੈਗੇ ਨੇ, ਹੱਸੋ ਖੇਡੋ, ਵਧੀਆ ਵਧੀਆ ਵੀਡੀਓ ਬਣਾਓ, ਪਰ ਸੱਭਿਅਕ ਤਰੀਕੇ ਦੇ ਨਾਲ, ਸੱਭਿਅਕ ਪਹਿਰਾਵੇ ਦੇ ਨਾਲ, ਸੱਭਿਅਕ ਬੋਲੀ ਦੇ ਨਾਲ ਆਪਣੀ ਬਾਡੀ ਲੈਂਗੁਏਜ ਨੂੰ ਇਸ ਤਰ੍ਹਾਂ ਦਾ ਰੱਖੋ ਕਿ ਜਿਹੜੇ ਵੀਰ ਭੈਣਾਂ ਕੋਈ ਵੀ ਤੁਹਾਨੂੰ ਬਜ਼ੁਰਗ ਦੇਖ ਰਹੇ ਨੇ, ਉਹਨਾਂ ਨੂੰ ਮਾਣ ਹੋਵੇ ਤੇ ਖੁਸ਼ ਹੋਣ ਤੁਹਾਡੀ ਕਿਊਟਨੈਸ ਤੇ, ਤੁਹਾਡੀ ਸਾਦਗੀ ਤੇ। ਜੇ ਤੁਸੀਂ, ਉਹ ਤੁਹਾਡੇ ਵਾਲੀ ਗੱਲ ਬਿਲਕੁਲ ਸਹੀ ਹੈ ਕਿ ਲੋਕਾਂ ਦੇ ਸਿਰਫ ਲਾਈਕ ਤੇ ਫੋਲੋਵਰਸ ਲਈ, ਗੰਦੇ ਜਿਹੇ ਕਮੈਂਟਾਂ ਦੇ ਲਈ ਤੁਸੀਂ ਆਪਣੀ ਬਾਡੀ ਦਿਖਾ ਰਹੇ ਹੋ। ਮੈਂ ਉਹੋ ਜਿਹੀ ਵੀਡੀਓ ਦੇਖੇ ਨੇ ਸਾਡੀਆਂ ਦੇਸੀ ਭੈਣਾਂ ਦੀਆਂ ਕਿ ਮੈਂ ਅੱਜ ਦੱਸ ਵੀ ਨਹੀਂ ਸਕਦੀ ਸਾਰੇ ਦੇ ਸਾਹਮਣੇ ਕਿ ਕਿਸ ਹੱਦ ਤੱਕ ਚਲੀਆਂ ਗਈਆਂ। ਇਸ ਕਰਕੇ ਮੈਨੂੰ ਬੜੀ ਸ਼ਰਮ ਮਹਿਸੂਸ ਹੋਈ ਤੇ ਮੈਂ ਇਹ ਟੌਪਿਕ ਲਿਆ, ਤੇ ਮੈਂ ਹੁਣ ਵੀ ਇਹ ਨੋਟ ਸਾਰਿਆਂ ਨੂੰ ਕਹਿ ਰਹੀ ਹਾਂ, ਸੁਰਜੀਤ ਵੀਰ ਜੀ, ਨਿਰਮਲ ਜੀ, ਵੀਨਾ ਜੀ, ਜਗਮੋਹਨ ਜੀ, ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਤੇ ਧੰਨਵਾਦ, ਬਹੁਤ ਸਾਰੇ ਸੋਹਣੇ ਤੁਹਾਡੇ ਰਿਸਪੌਂਸ ਦੇਣ ਦਾ। ਤੇ ਇੱਥੇ ਵੀ ਤੁਸੀਂ ਦੇਖੋ, ਆਉਂਦੇ ਪਏ ਲੋਕ ਤੇ ਜਾਂਦੇ ਪਏ, ਕਿਉਂਕਿ ਕੁਝ ਲੋਕਾਂ ਨੂੰ ਇਹ ਬੋਰਿੰਗ ਵਿਸ਼ਾ ਲੱਗਦਾ ਪਿਆ।
मैं अपनी पहले वाली गल तो हजे भी कहमा कि 60% साडे जेड़े पब्लिक है वो साडियां भैणां नूं इह काम करन दी खुल दे रहे ते साडियां भैणां नूं मैं अपन भैणां समझ के धीआं समझ के इस करके रिक्वेस्ट करदी आ कि तुसी अपने आप नूं उन्हां लोकां दे लई 60% लोकां दे लई अपने आप नूं क्यों नज़रां चों गिरांदियां पिओ क्योंकि वो तुहानूं एक्सपोज करदिया देख के बड़ा खुश हुंदे ने बड़े कमेंट करनगे यू आर सो ब्यूटीफुल यू आर सो सैक्सी टोटा ब्ला 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 मैनू इन्हां लफ्जां दे अर्थ भी नहीं सी पता पर हुण जिवें जिवें मैं देखदी हां ते मैनू पता लगदा क्योंकि वाहिगुरू दी किरपा दे नाल कदी भी किसी वीर ने किसी भैन ने मैनू भैन जी तो बगैर किसी ने नहीं बुलाया भावें मैं वैसटर्न पाया भावें मैं कोई हासी खेड वाली वीडियो बनाई है मैंने कई बार इदां हुंदा कि मैं टिकटॉक ते ना कई बार अपने आप को फ्रैश करने दे लई बंदा हासे वाली वीडियो बना दिंदा तां भी ओहदे नीचे वाहिगुरू जदों लिख के आंदा ना तां दरिंदर जी मान के जाना मैनू इन्नी खुशी हुंदी है कि मेरी एक अमेज लोकां दे मनां दे विच देखो किदां दी बन गई भी मैं जो भी जिद्दां दी भी वीडियो बनावां हासन खेडण वाले ओहदे नीचे भी वाहिगुरू लिख दिंदे ये बड़ा वड्डा सन्मान हुंदा साडे औरतां दे लई जदों सानू कोई भैन कह के बुलांदा ਤੁਹਾਡੇ वाली गल बिल्कुल सही है कि वो सोहनी चीज औरत नूं देख के इंसान जिहड़ा सोचदा कि ये मेरी बीवी होवे पर जिहदे बारे वो ये सोचे ना कि ये मेरी भैन होवे जां धी होवे वो औरत वाकई खुश नसीब है ये उस तो वड्डा ਉਹਦੇ ਲਈ कोई शील्ड कोई खजाना अवार्ड नहीं है जिन्नू एक बगाने मुल्क दे बंदे ने बगाने ना जानन वाले बंदे ने भैन जी कह दिता ਤੇ ਅੱਜ ਕੱਲ ਮੇਰੀਆਂ ਜਿਹੜੀਆਂ ਭੈਣਾਂ ਨੇ ਜਿਹਨੂੰ ਭੈਣ ਜੀ ਕਹਿ ਦਿੱਤਾ ਉਹ ਕਹਿੰਦੀਆਂ ਨੇ ਕਿ ਸਾਨੂੰ ਤੁਸੀਂ ਪੁਰਾਣੇ ਜ਼ਮਾਨੇ ਦਾ ਬਣਾ ਦਿੱਤਾ ਮੈਡਮ ਨਹੀਂ ਕਿਹਾ ਬਿਲਕੁਲ ਬਿਲਕੁਲ ਸਾਡੀਆਂ ਬੱਚੀਆਂ ਵੀ ਕਈ ਜਿਹੜੀਆਂ ਹੈਗੇ ਨੇ ਉਹਨਾਂ ਨੂੰ ਕਹੋ ਨਾ ਭਾਈ ਤੁਸੀਂ ਆ ਨਿੱਕੇ ਨਿੱਕੇ ਇੰਨੇ ਕ ਰੁਮਾਲ ਜੇ ਨਹੀਂ ਟੰਗਣੇ ਬਾਡੀ ਦੇ ਉੱਤੇ ਤੇ ਕਹਿਣਗੇ ਤੁਸੀਂ ਤਾਂ ਪੁਰਾਣੀ ਸੋਚ ਵਾਲੇ ਮਾਡਰਨ ਸੋਚ ਜਿਹੜੀ ਇਹ ਨਹੀਂ ਕਹਿੰਦੀ ਕਿ ਤੁਸੀਂ ਬਾਡੀ ਨੂੰ ਨੰਗਾ ਕਰੋ ਕਦੀ ਵੀ ਮੇਰੇ ਜਿਹੜੀ ਇਹੋ ਜੇ ਕਰਦੀਆਂ ਨੇ ਗੱਲ ਫਿਰ ਉਹ ਜਦੋਂ ਰੇਪ ਹੋ ਜਾਂਦਾ ਫਿਰ ਪਿੱਟਦੀਆਂ ਕਿਉਂ ਨੇ ਭੈਣ ਜੀ ਮੇਰੇ ਕੋਲ ਈਮੇਲ ਮੈਂ ਦਿਖਾ ਸਕਦੀ ਹਾਂ ਸਾਰਿਆਂ ਨੂੰ ਮੇਰੇ ਕੋਲ ਕਿਸ ਤਰ੍ਹਾਂ ਦੀ ਨਿਊਜ਼ ਆਉਂਦੀਆਂ ਨੇ ਉਹ ਬੀਬੀਆਂ ਜਿਹੜੀਆਂ ਪਹਿਲੇ ਐਕਸਪੋਜ਼ ਖੁਦ ਕਰਦੀਆਂ ਨੇ ਖੁਦ ਜਾਂਦੀਆਂ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਜਾ ਕੇ ਦੱਸਦੀਆਂ ਹੁੰਦੀਆਂ ਕਿ ਮੇਰੇ ਨਾਲ ਆ ਹੋ ਗਿਆ ਤੁਹਾਨੂੰ ਤੁਸੀਂ ਕੋਈ ਖਿਡੌਣੇ ਹੋ ਤੁਹਾਨੂੰ ਕੋਈ ਚੱਕ ਕੇ ਲੈ ਗਿਆ ਤੁਸੀਂ ਆਪਣੇ ਆਪ ਨੂੰ ਅਰਧ ਨਗਨ ਕੀਤਾ ਆਪਣੇ ਦੇਖੋ ਆਪਾਂ ਬਾਜ਼ਾਰ 'ਚ ਜਾਂਦੇ ਆ ਸਮਾਨ ਪਿਆ ਹੁੰਦਾ ਉਹਦੇ ਵਿੱਚ ਜਿਹੜੀ ਚੀਜ਼ ਆਪਾਂ ਨੂੰ ਆਕਰਸ਼ਿਤ ਕਰਦੀ ਆਪਾਂ ਉਹ ਚੱਕਦੇ ਆ ਕਿ ਨਹੀਂ ਇਸੇ ਤਰ੍ਹਾਂ ਇਹ ਬਾਡੀ ਦਾ ਇਹ ਸਿਸਟਮ ਇੱਕ ਬਣ ਚੁੱਕਿਆ ਹੈ ਕਿ ਨਰ ਮਾਦਾ ਜਿਹੜੇ ਨੇ ਇੱਕ ਦੂਜੇ ਦੇ ਪ੍ਰਤੀ ਆਕਰਸ਼ਿਤ ਹੁੰਦੇ ਤੇ ਤੁਸੀਂ ਜਦੋਂ ਆਪਣੇ ਆਪ ਨੂੰ ਐਕਸਪੋਜ਼ ਕਰੋਗੇ ਉਹ ਨਾ ਚਾਹੁੰਦੇ ਹੋਏ ਭਾਵੇਂ ਤੁਸੀਂ ਕਾਲੇ ਕਲੂਟੇ ਵੀ ਹੋਗੇ ਨਾ ਤੇ ਤੁਸੀਂ ਐਕਸਪੋਜ਼ ਕਰੋਗੇ ਨਾ ਤੇ ਤੁਹਾਨੂੰ ਕਮੈਂਟ ਆਏਗਾ ਸੋ ਸੈਕਸੀ ਉਹ ਜਿਹੜਾ ਵੀ ਸੋ ਸੈਕਸੀ ਦਾ ਕਮੈਂਟ ਕਰ ਰਿਹਾ ਉਹ ਕਮੈਂਟ ਵੇਖ ਕੇ ਮਾਂ ਮੈਂ ਉਹ ਬੱਚੀ ਬੜੀ ਖੁਸ਼ ਹੋਏਗੀ ਕਿ ਮੈਂ ਬੜੀ ਸੈਕਸੀ ਲੱਗਦੀ ਹੈ ਮੈਨੂੰ ਸੈਕਸੀ ਕਿਹਾ ਪਰ ਇਹ ਗੱਲ ਉਹ ਭੁੱਲ ਜਾਂਦੀ ਕਿ ਇਹ ਆਦਮੀ ਨੇ ਤੈਨੂੰ ਸੈਕਸੀ ਕਿਹਾ ਕਿ ਇਹ ਤੈਨੂੰ ਮਾਂ ਭੈਣ ਦੇ ਰੂਪ ਧੀ ਦੇ ਰੂਪ ਚ ਸਵੀਕਾਰ ਕਰ ਸਕਦਾ ਜਾਂ ਤੈਨੂੰ ਆਪਣੇ ਘਰ ਦੀ ਇੱਜ਼ਤ ਬਣਾ ਸਕਦਾ ਕਦੀ ਨਹੀਂ ਇਹ ਗੱਲ ਇਹ ਔਰਤਾਂ ਨੂੰ ਯਾਦ ਰੱਖਣੀ ਪਏਗੀ ਕਿ ਜਿਹੜੇ ਮਰਦ ਤੁਹਾਨੂੰ ਸੈਕਸੀ ਟੋਟਾ ਪਤਾ ਨਹੀਂ ਕਿਵੇਂ ਦੇ ਕਮੈਂਟ ਆਉਂਦੇ ਨੇ ਮੈਨੂੰ ਤਾਂ ਪੂਰਾ ਪਤਾ ਉਹ ਵੀ ਨਹੀਂ ਮੀਨਿੰਗ ਵੀ ਨਹੀਂ ਪਤਾ ਉਹ ਜਿਹੜੇ ਲੋਕ ਨੇ ਕਿ ਤੁਹਾਨੂੰ ਆਪਣੇ ਘਰ ਦੀ ਇੱਜ਼ਤ ਬਣਾਉਣ ਦੇ ਲਈ ਤਿਆਰ ਨੇ ਕਿ ਤੁਹਾਨੂੰ ਆਪਣੀ ਉਹ ਬੇਟੀ ਦਾ ਬਹੂ ਦਾ ਭੈਣ ਦਾ ਰਿਸ਼ਤਾ ਦੇਣ ਨੂੰ ਤਿਆਰ ਨੇ ਨਹੀਂ ਤੁਸੀਂ ਸਿਰਫ ਸੋਸ਼ਲ ਸਾਈਟਾਂ ਜੋਗੀਆਂ ਹੋ ਤੇ ਇਸ ਚੀਜ਼ ਇੱਕ ਗੱਲ ਹੋਰ ਤੁਸੀਂ ਦੇਖੋ ਮੇਰੇ ਵੀਰ ਭਰਾ ਜਿਹੜੇ ਹੈਗੇ मैं टिकटॉक ते भी देखती हाँ फेसबुक ते भी देखा इंस्टाग्राम ते भी देखा ट्वीट किते भी एक्सपोज करते नहीं नजर आने किते भी नंगे हाँ बड़िया सोहनिया वीडियो बनाते हैं ते बड़े उन्होंने फॉलोवर्स लाइक होंगे ने मैं हैरान रहती हाँ कि ये तो कोई बदल नहीं दिखाते पे फिर औरतां ही क्यों हाँ बिल्कुल ठीक क्या क्यों बिल्कुल आदमी अगर बिना अपनी बॉडी दिखाए एक बढ़िया सोहने तरीके का मनोरंजक भी वीडियो बना रहे हैं मैसेज वाली भी बना रहे हैं हासे खेडे वाली बना रहे हैं ओदे लाइक फॉलोवर्स मिलियन ने ते एक औरत सिर्फ नंगी होके क्यों अपने आप नूं फॉलोवर्स लाइक दे काबिल बना रही तुसीं अज देखो जे पब्लिक जांदी है उत्थे ओ उन्हां नूं इज्जत देण नहीं जांदी कहंदे कि मसाला देखण नूं जांदी है
ਉਹ ਤੁਹਾਨੂੰ ਮਸਾਲਾ ਸਮਝ ਰਹੇ ਆ। ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਰੋਲ ਮਾਡਲ ਬਣੋ। ਕੋਈ ਵੀ ਧਰਮ ਹੈ, ਸਾਡਾ ਸਿੱਖ ਧਰਮ ਹੈ, ਸਾਡਾ ਜਾਂ ਹਿੰਦੂ ਧਰਮ ਹੈ, ਮੁਸਲਿਮ ਧਰਮ ਹੈ, ਕੋਈ ਵੀ ਧਰਮ ਹੈ ਨਾ, ਔਰਤ ਦਾ ਦਰਜਾ ਉੱਚਾ ਹੀ ਹੈ। ਔਰਤ ਜਗਤ ਦੀ ਜਨਨੀ ਹੈ, ਇੱਕ ਪੁਰਸ਼ ਨੂੰ ਜਨਮ ਦਿੰਦੀ ਹੈ। ਪੱਛਮੀ ਵੀ ਪਹਿਨੋ, ਵੈਸਟਰਨ ਪਹਿਨੋ, ਸੋਹਣੀ ਪਰਸਨੈਲਿਟੀ ਰੱਖੋ। ਅਸੀਂ ਨਹੀਂ ਕਹਿੰਦੇ ਕਿ ਤੁਸੀਂ ਚੁੰਨੀਆਂ ਦੇ ਘੁੰਡ ਕੱਢ ਕੇ ਰੱਖੋ ਜਾਂ ਤੁਸੀਂ ਦਸਤਾਰ ਸਜਾ ਕੇ ਰੱਖੋ, ਪਰ ਸੋਹਣੇ ਬਣ ਕੇ ਰਹੋ, ਪੂਰੇ ਕੱਪੜਿਆਂ ਦੇ ਵਿੱਚ ਰਹੋ। ਆ ਜਿਹੜੇ ਰੁਮਾਲਾਂ ਜੀਆਂ ਛੋਟੇ ਛੋਟਿਆਂ ਦੇ ਨਾਲ ਉਹ ਬ੍ਰੈਸਟ ਦੇ ਉੱਪਰੋਂ, ਮੈਨੂੰ ਕੋਈ ਸ਼ਰਮ ਨਹੀਂ ਆਉਂਦੀ, ਕਿਉਂਕਿ ਮੈਂ ਕਹਿੰਦੀ ਹਾਂ ਕਿ ਇਹ ਬਾਡੀ ਪਾਰਟ ਨੇ ਤੇ ਇਹਦੇ ਉੱਪਰ ਵਿਚਾਰ ਵਿਮਰਸ਼ ਕਰੇ ਤਾਂ ਖੁੱਲ ਕੇ ਕਰ ਰਹੇ ਆ, ਇਸ ਗੱਲ 'ਚ ਮੈਨੂੰ ਕੋਈ ਸ਼ਰਮ ਨਹੀਂ। ਉਹ ਪਾਰਟੀ 'ਚ ਜਿੱਦਾਂ ਤੁਸੀਂ ਕਿਹਾ ਨਾ, ਗੁਰਦੁਆਰੇ ਜਾਂਦੇ ਉਹ ਕਦੀ ਇੱਧਰ ਨੂੰ ਕਰਨ ਨਹੀਂ ਗਿਆ, ਕਦੀ ਏਦਾਂ ਕਰਦੇ, ਏਦਾਂ ਏਦਾਂ। ਤੇ ਤੁਸੀਂ ਪਾ ਕੇ ਕਿਉਂ ਆਏ ਇਸ ਤਰ੍ਹਾਂ ਦੇ ਕੱਪੜੇ, ਜਦ ਤੁਹਾਨੂੰ ਪਤਾ ਹੈ ਕਿ ਤੁਹਾਡੀ ਜਿਹੜੀ ਚੀਜ਼ ਕਵਰ ਕਰਨ ਵਾਲੀ ਹੈ ਉਹ ਨੰਗੀ ਚੀਜ਼ ਹੋ ਰਹੀ ਹੈ। ਤੇ ਕਦੀ ਤੁਸੀਂ ਆਪਣੀ ਉਹ ਛੋਟੀ ਜਿਹੀ ਨਿੱਕਰ ਪਾ ਕੇ ਨਿਕਲੀਆਂ, ਉਹਨੂੰ ਕਦੀ ਉੱਪਰ ਕਰਦਿਆਂ ਕਦੀ ਨੀਚੇ ਕਰਦਿਆਂ, ਫਿਰ ਤੁਸੀਂ ਕਿਸੇ ਨਾਲ ਨਿਗਾਹ ਮਿਲਾ ਕੇ। ਇੱਕ ਗੱਲ ਬੜੀ ਮੈਂ ਖਾਸ ਤੌਰ ਤੇ ਮੇਰਾ ਆਪਣਾ ਵੀ ਐਕਸਪੀਰੀਅੰਸ ਮੈਂ ਕਹਿੰਦੀ, ਮੈਂ ਦੇਖ ਕੇ ਵੀ ਕਹਿੰਦੇ ਆ ਲੋਕਾਂ ਨੂੰ ਕਿ ਜਦੋਂ ਕੋਈ ਅਜਿਹਾ ਪਹਿਰਾਵਾ ਜਾਂ ਅਜਿਹੀ ਬੋਲੀ ਅਸੀਂ ਇਸਤੇਮਾਲ ਕਰਦੇ ਆ ਨਾ ਜਿਹੜੀ ਨਿੰਦਣਯੋਗ ਹੈ, ਉਹ ਭਾਵੇਂ ਅਸੀਂ ਅੱਖਾਂ ਮਿਲਾ ਕੇ ਨਹੀਂ ਕਰ ਸਕਦੇ। ਗਲਤ ਕੰਮ ਅਗਰ ਕੋਈ ਹੁੰਦਾ ਨਾ, ਉਹ ਕਦੀ ਵੀ ਅੱਖਾਂ ਮਿਲਾ ਕੇ ਨਹੀਂ ਕੀਤਾ, ਆਪਾਂ ਗੱਲ ਨਹੀਂ ਕਰ ਸਕਦੇ ਕਿਸੇ ਨੂੰ। ਅਗਰ ਮੈਂ ਨੰਗਾ ਪਹਿਰਾਵਾ ਪਹਿਨਿਆ ਨਾ, ਮੈਂ ਬੜੀ ਸੋਹਣੀ ਲੱਗਦੀ, ਮੈਂ ਸ਼ੀਸ਼ੇ ਦੇਖ ਕੇ ਮੈਂ ਬੜੀ ਸੋਹਣੀ ਲੱਗਦੀ ਪਈ ਆ। 50 ਬੰਦੇ ਮੈਨੂੰ ਪਾਰਟੀ ਦੇ ਵਿੱਚ ਦੇਖਦੇ ਪਏ ਆ, ਕਹਿੰਦੇ ਬੜੇ ਸੈਕਸੀ ਸੈਕਸੀ, ਪਰ ਕੀ ਤੁਸੀਂ ਉਹਨਾਂ ਦੇ ਨਾਲ ਅੱਖਾਂ ਮਿਲਾ ਕੇ ਗੱਲ ਕਰ ਸਕਦੇ? ਨਹੀਂ, ਕਿਉਂਕਿ ਤੁਹਾਨੂੰ ਖੁਦ ਨੂੰ ਅੰਦਰ ਵਾਲਾ ਜਿਹੜਾ ਮਨ ਹੈ, ਉੱਪਰ ਵਾਲਾ ਦਿਮਾਗ ਭਾਵੇਂ ਤੁਹਾਨੂੰ ਉਹ ਕਹਿ ਰਿਹਾ ਨਾ ਕਿ ਤੁਹਾਨੂੰ ਅੰਦਰ ਵਾਲਾ ਮਨ ਥੋੜਾ ਕਹਿ ਰਿਹਾ 1% ਉਹ ਕਹਿ ਰਿਹਾ ਬੜੇ ਸੋਹਣੇ ਲੱਗਦੇ ਪਏ, ਲੇਕਿਨ ਅੰਦਰ ਜਾ ਕੇ ਅੰਦਰ ਦੀ ਆਵਾਜ਼ ਸੁਣੋਗੇ ਤਾਂ ਤੁਹਾਨੂੰ ਲਾਨਤ ਪਾ ਰਿਹਾ ਹੋਏਗਾ। ਇਹ ਅਜਮਾ ਕੇ ਵੇਖਣ ਵਾਲੀ ਗੱਲ ਹੈ। ਜਿੰਨੀਆਂ ਮੇਰੀ ਭੈਣਾਂ ਇੱਥੇ ਸੁਣਦੀਆਂ ਪਈਆਂ ਨੇ ਜਾਂ ਸੁਣਨ ਨਹੀਂ ਗਈਆਂ, ਅਜਮਾ ਕੇ ਦੇਖ ਲੈਣਾ। ਜੇ ਤੁਸੀਂ ਸਭੇ ਪਹਿਰਾਵਾ ਪਹਿਨਿਆ ਤੇ ਤੁਸੀਂ ਅੰਦਰਲੇ ਮਨ ਦੇ ਨਾਲ, ਬਾਹਰਲੇ ਮਨ ਦੇ ਨਾਲ, ਦਿਮਾਗ ਦੇ ਨਾਲ ਵੀ ਖੁਸ਼ ਹੋ। ਲੇਕਿਨ ਅਗਰ ਤੁਸੀਂ ਅੱਧ ਨੰਗਾ ਪਹਿਰਾਵਾ ਬਣ ਕੇ ਆਪਣੇ ਆਪ ਨੂੰ ਮਾਡਰਨ ਕਹਾਂਦੀਆਂ ਪਾਰਟੀ 'ਚ ਐਂਟਰ ਹੋ ਗਈਆਂ, ਗੁਰਦੁਆਰੇ ਐਂਟਰ ਹੋ ਗਈਆਂ ਜਾਂ ਪਬਲਿਕ 'ਚ ਐਂਟਰ ਹੋ ਗਈਆਂ ਨਾ, ਤੁਸੀਂ ਆਪਣੇ ਆਪ ਨੂੰ, ਤੁਹਾਨੂੰ ਲੱਗਦਾ ਪਿਆ ਕਿ ਤੁਸੀਂ ਸੋਹਣੇ, ਲੇਕਿਨ ਤੁਹਾਡਾ ਅੰਦਰਲਾ ਮਨ ਅੰਦਰ ਝਾਕ ਲੈਣਾ, ਅੰਦਰ ਇੱਕ ਵਾਰੀ ਝਾਤ ਲੈਣਾ, ਇਹ ਤੁਹਾਨੂੰ ਲਾਨਤ ਪਾ ਰਿਹਾ ਹੋਏਗਾ ਕਿ ਬਾਰ-ਬਾਰ ਏਦਾਂ ਕਰਦੀਆਂ, ਉੱਪਰ ਕਰਦੀਆਂ, ਨੀਚੇ ਕਰਦੀ, ਪਾ ਕੇ ਕਿਉਂ ਆਈ ਸੀ। ਸੋ ਇਹਨਾਂ ਚੀਜ਼ਾਂ ਨੂੰ ਨੋਟਿਸ ਕਰਨਾ ਚਾਹੀਦਾ ਕਿ ਅਸੀਂ ਨਾਲੇ ਤੁਸੀਂ ਇਤਿਹਾਸ ਨੂੰ ਚੁੱਕ ਕੇ ਦੇਖ ਲਓ, ਕਿਸੇ ਵੀ ਇਤਿਹਾਸ ਦੇ ਵਿੱਚ, ਚਾਹੇ ਕਿਸੇ ਧਰਮ ਦਾ ਹੈ, ਚਾਹੇ ਕਿਸੇ ਸਟੇਟ ਦਾ, ਕਿਸੇ ਕੰਟਰੀ ਦਾ ਇਤਿਹਾਸ ਨੂੰ ਚੁੱਕ ਕੇ ਦੇਖ ਲਓ, ਹਰ ਕਾਮਯਾਬ ਔਰਤ ਜਿਹੜੀ ਹੈ ਉਸਨੇ ਆਪਣੇ ਕੰਮਾਂ ਨਾਲ ਕਾਮਯਾਬੀ ਪਾਈ ਹੈ, ਨਾ ਕਿ ਆਪਣੇ ਨੰਗੇਜ ਨਾਲ ਕਾਮਯਾਬੀ ਪਾਈ। ਬਿਲਕੁਲ ਭੈਣ ਜੀ, ਸਾਡੇ ਕੋਲ ਪਿਛਲੇ ਮਹੀਨੇ ਹੀ USA ਦੀ ਪਹਿਲੀ ਸਿੱਖ ਮੇਅਰ ਆਈ ਸੀਗੀ, ਕੀ ਨਾਮ ਹੈ, ਬੀਬੀ ਬੌਬੀ ਸਿੰਘ ਅਲੀ, ਕੈਲੀਫੋਰਨੀਆ ਤੋਂ। ਲਾਸਟ ਮੰਥ ਹੀ ਇੱਕ ਬੁੱਕ ਲਾਂਚਿੰਗ ਪ੍ਰੋਗਰਾਮ ਸੀਗਾ, ਉੱਥੇ ਆਏ ਸੀਗੇ। ਤੇ ਦੇਖੋ ਤੁਸੀਂ, ਉਹ USA ਦੀ, ਯੂਨਾਈਟਿਡ ਸਟੇਟ ਦੀ ਪਹਿਲੀ ਸਿੱਖ ਮੇਅਰ ਬੀਬੀ, ਉਹਦੀ ਮੈਰਿਜ ਵੀ ਇੱਕ ਵੈਸਟਰਨ ਨਾਲ, ਵਾਈਟ ਨਾਲ ਹੋਈ ਹੈ, ਲੇਕਿਨ ਉਸ ਬੀਬੀ ਦਾ ਪਹਿਰਾਵਾ ਤੁਸੀਂ ਦੇਖੋ, ਗ੍ਰੀਨ ਕਲਰ ਦੀ ਬੜੀ ਸੋਹਣੀ ਪੂਰੀ ਸਾਬਤ ਸੂਰਤ ਡਰੈਸ ਦੇ ਵਿੱਚ ਆਈ ਤੇ ਵਾਹਿਗੁਰੂ ਜੀ ਦੇ ਜੈਕਾਰੇ ਦੇ ਨਾਲ ਉਹਨੇ ਆਪਣੀ ਸਪੀਚ ਦੀ ਜਿਹੜੀ ਸੀ ਉਹ ਸ਼ੁਰੂਆਤ ਕੀਤੀ। ਹਾਂਜੀ ਹਾਂਜੀ, ਉਹ ਸਾਰੇ ਲੋਕ ਉਹਨੂੰ ਮੰਨਦੇ ਕਿ ਪਹਿਲੀ ਮੇਅਰ, ਸਿੱਖ ਮੇਅਰ ਬੀਬੀ। ਕਿੰਨੀ ਪ੍ਰਾਊਡ ਵਾਲੀ ਗੱਲ ਹੈ ਕਿ ਉਹਨੇ ਬਦਨ ਦਿਖਾਇਆ। ਉਹ ਤਾਂ ਲੱਖਾਂ ਲੋਕਾਂ ਦੀ ਚਾਹਤ ਹੈ ਨਾ, ਕਿ ਲੱਖਾਂ ਲੋਕਾਂ ਦਾ ਰੋਲ ਮਾਡਲ ਹੈ। ਸੋ ਜਿਵੇਂ ਤੁਹਾਡੇ ਕਹਿਣ ਮੁਤਾਬਕ ਵੀ ਮੇਰੇ ਵੀ ਉਹੀ ਵਿਚਾਰ ਨੇ ਕਿ ਸਾਡੇ ਵਿੱਚ ਸਾਹਮਣੇ ਬੜੀਆਂ ਮਿਸਾਲਾਂ ਨੇ ਜਿਹੜੀਆਂ ਬੀਬੀਆਂ ਨੇ ਸਭਿਅਕ ਤਰੀਕੇ ਦੇ ਨਾਲ, ਸੋਹਣੇ ਆਚਾਰ ਵਿਹਾਰ ਦੇ ਨਾਲ ਦੁਨੀਆ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੈ। ਇਹ ਜਿਹੜੀ ਵਰਚੁਅਲ ਦੁਨੀਆ ਹੈ ਨਾ, ਇਹ ਵਰਚੁਅਲ ਦੁਨੀਆ ਹੀ ਹੈ। ਅੱਜ ਆਪਾਂ ਸੋਚਦੇ ਆ, ਮੇਰੇ ਕੋਲ ਇਸ ਸਮੇਂ ਘੱਟ ਤੋਂ ਘੱਟ 35-40 ਹਜ਼ਾਰ ਦੇ ਕਰੀਬ ਪਬਲਿਕ ਹੈ, ਮੇਰੇ ਜਿੰਨੇ ਅਕਾਊਂਟ ਨੇ ਸਾਰੇ। ਮੈਨੂੰ ਕੋਈ ਦੁੱਖ ਤਕਲੀਫ ਪੈਂਦਾ ਹੈ, ਕੁਝ ਹੁੰਦਾ ਹੈ, ਇਹ ਸਾਰੇ ਮੇਰੇ ਕੋਲ ਆਣਗੇ, ਇਹ ਸਾਰੇ ਮੈਨੂੰ ਪੁੱਛਣਗੇ। ਮੈਂ ਮਨ ਨਾ ਕਹਿੰਦੀ ਕਿ ਮੇਰੇ ਇੰਨੇ ਫਾਲੋਵਰਸ ਹੋ ਗਏ, ਲਾਈਕ ਹੋ ਗਏ, ਇਹ ਸਾਰੇ ਮੈਨੂੰ ਆ ਕੇ ਕਹਿਣਗੇ ਕਿ ਇਹ ਤਾਂ ਵਰਚੁਅਲ ਹੀ ਰਹਿਣੇ, ਇਹ ਰੀਅਲ ਲੱਗਦੇ ਆ।
ਰੀਅਲ ਲੱਗਦੇ ਆ। ਤੇ ਇਹ ਰੀਅਲ ਜਿਹੜੇ ਤਰੀਕੇ ਅਗਰ ਤੁਸੀਂ ਚੰਗੇ ਤਰੀਕੇ ਨਾਲ ਇਹਨਾਂ ਨੂੰ ਰੀਅਲ ਵਰਚੁਅਲ ਨੂੰ ਰੀਅਲ ਚ ਬਦਲ ਲੋਗੇ ਨਾ, ਸੋਹਣੀ ਬੋਲੀ ਭਾਸ਼ਾ ਦੇ ਨਾਲ, ਤੇ ਇਹ ਤੁਹਾਡੇ ਸਕੇ ਭੈਣ ਭਰਾ ਬਣ ਜਾਣਗੇ। ਨਹੀਂ ਜੇ ਤੁਸੀਂ ਇਹਦਾ ਨੰਗਨਤਾ ਦਾ ਪ੍ਰਦਰਸ਼ਨ ਕਰੋਗੇ ਨਾ, ਇਹ ਵਰਚੁਅਲ ਰਹਿਣੇ ਨੇ, ਤੁਹਾਡੇ ਤੇ ਦੁੱਖ ਤਕਲੀਫ ਕੋਈ ਘੜੀ ਆਣੀ ਹੈ ਨਾ, ਇਹਨਾਂ ਦੇ ਨਾਲ ਨਹੀਂ ਖਲੋਣਾ ਤੁਹਾਡੇ। ਸਿਰਫ ਦੇਖਣ ਆਉਂਦੇ ਆ ਸ਼ੋਅ ਵਿੱਚ, ਸ਼ੋਕੇਸ ਚ ਰੱਖੀ ਚੀਜ਼ ਨੂੰ ਆਪਾਂ ਦੇਖਦੇ ਆ, ਇਦਾਂ ਹੀ ਤੁਸੀਂ ਸ਼ੋਕੇਸ ਵਿੱਚ ਸਜੀਆਂ ਹੋਈਆਂ ਹੋ। ਸੋ ਮੈਂ ਦਰਵਿੰਦਰ ਕੌਰ ਜੀ, ਮੈਂ ਇਹ ਕਹਿੰਦੀ ਆ ਕਿ ਮੈਂ ਜਿਹੜੇ ਪੁਰਸ਼ ਨੇ, ਆਪਾਂ ਕਹਿੰਦੇ ਤਾਂ ਹੈਗੇ ਪੁਰਸ਼ ਜਿਹੜੇ ਹੈਗੇ ਨੇ ਉਹ ਜ਼ਿੰਮੇਵਾਰ ਨੇ, ਪਰ ਹਾਂ ਉਹ ਜ਼ਿੰਮੇਵਾਰ ਨਹੀਂ ਕਿਉਂਕਿ ਉਹ ਦੇਖਦੇ ਨੇ, ਪਰ ਦੇਖੋ ਲੇਕਿਨ ਉਹ ਖੁਦ ਕਦੀ ਵੀ ਅੰਗ ਪ੍ਰਦਰਸ਼ਨ ਵੱਲ ਨਹੀਂ ਜਾਂਦੇ। ਘਰਾਂ ਦੇ ਘਰ ਟੁੱਟ ਰਹੇ ਨੇ, ਆਪਣੀ ਗੱਲਬਾਤ ਹੋ ਰਹੀ ਸੀ ਇਸੇ ਵਿਸ਼ੇ ਤੇ, ਘਰਾਂ ਦੇ ਘਰ ਟੁੱਟ ਰਹੇ ਨੇ। ਅੱਗੇ ਕੀ ਹੁੰਦਾ ਸੀ, ਅਸੀਂ ਆਪਣੇ ਪੇਰੈਂਟਸ ਦੀ ਗੱਲ ਕਰਦੇ ਹਾਂ, ਮੇਰੇ ਫਾਦਰ ਸਾਹਿਬ ਐਡੇ ਸੋਹਣੇ ਸੀ ਕਿ ਹੱਥ ਲਾਏ ਤੇ ਮੈਲੇ ਹੁੰਦੇ ਸੀ, ਬਹੁਤ ਖੂਬਸੂਰਤ ਉਹਨਾਂ ਦਾ ਜਿਹੜੀ ਸ਼ਖਸੀਅਤ ਸੀ, ਉਹ ਇੱਕ ਰੱਬੀ ਰੂਪ, ਚਿਹਰਾ ਨੂਰਾਨੀ ਉਹਨਾਂ ਦਾ, ਅੱਖਾਂ ਬਿੱਲੀਆਂ ਤੇ ਗੋਰੇ ਚਿੱਟੇ ਸੋਹਣੇ ਸੁਨੱਖੇ ਲੰਮੇ। ਤੇ ਮੇਰੇ ਮਾਤਾ ਜੀ ਸਾਵਲੇ ਰੰਗ, ਉਹ ਸਾਵਲੇ ਰੰਗ ਦੇ, ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀਗਾ, ਲੇਕਿਨ ਉਹਨਾਂ ਦਾ ਜਿਹੜਾ ਪਿਆਰ ਸੀਗਾ, ਉਹਨਾਂ ਦਾ ਆਪਸੀ ਜਿਹੜਾ ਹੈਗਾ ਸੀਗਾ, ਆਪਸ ਵਿੱਚ ਆਚਾਰ ਵਿਹਾਰ ਕਾਬਲੇ ਤਾਰੀਫ ਸੀਗਾ, ਭਾਵੇਂ ਅਸੀਂ ਬਚਪਨ ਵਿੱਚ ਆਪਣੇ ਬਾਪ ਨੂੰ ਖੋ ਦਿੱਤਾ। ਏਦਾਂ ਹੀ ਮੈਂ ਕਈ ਹੋਰ ਰਿਸ਼ਤੇ ਦੇਖੇ ਨੇ ਕਿ ਜਿਹੜੇ ਜੁਗੋ ਜੁਗੀ ਨਿਭੇ, ਆਪਸ ਵਿੱਚ ਡਿਫਰੈਂਸ ਹੁੰਦੇ। ਅੱਜ ਕੱਲ ਦੇ ਬੱਚਿਆਂ ਦੀ ਜਿਹੜੀ ਸ਼ਾਦੀ ਹੈ 2 ਮਹੀਨੇ 6 ਮਹੀਨੇ 8 ਮਹੀਨੇ ਸਾਲ, 1 ਸਾਲ ਜਿਹੜੀ ਸ਼ਾਦੀ ਨਿਭ ਗਈ ਹੈ, ਵਿਆਹ ਮੈਰਿਜ ਨਿਭ ਗਈ ਹੈ, ਉਹ ਬੜੀ ਵੱਡੀ ਗੱਲ ਹੈ। ਅੱਜ ਕੱਲ ਦੇ ਬੱਚੇ, ਕੱਲ ਵਿਆਹ ਹੋਇਆ ਸੀ, ਅੱਜ ਉਹ ਤਲਾਕ ਤੱਕ ਪਹੁੰਚੇ। ਪੇਸ਼ੈਂਸ, ਔਰ ਇਸ ਦੇ ਵਿੱਚ ਔਰਤਾਂ ਸਭ ਤੋਂ ਵੱਧ ਜ਼ਿਆਦਾ ਜ਼ਿੰਮੇਦਾਰ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ, ਕਿਉਂਕਿ ਉਹਨਾਂ ਦੇ ਵਿੱਚ ਸਬਰ ਨਹੀਂ ਹੈ। ਉਹ ਫੋਲੋਵਰਸ ਲਾਈਕ ਸੋਸ਼ਲ ਸਾਈਟ ਦੀ ਦੁਨੀਆ ਦੇ ਵਿੱਚ ਢਲ ਕੇ, ਬਾਹਰੋਂ ਕੋਈ ਸੋਸ਼ਲ ਵਾਲਾ ਬੰਦਾ ਉਹਨੂੰ ਵਿਚਾਰੀ ਨੂੰ 2 ਲਫ਼ਜ਼ ਵਿਚਾਰੀ ਕਹਿ ਦਿੰਦਾ ਤਾਂ ਉਹ ਉਧਰ ਹੀ ਢਲ ਜਾਂਦੀ। ਬਿਲਕੁਲ ਠੀਕ ਹੈ ਨਾ ਜੀ। ਸੋ ਮੈਂ ਤੁਸੀਂ ਵੀ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੇ ਘਰ ਟੁੱਟ ਰਹੇ ਨੇ ਉਹ ਸਾਡੇ ਆਪਣੀ ਔਰਤਾਂ ਦੀ ਵਜ੍ਹਾ ਨਾਲ ਟੁੱਟ ਰਹੇ ਨੇ। ਜਿੱਥੇ 10 ਦੇ ਵਿੱਚੋਂ 4% ਮੇਰੇ ਵੀਰ ਜ਼ਿੰਮੇਵਾਰ ਹੋਣਗੇ, 6% ਜਾਂ 7 ਹੀ ਕਹਿ ਸਕਦੇ ਜਿਹੜੀਆਂ ਸਾਡੀਆਂ ਭੈਣਾਂ ਜ਼ਿੰਮੇਵਾਰ ਨੇ, ਜਿਨ੍ਹਾਂ ਦੇ ਵਿੱਚ ਸਬਰ ਸੰਤੋਖ ਨਹੀਂ, ਜਿਹੜੀ ਇਹ ਵਰਚੁਅਲ ਦੁਨੀਆ ਲਈ, ਇਹ ਸੋਸ਼ਲ ਦੁਨੀਆ ਲਈ, ਇਹ ਜਿਹੜੀ ਝੂਠੀ ਦੁਨੀਆ ਦੇ ਲਈ ਉਹਨਾਂ ਦੀ ਵਾਹ ਲੈ ਕੇ, ਉਹਨਾਂ ਦੀ ਸਹਾਨੁਭੂਤੀ ਲੈ ਕੇ ਆਪਣੇ ਘਰ ਪਰਿਵਾਰ ਨੂੰ ਤੋੜ ਦਿੰਦੀਆਂ। ਤੁਸੀਂ ਇਸ ਬਾਰੇ ਕੀ ਕਹੋਗੇ? ਆਪਾਂ ਕੱਲ ਇਹਦੇ ਬਾਰੇ ਗੱਲ ਵੀ ਕਰ ਰਹੇ ਸੀਗੇ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਆਪਾਂ ਨੂੰ ਇੱਕ ਅੱਜ ਦੀ ਜਿਹੜੀ ਤਲਾਕ ਦੀ ਰੇਸ਼ੋ, ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਹਾਂ ਕਿ 65% ਸਾਡੀ ਜਾ ਚੁੱਕੀ ਹੋਈ ਹੈ। ਸੋ ਇਹਦੇ ਵਿੱਚ ਮਰਦਾਂ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ, ਮਾਂ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ। ਸਾਡੇ ਮਾਤਾ ਪਿਤਾ ਜਦੋਂ ਅਸੀਂ ਸਮੇਂ 'ਚ ਵਿਆਹੇ ਸੀ, ਮੇਰੀ ਵੀ ਉਮਰ 54 ਸਾਲ ਦੇ ਕਰੀਬ ਹੋ ਚੁੱਕੀ ਆ, ਜਦੋਂ ਅਸੀਂ ਵਿਆਹੇ ਸੀ ਸਾਡੇ ਮਾਤਾ ਪਿਤਾ ਨੇ ਇੱਕੋ ਗੱਲ ਸਾਡੇ ਕੰਨ ਦੇ ਵਿੱਚ ਜਦੋਂ ਡੋਲੀ 'ਚ ਬਿਠਾਏ ਕੇ ਸੀ ਵੀ ਜਿੱਥੇ ਡੋਲੀ ਜਾ ਰਹੀ ਉੱਥੋਂ ਆਰਤੀ ਆਏ। ਅੱਜ ਦੀਆਂ ਮਾਵਾਂ ਜਿਹੜੀਆਂ ਨੇ ਉਹ ਇਹ ਗੱਲ ਕਹਿੰਦੀਆਂ, ਤੈਨੂੰ ਕੁਝ ਕਿਹਾ ਨਹੀਂ, ਤੂੰ ਫਟ ਮੈਨੂੰ ਫੋਨ ਕਰੀ। ਇਹਨਾਂ ਫੋਨਾਂ ਨੇ ਇੰਨਾ ਮੈਂ ਕਹਿ ਦੇਵਾਂ ਪੰਜਾਬੀ ਭਾਸ਼ਾ ਦੇ ਵਿੱਚ ਲਫ਼ਜ਼ ਬਹੁਤ ਗੰਦੇ ਨੇ ਕਿ ਮੁਸੀਬਤ ਹੀ ਪਾਈ ਹੋਈ ਹੈ ਕਿ ਹਰ 10 ਮਿੰਟ ਦੇ ਬਾਅਦ ਜਿਹੜਾ ਹੈ ਉਹ ਫੋਨ ਕਰਕੇ ਖੜਕਾ ਕੇ ਕਹਿਣਾ ਮੈਂ ਇਹ ਖਾਦਾ ਤੇ ਮੈਂ ਇਹ ਪੀਤਾ। ਜਿਸ ਮਾਂ ਨੇ ਆਪਣੀ ਬੱਚੀ ਨੂੰ ਬਚਪਨ ਤੋਂ ਹੀ ਸੰਸਕਾਰ ਦੇ ਦਿੱਤਾ, ਠੀਕ ਹੈ। ਮੈਂ ਇੱਕ ਆਪਣੇ ਘਰੇਲੂ ਗੱਲ ਤੁਹਾਨੂੰ ਦੱਸਣ ਲੱਗੀ ਹਾਂ, ਜਿਹੜੀ ਦੱਸਣੀ ਨਹੀਂ ਚਾਹੀਦੀ ਪਰ ਫਿਰ ਵੀ ਮੈਂ ਦੱਸਣ ਲੱਗੀ ਹਾਂ ਕਿ ਮੈਂ ਵੀ ਇੱਕ ਹਮੇਸ਼ਾ ਸਾਨੂੰ ਇਹ ਸੋਚ ਲੈਣੀ ਹੈ ਕਿ ਮੈਂ ਇੱਕ ਅੱਛੀ ਬੇਟੀ ਬਣਾ, ਮੈਂ ਇੱਕ ਅੱਛੀ ਬਹੂ ਬਣਾ, ਮੈਂ ਇੱਕ ਅੱਛੀ ਮਾਂ ਬਣਾ, ਇੱਕ ਅੱਛੀ ਪਤਨੀ ਬਣਾ, ਫਿਰ ਹੀ ਮੇਰਾ ਜੀਵਨ ਸਫਲ ਹੈ। ਸੋ ਮੇਰੀ ਵੀ ਇੱਕ ਬੱਚੀ ਆ, ਮੈਂ ਇੱਕੋ ਗੱਲ ਉਹਨੂੰ ਹਮੇਸ਼ਾ ਜਦੋਂ ਵੀ ਕੋਈ ਗੱਲ ਹੋਏ ਤਾਂ ਕਹੀਏ ਕਿ ਜਦ ਤੱਕ ਤੇਰੀ ਜਾਨ ਤੇ ਬਣ ਕੇ ਨਾ ਆਈ ਤਦ ਤੱਕ ਤੂੰ ਮੇਰੇ ਨਾਲ ਕੋਈ ਵੀ ਮੇਰੇ ਘਰ 'ਚ ਐਸਾ ਕਦਮ ਨਹੀਂ ਰੱਖਣਾ। ਜਦ ਦਿਨ ਤੇਰੀ ਜਾਨ ਤੇ ਬਣ ਕੇ ਆਈ ਉਸ ਦਿਨ ਮੈਂ ਤੇਰੇ ਪਿੱਠ ਤੇ ਪਿੱਛੇ ਖੜੀ ਹਾਂ, ਮੈਂ ਉਹਨਾਂ ਦੀ ਇੱਟ ਨਾਲ ਇੱਟ ਖੜਕਾ ਦਾਂਗੀ। ਭਾਵੇਂ ਮੈਂ ਕਹਾਂਗੀ ਕਿ ਮੇਰੇ ਪਰਿਵਾਰ ਦੇ ਵਿੱਚ ਸੱਚੇ ਪਾਤਸ਼ਾਹ ਦੀ ਇੰਨੀ ਮਿਹਰ ਹੈ, ਇੰਨੀ ਕਿਰਪਾ ਕਿ ਮੇਰਾ ਜਵਾਈ ਰਾਜਾ ਬਹੁਤ ਗੁਰੂ ਦੀ ਕਿਰਪਾ ਸਦਕਾ ਕਿ ਸੰਸਕਾਰ ਵਾਲਾ ਹੈ। ਘਰ ਪਰਿਵਾਰ, ਮੇਰੀ ਬੱਚੀ ਸੰਸਕਾਰ ਵਾਲੀ ਸੀ, ਅੱਗੋਂ ਵੀ ਪਰਿਵਾਰ ਬਹੁਤ ਅੱਛਾ ਮਿਲਿਆ।
ਸੋ ਉਸਨੇ ਹਰ ਕਦਮ ਦੇ ਵਿੱਚ ਐਡਜਸਟ ਕਰਨਾ ਸਿੱਖਿਆ ਹੋਇਆ ਸੀ ਤੇ ਉਹਨੇ ਐਡਜਸਟ ਕੀਤਾ। ਮੈਨੂੰ ਕਦੇ ਵੀ ਇਹੋ ਜਿਹੀ ਦਿੱਕਤ ਦਾ ਸਾਹਮਣਾ ਕਦੇ ਕਰਨਾ ਨਹੀਂ ਪਿਆ। ਇਸੇ ਤਰੀਕੇ ਨਾਲ ਮਾਂ ਦਾ ਇੱਕ ਬਹੁਤ ਵੱਡਾ ਰੋਲ ਹੈ। ਇੱਕ ਮੇਰੇ ਨਾਲ SHO ਫੇਸਬੁੱਕ ਤੇ ਹੈਗੇ ਨੇ, ਉਹਨਾਂ ਨੇ ਵੀ ਇੱਕ ਮੁਹਿੰਮ ਚਲਾਈ ਹੈ ਕਿ ਜਿਸ ਜਗ੍ਹਾ ਦੇ ਉੱਤੇ ਮਾਂ ਆਪਣਾ ਰੋਲ ਇਹੋ ਜਿਹਾ ਅਦਾ ਕਰੇਗੀ, ਬੱਚੀ ਨੂੰ ਜਿਹੜੇ ਆ ਸੰਸਕਾਰ ਨਹੀਂ ਸਿਖਾਏ, ਤੁਸੀਂ ਜੇ ਸਿਖਾਏ ਨੇ ਤੇ ਮੈਨੂੰ ਲੱਗਦਾ ਕਿ ਬਹੁਤ ਅੱਧਾ ਕੰਮ ਤੇ ਤੁਸੀਂ ਉੱਥੇ ਉਹਨੂੰ ਵਸਣ ਦਾ ਤਰੀਕਾ ਦੱਸ ਕੇ ਭੇਜਿਆ ਤੇ ਕੰਮ ਹੋ ਗਿਆ ਖਤਮ। ਅੱਧਾ ਕੰਮ ਤੇ ਉੱਥੇ ਹੀ ਖਤਮ ਹੋ ਗਿਆ। ਫਿਰ ਉਹ ਸਹੁਰੇ ਘਰ ਜਦੋਂ ਆਉਂਦੀ ਹੈ ਤੇ ਫਿਰ ਕਿਤੇ ਨਾ ਕਿਤੇ ਮੈਂ ਇਹ ਨਹੀਂ ਕਵਾਂਗੀ ਕਿ ਸਾਰੀ ਗਲਤੀ ਨੂੰਹ ਦੀ ਹੁੰਦੀ, ਕਿਤੇ ਸੱਸ ਦੀ ਵੀ ਹੁੰਦੀ। ਐਡਜਸਟ ਕਰਦਿਆਂ ਸਮਾਂ ਲੱਗ ਜਾਂਦਾ। ਸੋ ਸੱਸ ਜਿਹੜੀ ਹੈ ਉਹ ਵੀ ਸਮਝੇ ਕਿ ਮੇਰੀ ਧੀ ਜੇ ਗਈ ਹੈ ਤਾਂ ਇੱਕ ਇਹ ਆਈ ਹੈ, ਠੀਕ ਹੈ। ਤੇ ਜਿਸ ਤਰ੍ਹਾਂ ਮੈਂ ਆਪਣੀ ਬੱਚੀ ਨੂੰ ਹਰ ਕਦਮ ਦੇ ਉੱਤੇ ਤੁਰਨਾ ਸਿਖਾਇਆ, ਬਣਾਉਣਾ ਸਿਖਾਇਆ, ਪਹਿਨਾਣਾ ਸਿਖਾਇਆ, ਇਸੇ ਤਰੀਕੇ ਮੈਂ ਸੱਚੀ ਦੱਸਾਂ, ਮੈਂ ਆਪਣਾ ਪ੍ਰੈਕਟੀਕਲ ਤੁਹਾਨੂੰ ਦੱਸ ਰਹੀ ਹਾਂ ਇਹ ਗੱਲਾਂ ਦਾ, ਉਹ ਕਿ ਮੈਂ ਇਹ ਸੋਚ ਕੇ ਹਮੇਸ਼ਾ ਆਪਣੀ ਬਹੂ, ਮੇਰੀਆਂ 2 ਬਹੂਆਂ ਨੇ, ਤੇ ਮੈਂ ਹਮੇਸ਼ਾ ਆਪਣੀ ਬਹੂ ਨੇ ਇਹ ਕਹਿੰਦੀ ਆ ਕਿ ਬੱਚੇ ਜੇ ਤੇਰੇ ਘਰ ਕੱਲ ਬੱਚੀ ਹੋਗੀ, ਜੇ ਤੇਰੇ ਪੱਲੇ ਕੱਖ ਨਾ ਹੋਇਆ ਤਾਂ ਉਹਨੂੰ ਕੀ ਦੇਂਗੀ? ਠੀਕ ਹੈ ਨਾ। ਸੋ ਤੂੰ ਜੋ ਕੁਛ ਮਾਤਾ ਪਿਤਾ ਕੋਲੋਂ ਲੈ ਆਈ ਹੈ ਬਹੁਤ ਹੈ, ਕੁਛ ਮੇਰੇ ਕੋਲ ਜੋ ਕੁਛ ਹੈਗਾ ਉਹ ਵੀ ਤੂੰ ਲੈ ਲੈ। ਸੋ ਮਾਂ ਦਾ ਇੱਥੇ ਬਹੁਤ ਵੱਡਾ ਜ਼ਿੰਦਗੀ ਦੇ ਵਿੱਚ ਲੜਕੀ ਦੇ ਵਾਸਤੇ ਰੋਲ ਹੈ। ਪਹਿਲੇ ਅੱਛੇ ਸੰਸਕਾਰ ਪੈਦਾ ਕਰਕੇ ਉਸ ਨੂੰ ਦਵੇ, ਉਸ ਦਾ ਬੈਠਣਾ, ਉੱਠਣਾ, ਪਹਿਨਣਾ, ਖਾਣਾ, ਹਰ ਗੱਲ ਦੇ ਵਿੱਚ ਉਹਨੂੰ ਬਹੁਤ ਹੀ ਸੀਰੀਅਸ ਤਰੀਕੇ ਦੇ ਨਾਲ ਉਸ ਨੂੰ ਘੜੇ। ਦੇਖੋ ਨਾ, ਇਹ ਸੋਨਾ ਹੈ ਸਾਡੇ ਕੋਲ ਆਂਦਾ, ਕਹਿੰਦੇ ਨੇ ਸੋਨਾ, ਚਾਂਦੀ, ਤਾਂਬਾ, ਮੋਤੀ, ਹੀਰੇ ਸਾਰਾ ਕੁਝ ਦਾਨ ਦੇਤਾ, ਤੁਸੀਂ ਕੁਝ ਧਿਆਨ ਨਹੀਂ ਦਿੱਤਾ। ਜਿਸਨੇ ਆਪਣੀਆਂ ਆਂਦਰਾਂ ਦਾਨ ਕਰ ਦਿੱਤੀਆਂ, ਆਪਣੇ ਸਰੀਰ ਦੇ ਵਿੱਚੋਂ ਕੱਢ ਕੇ ਲਹੂ ਪਿਲਾ ਕੇ ਪਾਲੀ ਹੋਈ ਔਲਾਦ ਜਿਹੜੀ ਦਾਨ ਕਰ ਦਿੱਤੀ, ਦੇ ਦਿੱਤੀ ਕਿਸੇ ਦੇ ਘਰ, ਨਿਸਵਾਰਥ ਭੇਜ ਦਿੱਤੀ, ਇਹ ਸਭ ਤੋਂ ਮਹਾਦਾਨ ਹੈ। ਇਹ ਬ੍ਰਾਹਮਣਾਂ ਦੇ ਕਹਿਣਾ ਹੈ ਕਿ ਇਹ ਦਾਨ ਸਭ ਤੋਂ ਵੱਡਾ ਦਾਨ, ਕੰਨਿਆ ਦਾਨ ਸਭ ਤੋਂ ਵੱਡਾ ਦਾਨ। ਇਤਿਹਾਸ ਕਹਿੰਦਾ ਇਸ ਗੱਲ ਨੂੰ। ਸੋ ਜਦੋਂ ਤੁਸੀਂ ਉਹਨੂੰ ਨਿਸਵਾਰਥ ਪਾਲਦੇ ਹੋ, ਨਿਸਵਾਰਥ ਤੁਸੀਂ ਉਹਨੂੰ ਵੱਡਾ ਕਰਦੇ ਹੋ, ਉਸ ਨੂੰ ਕਾਮਯਾਬ ਕਰਦੇ ਹੋ, ਆਪਣੇ ਪੈਰਾਂ ਤੇ ਖੜਾ ਹੋਣ ਵਾਸਤੇ ਤੁਸੀਂ ਆਪਣੇ ਆਪ ਨੂੰ ਬਿਲਕੁਲ ਭੁੱਲ ਹੀ ਜਾਂਦੇ ਹੋ ਆਪਣਾ ਜੀਵਨ, ਤੇ ਉਸ ਨੂੰ ਅੱਛੇ ਸੰਸਕਾਰ ਦੇ ਕੇ ਭੇਜੋ। ਫਿਰ ਜਦੋਂ ਉਹ ਆਪਣੇ ਸਸੁਰਾਲ ਦੇ ਵਿੱਚ ਜਾਂਦੀ ਹੈ ਤੇ ਉੱਥੇ ਵੀ ਅਗਰ ਛੋਟੀ ਛੋਟੀ ਗੱਲ ਦੇ ਉੱਤੇ, ਕਿਉਂਕਿ ਜਦੋਂ ਉਹਨੇ ਸਹਿਣਾ ਸਿੱਖਿਆ ਹੋਏਗਾ ਉਹ ਅੱਗੇ ਵੀ ਸਹੇਗੀ, ਤੇ ਐਸੀ ਗੱਲ ਨਹੀਂ, ਉਸ ਨੂੰ ਸੈਲਫ ਡਿਫੈਂਸ ਵੀ ਦੇ ਕੇ ਭੇਜੋ। ਨਾਲ ਮੈਂ ਇੱਥੇ ਦੂਸਰਾ ਪੱਖ ਵੀ ਤੁਹਾਨੂੰ ਜ਼ਰੂਰ ਕਹਾਂਗੀ ਕਿ ਸੈਲਫ ਡਿਫੈਂਸ ਕਰਕੇ ਭੇਜੋ, ਕਿਉਂਕਿ ਅੱਗੇ ਪਰਿਵਾਰਾਂ ਵਾਲੇ ਕਈ ਵਾਰੀ ਕੁਝ ਕੁ ਗੰਦੇ ਲੋਕ ਹੁੰਦੇ ਨੇ ਜਿਹੜੇ ਅੱਗੇ ਬੱਚੀਆਂ ਦੇ ਨਾਲ ਉਹ ਗਲਤ ਪੇਸ਼ ਆਉਂਦੇ ਨੇ, ਤੇ ਉਹ ਬੱਚੀ ਆਪਣਾ ਮੁਕਾਬਲਾ ਆਪ ਕਰ ਸਕੇ, ਆਪਣੇ ਪੈਰਾਂ ਤੇ ਆਪ ਖੜੀ ਹੋਏ, ਆਪਣਾ ਜੀਵਨ ਨਿਰਵਾਹ ਕਰ ਸਕੇ, ਹਰ ਤਰੀਕੇ ਦੇ ਨਾਲ ਉਹ ਆਪਣੇ ਆਪ ਤੇ ਇੰਨਾ ਕੌਨਫੀਡੈਂਸ ਰੱਖੇ ਕਿ ਹਰ ਮੁਸ਼ਕਲ ਦਾ ਮੁਕਾਬਲਾ ਉਹ ਆਪ ਕਰਨ ਲਈ ਤਿਆਰ ਬਰ ਤਿਆਰ ਰਹੇ। ਇਹ ਸਾਰੀਆਂ ਚੀਜ਼ਾਂ ਭੈਣ ਜੀ, ਮੈਂ ਇੱਕ ਗੱਲ ਦੱਸਾਂ, ਇਸ ਸਾਰੀਆਂ ਚੀਜ਼ਾਂ ਦੇ ਪਿੱਛੇ ਇੱਕ ਲੌਜਿਕ ਹੈ, ਜਿੱਥੇ ਮੈਂ ਸਮਝਦੀ ਹਾਂ ਕਿ ਉਹ ਲੌਜਿਕ ਬਾਣੀ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਤੇ ਹਰ ਕਦਮ ਤੇ ਉਸ ਪਾਤਸ਼ਾਹ ਦਾ ਤੁਹਾਡੇ ਕੋਲ ਸਾਥ ਹੁੰਦਾ। ਦੁਨੀਆ ਦੇ ਕਿਸੇ ਕੋਨੇ ਤੇ ਬੱਚੀ ਵਿਆਹ ਕੇ ਜਾਂਦੀ, ਤੁਸੀਂ, ਮੈਨੂੰ ਲੱਗਦਾ ਕਿ ਤੁਸੀਂ ਹਿੰਦੁਸਤਾਨ ਦੇ ਸ਼ਾਇਦ ਹੋਵੋਗੇ, ਮੈਂ ਨਹੀਂ ਜਾਣਦੀ ਪਿਛੋਕੜ, ਤੇ ਤੁਸੀਂ ਦੂਸਰੇ ਦੇਸ਼ ਦੇ ਵਿੱਚ, ਤੇ ਅੱਜ ਤੁਹਾਨੂੰ ਕੋਈ ਮੁਸ਼ਕਿਲ ਦਾ ਪਰਮਾਤਮਾ ਨਾ ਕਰੇ ਕੋਈ ਸਾਹਮਣਾ ਕਰਨਾ ਪਵੇ, ਤੇ ਉੱਥੇ ਤੁਸੀਂ ਜਦੋਂ ਅਕਾਲ ਪੁਰਖ ਨੂੰ ਯਾਦ ਕਰਦੇ ਹੋ ਤੇ ਉਹ ਸਹਾਈ। ਸੋ ਬਚਪਨ ਤੋਂ ਹੀ ਬਾਣੀ ਪੜ੍ਹਨ ਦਾ ਜ਼ਰੂਰ ਆਪਣੇ ਬੱਚਿਆਂ ਨੂੰ ਆਪਾਂ ਜ਼ਰੂਰ ਆਦਤ ਪਾਈਏ। ਜਦੋਂ ਉਹ ਬਾਣੀ ਪੜ੍ਹਦੇ ਨੇ ਤੇ ਮੱਤ ਜਿਹੜੀ ਹੈ ਉਹ ਸੁਮੱਤ ਬਣ ਕੇ ਸਾਹਮਣੇ ਰਹਿੰਦੀ ਹੀ ਰਹਿੰਦੀ ਹੈ, ਉਹ ਸੁਮੱਤ ਹਰ ਵਕਤ ਉਹਦੇ ਨਾਲ ਜਿਹੜੀ ਹੈ ਉਹ ਰਹਿੰਦੀ ਹੈ। ਦੇਖੋ, ਪਹਿਰਾਵਾ ਮੈਟਰ ਨਹੀਂ ਕਰਦਾ, ਕਿਉਂਕਿ ਜਦੋਂ ਤੁਹਾਡੇ ਕੋਲ ਤੁਹਾਡੀ ਸੋਚ ਚੰਗੀ ਹੈ ਤੇ ਤੁਸੀਂ ਆਪਣੀ ਸੋਚ ਦੇ ਮੁਤਾਬਕ, ਆਪਣੇ ਕਲਚਰ ਦੇ ਮੁਤਾਬਕ ਹੀ ਪਹਿਰਾਵਾ ਪਾਓ। ਜੇ ਅਸੀਂ ਵੈਸਟਰਨ ਦੀ ਗੱਲ ਕਰੀਏ, ਪਹਿਰਾਵਾ ਸਾਡੀ ਪੰਜਾਬੀਆਂ ਦੀ ਇਹ
ਡਰੈਸ ਕੋਟ ਨਹੀਂ ਹੈ, ਇਹ ਡਰੈਸਿਸ ਨਹੀਂ ਹੈ। ਜਦੋਂ ਅਸੀਂ ਦੂਸਰੇ ਦੀ ਕਿਸੇ ਦੀ ਚੀਜ਼ ਨੂੰ ਕਾਪੀ ਕਰਦੇ ਹਾਂ ਤੇ ਅਸੀਂ ਬਟ ਨੈਚੁਰਲ ਅਸੀਂ ਅਨਕੰਫਰਟੇਬਲ ਫੀਲ ਕਰਦੇ ਹਾਂ। ਜਦੋਂ ਅਸੀਂ ਆਪਣੇ ਤੌਰ ਤੇ, ਹੁਣ ਤਾਂ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਸਾਡੇ ਪਹਿਰਾਵੇ ਨੂੰ, ਉਹ ਇੱਥੇ ਆਉਂਦੇ ਨੇ ਤੇ ਸਾਡੇ ਪਹਿਰਾਵੇ ਨੂੰ ਉਹ ਪਾਉਂਦੇ ਨੇ, ਖੁਸ਼ ਹੁੰਦੇ ਨੇ। ਮੈਂ ਜਿਸ ਜਗ੍ਹਾ ਤੇ ਰਹਿੰਦੀ ਹਾਂ ਉੱਥੇ ਮਤਲਬ ਵੈਸਟਰਨ ਦਾ ਬਹੁਤ ਆਣਾ ਜਾਣਾ ਹੈ, ਤੇ ਮੈਂ ਦੇਖਦੀ ਹਾਂ ਕਿ ਉਹ ਸਾਡੀਆਂ ਡਰੈਸਾਂ ਨੂੰ ਉਹ ਕਾਪੀ ਕਰਦੇ ਨੇ, ਬਣਵਾ ਕੇ ਲੈ ਕੇ ਜਾਂਦੇ ਨੇ ਤੇ ਉਹ ਪਾਉਂਦੇ ਨੇ ਕਿਉਂਕਿ ਕੰਫਰਟੇਬਲ ਹੁੰਦੇ ਨੇ। ਦੇਖੋ ਉਹਨਾਂ ਦੇ ਕਲਚਰ ਦੇ ਹਿਸਾਬ ਨਾਲ ਉਹਨਾਂ ਦਾ ਪਹਿਰਾਵਾ ਉਹਨਾਂ ਨੂੰ ਜੱਚਦਾ ਹੈ, ਉਸ ਦੇ ਵਿੱਚ ਉਹਨਾਂ ਨੂੰ ਉਹ ਵੇਅਰ ਕਰਨ ਦਾ ਇੱਕ ਤਰੀਕਾ ਜਿਹੜਾ ਉਹਨਾਂ ਨੂੰ ਆਉਂਦਾ ਹੈ। ਬਿਲਕੁਲ ਬਿਲਕੁਲ ਉਸ ਤਰੀਕੇ ਨੂੰ ਉਹਨੂੰ ਪਾ ਕੇ ਤੇ ਉਸ ਨੂੰ ਉਹ ਕੰਫਰਟੇਬਲ ਫੀਲ ਕਰਦੇ। ਅਸੀਂ ਉਹਨਾਂ ਦੀ ਕਾਪੀ ਕਰਕੇ ਇੱਕ ਤਾਂ ਅਸੀਂ ਅਨਕੰਫਰਟੇਬਲ ਰਹਿੰਦੇ ਹਾਂ, ਦੂਸਰਾ ਦਿਮਾਗੀ ਤੌਰ ਤੇ ਪਰੇਸ਼ਾਨੀ, ਕਦੇ ਇਧਰੋਂ ਇੰਝ ਤੇ ਕਦੇ ਉਹ ਤੁਹਾਡੇ ਵਾਲੀ ਗੱਲ ਕਿ ਇਧਰੋਂ ਇੰਝ ਕਰਦੇ ਆ। ਸੋ ਇੱਕ ਮਾਤਾ ਦਾ ਜਿਹੜਾ ਰੋਲ ਹੈ, ਉਸ ਨੂੰ ਅੱਛੀ ਬੋਲ ਬਾਣੀ ਸਿਖਾਣੀ, ਅੱਛਾ ਪਹਿਰਾਵਾ, ਅੱਛਾ ਖਾਣਾ ਪੀਣਾ, ਔਰ ਹਰ ਕੰਮ ਦੇ ਵਿੱਚ ਉਹ ਮੇਰੇ ਹਿਸਾਬ ਦੇ ਨਾਲ ਸੰਪੂਰਨ ਹੋਣੀ ਚਾਹੀਦੀ ਇੱਕ ਔਰਤ। ਉਹ ਤਾਂ ਹੀ ਧੁਰ ਦਰਗਾਹ ਵੀ ਕਬੂਲ ਹੁੰਦੀ ਹੈ ਕਿ ਜੇ ਉਹ ਅੱਛੀ ਬੱਚੀ ਬਣ ਕੇ ਆਪਣੇ ਪਿਤਾ ਦੀ ਪੱਗ ਨੂੰ ਜਿਹੜੀ ਹੈ ਉਹ ਸੰਭਾਲ ਕਰਕੇ ਆਪਣੇ ਸਸੁਰਾਲ ਦੇ ਦਰਵਾਜ਼ੇ ਤੱਕ ਜਾਂਦੀ, ਤੇ ਆਪਣੇ ਸਸੁਰਾਲ ਦੇ ਵਿੱਚ ਵੀ ਆਪਣੇ ਸੱਸ ਸਹੁਰੇ ਦੀ ਸੇਵਾ ਕਰਕੇ ਆਪਣੇ ਪਰਿਵਾਰ, ਉਸ ਪਰਿਵਾਰ ਨੂੰ ਆਪਣਾ ਬਣਾ ਕਰਕੇ ਉਸ ਨੂੰ ਅੱਛੇ ਤਰੀਕੇ ਨਾਲ ਸੰਭਾਲ ਕੇ ਚਲਦੀ ਹੈ। ਤੇ ਫਿਰ ਆਪਾਂ ਉਸ ਤੋਂ ਅੱਗੇ ਇੱਕ ਪਤਨੀ ਦਾ ਰੋਲ ਵੀ ਇੱਕ ਅੱਛੇ ਕਰੈਕਟਰ ਦੇ ਨਾਲ ਅਦਾ ਕਰਦੀ ਹੈ ਆਪਣੇ ਪਤੀ ਨਾਲ, ਜਿਸ ਦੇ ਨਾਲ ਉਹ ਜਾਂਦੀ ਹੈ। ਕਿਤੇ ਉਹਦੇ ਵਿੱਚ ਕੋਈ ਕਮੀ ਪੇਸ਼ੀ ਅਗਰ ਹੁੰਦੀ ਵੀ ਹੈ ਤੇ ਮੈਨੂੰ ਸਮਝ ਇਹ ਕਿ ਮਾਤਾ ਨੇ ਪਿੱਛੋਂ ਸੰਸਕਾਰ ਚੰਗੇ ਦੇ ਕੇ ਭੇਜੇ ਨੇ, ਤੇ ਉਹ ਆਪਣੇ ਪਤੀ ਦੇ ਅੰਦਰ ਵੀ ਉਸ ਕਮੀ ਪੇਸ਼ੀ ਨੂੰ ਆਪਣੇ ਤੌਰ ਤਰੀਕੇ ਦੇ ਨਾਲ, ਆਪਣੇ ਤਰੀਕੇ ਦੇ ਨਾਲ ਆਪਣਾ ਸਮਝ ਕੇ ਉਸ ਨੂੰ ਉਸ ਦੇ ਅੰਦਰ ਬਹੁਤ ਵੱਡਾ ਬਦਲਾਵ ਕਰ ਸਕਦਾ। ਸੋ ਕਰਨ ਦੀ ਅਗਰ ਉਸਨੇ ਥਾਮ ਲਈਏ, ਉਸਨੇ ਕੋਸ਼ਿਸ਼ ਕਰ ਲੈ ਕੀਤੀ ਹੈ ਜਾਂ ਕਰੇ, ਤਾਂ ਉਸ ਦੇ ਅੰਦਰ ਉਹਨੂੰ ਕੋਈ ਕਮੀ ਪੇਸ਼ੀ ਹੈ ਤੇ ਉਹ ਬਦਲਾਵ ਕਰ ਸਕਦੀ ਹੈ। ਕਿਉਂਕਿ ਮਰਦ ਜਿਹੜਾ ਔਰਤ ਦੀ ਬਹੁਤ ਜਲਦੀ, ਕਹਿੰਦੇ ਨੇ ਪੰਜਾਬੀ ਚ ਵੀ ਅਸੀਂ ਕਹਿੰਦੇ ਹੁੰਦੇ ਆ ਵੀ ਜਨਾਨੀ ਦੀ ਬੜੀ ਜਲਦੀ ਸੁਣਦਾ, ਹੁਣ ਇਹ ਪਹਿਲੇ ਇਸ ਤਰ੍ਹਾਂ ਦਾ ਸੀ ਤੇ ਹੁਣ ਇਹ ਇਸ ਤਰ੍ਹਾਂ ਦਾ ਹੋ ਗਿਆ। ਸੋ ਬਦਲਾਵ ਉਸ ਦੇ ਵਿੱਚ ਇੱਕ ਔਰਤ ਜਿਹੜੀ ਹੈ ਉਹ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਕਰ ਸਕਦੀ। ਜੇ ਤੁਸੀਂ ਮਾਤਾ ਬਣਨ ਦੇ ਪੜਾਅ ਤੇ ਆ ਚੁੱਕੇ ਹੋ ਤੇ ਮਾਤਾ ਵੀ ਤੁਹਾਨੂੰ ਇਹੋ ਜਿਹਾ ਬਣਨਾ ਹੈ ਕਿ ਅੱਛੇ ਤਰੀਕੇ ਦੇ ਨਾਲ ਆਪਣੇ ਬੱਚੇ ਦੀ ਪਰਵਰਿਸ਼ ਕਰੋ, ਉਸ ਨੂੰ ਬੈਠਣਾ ਉੱਠਣਾ, ਉਸ ਨੂੰ ਹਰ ਚੀਜ਼ ਦਾ ਡਿਸਿਪਲਿਨ ਜਿਹੜਾ ਹੈ ਉਹ ਉਸ ਨੂੰ ਸਿਖਾ ਕੇ ਭੇਜੋ। ਤੇ ਮੈਨੂੰ ਉਮੀਦ ਹੈ ਕਿ ਅਸੀਂ ਕਿਤੇ ਵੀ ਅਨਸਕਸੈਸਫੁਲ ਨਹੀਂ ਰਹਾਂਗੇ, ਅਸੀਂ ਹਰ ਕਦਮ ਦੇ ਉੱਤੇ ਸਕਸੈਸ ਰਹਾਂਗੇ। ਸੈਲਫ ਡਿਫੈਂਸ ਸਿੱਖੀਏ ਔਰ ਆਪਣੇ ਆਪ ਨੂੰ ਪੂਰਨ ਤੌਰ ਤੇ ਤਿਆਰ ਕਰਨ ਦੇ ਲਈ ਹਰ ਕੰਮ ਦੇ ਵਿੱਚ, ਮੇਰੇ ਪਿਤਾ ਕਹਿੰਦੇ ਹੁੰਦੇ ਸੀ ਕਿਸੇ ਵੀ ਫੀਲਡ ਦੇ ਵਿੱਚ ਚਲੇ ਜਾਓ ਤੇ ਸਰ ਝੁਕਾ ਕੇ ਜਦੋਂ ਬਾਹਰ ਆਓ, ਮੈਂ ਇਸ ਵਿੱਚ ਆਪਣੀ ਹੱਦ ਤੱਕ ਸਮਝਾਂਗਾ, ਆਪਣੀ ਸ਼ਰਮ ਮਹਿਸੂਸ ਕਰਾਂਗਾ। ਸੋ ਕਿਸੇ ਫੀਲਡ ਦੇ ਵਿੱਚ ਵੀ ਤੁਸੀਂ ਚਲੇ ਜਾਓ, ਤੁਹਾਨੂੰ ਉਹ ਸਭ ਆਉਣਾ ਚਾਹੀਦਾ ਹੈ। ਘਰੇਲੂ ਤੌਰ ਤੇ ਜੇ ਤੁਸੀਂ ਰਸੋਈ ਦੇ ਵਿੱਚ ਵੀ ਵੜ ਜਾਓ ਤੇ ਤੁਸੀਂ ਖਾਣਾ ਬਣਾਉਣ ਦਾ ਤੁਹਾਨੂੰ ਇੰਨਾ ਕੁ ਸੂਝਵਾਨੀ ਹੋਣੀ ਚਾਹੀਦੀ ਹੈ। ਅੱਜ ਕੱਲ ਕੁੜੀਆਂ ਜਿਸ ਤਰ੍ਹਾਂ ਕਹਿ ਦਿੰਦੀਆਂ ਵੀ ਅਸੀਂ ਪੜ੍ਹੇ ਤੇ ਫਿਰ ਜੌਬਾਂ ਕੀਤੀਆਂ, ਸਾਨੂੰ ਨਹੀਂ ਆਉਂਦਾ। ਸੋ ਨਹੀਂ, ਬੇਸ਼ੱਕ ਤੁਸੀਂ ਨਾ ਬਣਾਓ, ਬੇਸ਼ੱਕ ਪਰਮਾਤਮਾ ਕਰੇ ਤੁਸੀਂ ਬਹੁਤ ਹੀ ਅੱਛੇ ਪਰਿਵਾਰਾਂ ਦੇ ਘਰ, ਨੌਕਰਾਂ ਚਾਕਰਾਂ ਵਾਲਿਆਂ ਦੇ ਘਰ ਚਲੇ ਜਾਓ, ਲੇਕਿਨ ਸਮਾਂ ਆਉਣ ਤੇ ਆਪਣੇ ਪਤੀ ਦੇ ਲਈ ਦੋ ਪ੍ਰਸ਼ਾਦੇ ਜਿਹੜੇ ਆਪਣੀ ਭਾਵਨਾ ਦੇ ਨਾਲ ਬਣਾ ਕੇ ਜਦੋਂ ਤੁਸੀਂ ਉਹਦੇ ਅੱਗੇ ਰੱਖੋਗੇ, ਉਹਦੀ ਗੱਲ ਹੀ ਕੁਝ ਹੋਰ ਹੋਈ। ਉਸ ਦੇ ਦਿਲ ਦੇ ਵਿੱਚ ਆਪਣੀ ਇੰਨੀ ਜਗ੍ਹਾ ਬਣਾ ਲਓ ਕਿ ਉਸ ਨੂੰ ਦੂਸਰੇ ਦੀ ਪਿਕ ਨੂੰ ਲਾਈਕ ਕਰਨ ਦਾ ਮੈਨੂੰ ਲੱਗਦਾ ਕਿ ਕਦੇ ਮੌਕਾ ਹੀ ਨਹੀਂ ਦਿੱਤਾ ਜਾਂਦਾ, ਮੌਕਾ ਹੀ ਨਹੀਂ ਮਿਲੇਗਾ। ਸਹੀ ਗੱਲ ਹੈ ਨਾ। ਤੇ ਤੁਸੀਂ ਜਦੋਂ ਉਹ ਆਪਣੀ ਭਾਵਨਾ ਨਾਲ ਉਸ ਦੇ ਨਾਲ ਆਪਣੀ ਕਦਮ ਨਾਲ ਕਦਮ ਮਿਲਾ ਕੇ, ਮੋਢੇ ਨਾਲ ਮੋਢਾ ਮਿਲਾ ਕੇ ਤੁਸੀਂ ਹਰ ਦੁੱਖ ਦੇ ਵਿੱਚ, ਹਰ ਸੁੱਖ ਦੇ ਵਿੱਚ ਉਸ ਦੇ ਨਾਲ ਤੁਰੇ ਹੋ, ਤੇ ਮੈਨੂੰ ਉਮੀਦ ਹੈ ਕਿ ਪਰਿਵਾਰਕ ਜੀਵਨ ਜਿਹੜਾ ਹੈ ਉਹ ਬਹੁਤ ਸੁਖਮय ਨਿਭੇਗਾ। ਔਰ ਇਹ ਤਲਾਕ ਦੀ ਜਿਹੜੀ ਰੇਸ਼ੋ ਹੈ ਜੋ ਮੈਨੂੰ ਬਹੁਤ ਦਰਦ ਦਿੰਦੀ ਹੈ,
जिसका सर्वे मैं बहुत कर चुकी हुई हाँ ਤੇ ਉਹ ਬਹੁਤ ਘੱਟ ਸੀ, ਬਹੁਤ ਘੱਟ ਜਾਏਗੀ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੜਕੀਆਂ ਵੱਲੋਂ ਤਲਾਕ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੰਗ ਕੀਤੀ ਜਾ ਰਹੀ ਹੈ, ਬਸ਼ਰਤੇ ਲੜਕਿਆਂ ਦੇ। ਮੈਂ ਕਿਸੇ ਫੇਵਰ ਦੀ ਗੱਲ ਨਹੀਂ ਕਰ ਰਹੀ, ਗੁੱਸਾ ਨਹੀਂ ਕਰ ਲੈਣਾ ਮੇਰੀਆਂ ਜਿੱਥੇ ਬੱਚੀਆਂ, ਜਿੱਥੇ ਮੇਰੀਆਂ ਭੈਣਾਂ ਸੁਣ ਰਹੀਆਂ ਨੇ, ਮਾਫ ਕਰਨਾ, ਜਿਹੜੀ ਸੱਚ ਦੀ ਗੱਲ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਹੀ ਹਾਂ। ਇਹ ਤਲਾਕ ਦੀ ਰੇਸ਼ੋ ਨੂੰ ਘੱਟ ਕਰਨ ਦੇ ਲਈ, ਇਹ ਪਰਿਵਾਰਾਂ ਨੂੰ ਵਸਾਉਣ ਦੇ ਲਈ, ਇਹ ਖੁਸ਼ੀ ਦਾ ਖੇੜਾ ਘਰ ਨੂੰ ਘਰ ਬਣਾਉਣ ਦੀ, ਦੀਵਾਰਾਂ ਨਾਲ ਘਰ ਨਹੀਂ ਹੁੰਦੇ, ਪਰਿਵਾਰਾਂ ਨਾਲ ਘਰ ਹੁੰਦੇ ਨੇ। ਤੇ ਜੇ ਅਸੀਂ ਇੱਕ ਪਰਿਵਾਰ ਨੂੰ ਬਹੁਤ ਅੱਛੇ ਔਰ ਸੁਚੱਜੇ ਢੰਗ ਨਾਲ ਬਣਾ ਲਿਆ, ਸਜਾ ਲਿਆ, ਸਵਾਰ ਲਿਆ, ਤੇ ਸਾਨੂੰ ਖੁਸ਼ੀਆਂ ਦੀ ਕੋਈ ਕਮੀ ਨਹੀਂ। ਥੋੜੇ ਵਿੱਚ ਵੀ ਅਸੀਂ ਬਹੁਤ ਖੁਸ਼ੀ ਨਾਲ ਆਪਣਾ ਜੀਵਨ ਦਾ ਨਿਰਵਾਹ ਕਰ ਲਵਾਂਗੇ। ਤੇ ਜਿੱਥੇ ਅਸੀਂ ਇਸ ਗੱਲ ਤੋਂ ਥਿੜਕ ਕੇ ਪਰੇ ਹੋ ਗਏ, ਜਿੱਥੇ ਅਸੀਂ ਫੈਮਿਲੀ ਕਹਿੰਦੇ ਔਰਤ ਹੀ ਕਾਮਯਾਬੀ ਦਿੰਦੀ ਹੈ, ਔਰਤ ਹੀ ਬਰਬਾਦੀ ਦਿੰਦੀ ਹੈ, ਤੇ ਹੁਣ ਤੁਸੀਂ ਜਾਂ ਅਸੀਂ ਕਿਹੜਾ ਰਸਤਾ ਚੁਣਨਾ ਹੈ, ਇਹ ਸਾਡੇ ਆਪਣੇ ਉੱਤੇ ਡਿਪੈਂਡ ਕਰਦਾ ਹੈ। ਇਹ ਸਾਡਾ ਆਪਣਾ ਫੈਸਲਾ ਹੋਏਗਾ ਕਿ ਅਸੀਂ ਆਪਣੇ ਆਪ ਤੋਂ ਗਿਰ ਕੇ ਔਰ ਕੁਝ ਚੰਦ ਕ ਬੰਦਿਆਂ ਦੇ ਵਾਵਾ ਪਿੱਛੇ ਆਪਣੇ ਆਪ ਨੂੰ ਖਰਾਬ ਕਰਨਾ ਹੈ। ਕਿਉਂਕਿ ਕੋਈ ਵੀ ਮਰਦ ਜਿਹੜਾ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਔਰਤ ਨੂੰ ਕਿਸੇ ਦੇ ਸਾਹਮਣੇ ਪਸੰਦ ਨਹੀਂ ਕਰੇਗਾ, ਕਿਸੇ ਦੂਸਰੇ ਦੀ ਔਰਤ ਨੂੰ ਆਪਣੇ ਆਪ ਦੇ ਪਸੰਦ ਕਰਦੇ। ਸੋ ਅਸੀਂ ਇਸ ਚੀਜ਼, ਇਹ ਜਿਹੜੀ ਸਾਡੇ ਮਨ ਦੀ ਅਵਸਥਾ ਹੈ, ਜਿਹੜੀ ਸਾਡੀ ਸੋਚ ਹੈ ਦਿਮਾਗ ਦੀ, ਇਸ ਨੂੰ ਬਦਲਣ ਦੇ ਲਈ ਵੀ ਸਾਡਾ ਆਪਣਾ ਹੀ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਹੋਣਾ ਚਾਹੀਦਾ। ਅਸੀਂ ਆਪਣੇ ਆਪ ਨੂੰ ਆਪ ਬਹੁਤ ਹੀ ਬਿਹਤਰ ਬਦਲ ਸਕਦੇ, ਸਾਨੂੰ ਬਸ਼ਰਤੇ ਕੋਈ ਦੂਸਰਾ ਬਦਲੇ, ਅਸੀਂ ਆਪਣੇ ਆਪ ਨੂੰ ਬਦਲੀਏ। ਜਦੋਂ ਤੱਕ ਅਸੀਂ ਆਪਣੇ ਆਪ ਨੂੰ ਹੀ ਕਿਸੇ ਦੇ ਸਾਹਮਣੇ ਅਸੀਂ ਆਪਣੀ ਚੁੰਨੀ ਜਿਹੜੀ ਹੈ ਨਹੀਂ ਲਾਵਾਂਗੇ ਕਿਸੇ ਦੂਸਰੇ ਦੀ, ਕੀ ਜ਼ਰੂਰਤ ਹੈ ਕਿ ਉਹ ਸਾਡੇ ਨੇੜੇ ਹੱਥ ਲੈ ਕੇ ਆਏ, ਅਸੀਂ ਉਹਨੂੰ ਤਾਕਤ ਹੀ ਨਾ ਦਈਏ। ਅਸੀਂ ਆਪਣੇ ਚਿਹਰੇ ਉੱਤੇ, ਅਸੀਂ ਆਪਣੇ ਬੋਲਾਂ ਦੇ ਵਿੱਚ ਇੰਨੀ ਤਾਕਤ ਰੱਖੀਏ ਕਿ ਜਦੋਂ ਸਾਹਮਣੇ ਵਾਲਾ ਸਾਡੇ ਨੂਰ ਨੂੰ, ਸਾਡੇ ਚਿਹਰੇ ਨੂੰ, ਸਾਡੇ ਫੇਸ ਵੱਲ ਦੇਖੇ ਨਾ, ਤਾਂ ਇੱਕ ਵਾਰੀ ਤੇ ਉਹਦਾ ਮਨ ਜਿਹੜਾ ਹੈ ਉਹ ਥੋੜਾ ਜਿਹਾ ਡਰ ਜਾਏ। ਤੇ ਜਦੋਂ ਅਸੀਂ ਆਪਣੀ ਬਾਣੀ ਨੂੰ ਬੋਲੀਏ ਤੇ ਉਸ ਨੂੰ ਅਸੀਂ ਆਪਣੇ ਵਾਸਤੇ ਇੰਨਾ ਆਕਰਸ਼ਿਤ ਕਰੀਏ ਕਿ ਉਹ ਸਾਨੂੰ ਬਦੋ ਬਦੀ ਭੈਣ ਕਹਿਣ ਦੇ ਲਈ, ਇੱਕ ਨੂੰ ਛੱਡ ਕੇ ਬਾਕੀ ਸਾਨੂੰ ਆਪਣੀ ਭੈਣ, ਆਪਣੀ ਬੇਟੀ, ਆਪਣੀ ਬੱਚੀ ਕਹਿਣ ਨੂੰ ਮਜਬੂਰ ਹੋ ਜਾਏ। ਕਿਉਂਕਿ ਬਾਣੀ ਜਿਹੜੀ ਹੈ ਅਸੀਂ ਬੋਲਦੇ ਹਾਂ, ਭਾਸ਼ਾ ਜਿਹੜੀ ਅਸੀਂ ਬੋਲਦੇ ਹਾਂ, ਜਿਹੜੀ ਅਸੀਂ ਵਿਚਾਰ ਕਰਦੇ ਹਾਂ, ਉਹ ਸਾਡਾ ਪਿਛੋਕੜ ਦੱਸਦੀ, ਉਹ ਸਾਡਾ ਪਿਛੋਕੜ ਦੱਸਦੀ ਹੈ। ਜੇ ਸਾਡੀ ਬੋਲ ਬਾਣੀ ਸੋਹਣੀ ਹੋਏਗੀ ਤੇ ਉਹ ਸਾਨੂੰ ਕਿਤੇ ਨਾ ਕਿਤੇ ਸਭ ਤੋਂ ਪਹਿਲੇ ਸਾਡੇ ਮਾਤਾ ਪਿਤਾ ਨੂੰ ਸ਼ਾਬਾਸ਼ੀ ਮਿਲੇਗੀ ਕਿ ਬਹੁਤ ਅੱਛੇ ਮਾਂ ਬਾਪ ਨੇ, ਬਹੁਤ ਅੱਛੇ ਸੰਸਕਾਰ ਦਿੱਤੇ ਨੇ। ਫਿਰ ਸਾਡੀ ਵੀ ਪਿੱਠ ਕੋਈ ਜ਼ਰੂਰ ਥਪਾਏਗਾ ਕਿ ਬੇਟਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਬਹੁਤ ਵਧੀਆ ਤੁਸੀਂ ਵਿਚਾਰ ਰੱਖ ਰਹੇ ਹੋ, ਬਹੁਤ ਵਧੀਆ ਤੁਸੀਂ ਭਾਸ਼ਾ ਬੋਲੀ ਹੈ, ਬਹੁਤ ਵਧੀਆ ਤੁਹਾਡਾ ਪਹਿਰਾਵਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਔਰਤ ਦਾ ਬਹੁਤ ਵੱਡਾ ਹੱਥ ਹੈ। ਸਭ ਤੋਂ ਪਹਿਲੇ ਮਾਂ ਦਾ, ਉਸ ਤੋਂ ਬਾਅਦ ਟੀਚਰ ਦਾ, ਸਕੂਲ ਦੇ ਟੀਚਰਾਂ ਦਾ। ਇਹ ਸਾਰੀਆਂ ਚੀਜ਼ਾਂ ਅਗਰ ਅਸੀਂ ਸਮਝ ਜਾਈਏ ਤੇ ਇਸ ਨੂੰ ਅਸੀਂ ਤਵੱਜੋ ਦਈਏ ਤੇ ਸੁਖੀ ਜੀਵਨ ਦੀ ਕਿਤੇ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਕਮੀ ਹੋਏਗੀ। ਇੱਕ ਪਤੀ ਜਿਹੜਾ ਥੱਕਿਆ ਹਾਰਿਆ ਆਂਦਾ, ਇੱਥੇ ਮੈਂ ਥੋੜਾ ਜਿਹਾ ਬਹੁਤ ਬੀਬੀਆਂ ਨੂੰ ਸਮਝਣ ਵਾਲੀ ਗੱਲ ਕਰਦੀ, ਇੱਥੇ ਮਰਦਾਂ ਵਾਸਤੇ ਵੀ ਆਪਾਂ ਥੋੜਾ ਜਿਹਾ ਕਹਾਂਗੇ ਕਿ ਉਹ ਵੀ ਆਪਣੇ ਪਰਿਵਾਰ ਦੇ ਵਿੱਚ ਆਪਣੀਆਂ ਬੱਚੀਆਂ ਨੂੰ, ਜਦੋਂ ਮਾਤਾ ਜਿਹੜੀ ਹੈ ਅਗਰ ਇਹੋ ਜਿਹੇ ਬੋਲ ਬਾਣੀ ਸੰਸਕਾਰ ਦੇ ਵਿੱਚ ਤਵੱਜੋ ਦੇ ਰਹੀ ਹੈ, ਇੰਨੀ ਉਹ ਆਪਣੀ ਮਿਹਨਤ ਕਰ ਰਹੀ ਹੈ, ਤੇ ਪਿਤਾ ਵੀ ਉਸ ਦੇ ਨਾਲ ਪੂਰਨ ਤੌਰ ਤੇ ਸਹਿਯੋਗੀ, ਕਿਉਂਕਿ ਗੱਡੀ ਦੋ ਪਹੀਆਂ ਨਾਲ ਹੀ ਚੱਲਦੀ, ਤੇ ਪਿਤਾ ਵੀ ਉਸ ਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਦੇਵੇ। ਇਹ ਗੱਲ ਮੈਂ ਤਾਂ ਕਹਿਣ ਲੱਗੀ ਹਾਂ ਕਿਉਂਕਿ ਮਾਤਾ ਤੇ ਕਿਤੇ ਜੀ ਕਰਨਾ ਸਿਖਾ ਦਿੰਦੀ ਹੈ, ਪਿਤਾ ਕੰਮ ਤੋਂ ਆਉਂਦਿਆਂ ਸਾਰ ਹੀ ਜਦੋਂ ਉਹ ਮਾਵਾਂ ਤੇ ਭੈਣਾਂ ਦੀਆਂ ਜਿਹੜੀਆਂ ਭਾਸ਼ਾਵਾਂ ਬੋਲ ਜਾਂਦੇ ਨੇ, ਸੋ ਕਿਤੇ ਨਾ ਕਿਤੇ ਬੱਚੇ ਉੱਤੇ ਉਹ ਵੀ ਭੈਣ ਜੀ ਬਹੁਤ ਅਸਰ ਪਾਉਂਦੇ।
ਸੋ ਉਹਨਾਂ ਨੂੰ ਵੀ ਘਰ ਦੇ ਵਿੱਚ ਜਦੋਂ ਉਹ ਆਪਣੇ ਬਿਜ਼ਨਸ, ਆਪਣੀ ਜੌਬ ਦੇ ਆਪਣੇ ਕੰਮ 'ਚ ਬਾਹਰ ਆਪਣੇ ਘਰ ਤੋਂ ਬੇਸ਼ੱਕ ਉਹ ਕਿਤੇ ਕੁਝ ਵੀ ਕਰਦੇ ਨੇ, ਉਹ ਕਰੀ ਜਾਣ ਆਪਣੇ ਤੌਰ ਦੇ ਉੱਤੇ, ਪਰੰਤੂ ਜਦੋਂ ਘਰ ਦੇ ਵਿੱਚ ਐਂਟਰ ਕਰਦੇ ਨੇ ਉਦੋਂ ਇਹ ਸੋਚ ਕੇ ਆਪਣੇ ਮੂੰਹ ਦੇ ਵਿੱਚੋਂ ਲਫ਼ਜ਼ਾਂ ਦੀ ਵਰਤੋਂ ਕਰਨ ਕਿ ਇਸ ਦਾ ਖੁਆਮਾ ਜਿਹੜਾ ਉਹ ਮੈਨੂੰ ਮੇਰੇ ਬੱਚਿਆਂ ਤੋਂ ਮਿਲੇਗਾ, ਇਸ ਦਾ ਜਵਾਬ ਜਿਹੜਾ ਵੀ ਉਹ ਮੈਨੂੰ ਮੇਰੇ ਬੱਚਿਆਂ ਤੋਂ ਮਿਲੇਗਾ। ਸੋ ਉਹਨਾਂ ਨੂੰ ਆਪਣੀ ਬਾਣੀ, ਆਪਣੇ ਬੋਲ ਦੇ ਉੱਤੇ ਕੰਟਰੋਲ ਕਰਨ ਦੀ ਜ਼ਰੂਰਤ ਹੈ। ਅਗਰ ਇਸ ਤਰੀਕੇ ਦੇ ਨਾਲ ਮਿਲ ਜੁਲ ਕੇ ਪਰਿਵਾਰ ਨੂੰ ਸੰਸਕਾਰਕ ਤੌਰ ਤੇ ਪਾਲਿਆ ਜਾਏਗਾ ਤੇ ਆਉਣ ਵਾਲਾ ਸਮਾਂ ਸਾਡਾ ਉਹ ਬਹੁਤ ਹੀ ਖੁਸ਼ਹਾਲ ਨਜ਼ਰ ਆਉਂਦਾ ਦਿਖਾਈ ਦੇਵੇ। ਬਿਲਕੁਲ ਦਵਿੰਦਰ ਜੀ, ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ, ਬਹੁਤ ਸੋਹਣੇ ਵਿਚਾਰ, ਤੇ ਮੈਂ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦੀ ਹਾਂ। ਗੁਰਪ੍ਰੀਤ ਕੌਰ ਜੀ, ਇਕਬਾਲ ਖੋਸਾ ਵੀਰ ਜੀ, ਜਗਮੋਹਨ ਕੌਰ ਜੀ, ਹਰਜਿੰਦਰ ਸਿੰਘ ਜੀ, ਤੇ ਜਿਨ੍ਹਾਂ ਦੇ ਵੀ ਨਾਮ ਉੱਪਰ ਜਾ ਚੁੱਕੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਵਿਚਾਰ ਸੁਣੇ ਆ ਸਾਰੇ। ਪ੍ਰੋਗਰਾਮ ਸਾਡਾ ਹਰ ਵਾਰ ਦੀ ਤਰ੍ਹਾਂ ਹਰ ਵਾਰ ਹੋ ਹੀ ਜਾਂਦਾ, ਮੈਂ ਕੀ ਕਹਿੰਦੀ ਲੰਥ ਚਲਾ ਜਾਂਦਾ, ਪਰ ਮੈਂ ਭੈਣ ਜੀ ਦੇ ਵਿਚਾਰਾਂ ਨੂੰ ਤੇ ਆਪਣੇ ਵਿਚਾਰਾਂ ਨੂੰ ਸੰਖੇਪ ਦੇ ਵਿੱਚ ਆ ਕੇ ਮੈਂ ਇਹ ਕਹਾਂਗੀ ਕਿ ਮੇਰੀਆਂ ਜਿਹੜੀਆਂ ਭੈਣਾਂ ਨੇ ਜਾਂ ਧੀਆਂ ਨੇ, ਜਾਂ ਪ੍ਰੋਗਰਾਮ ਵਾਚ ਕਰਨਗੀਆਂ ਜਾਂ ਕਰਦੀਆਂ ਪਈਆਂ ਨੇ ਜਾਂ ਕਰਕੇ ਚਲੀਆਂ ਗਈਆਂ ਸਾਰੀਆਂ, ਮੈਂ ਆਪਣੀਆਂ ਸਾਰੀਆਂ ਭੈਣਾਂ ਧੀਆਂ ਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਪਹਿਲਾਂ ਤਾਂ ਆਪਾਂ ਜਾਂਦੇ ਪਿਛੋਕੜ ਵੱਲ, ਜਿਵੇਂ ਕਿ ਬੀਬੀ ਜੀ ਨੇ, ਭੈਣ ਜੀ ਨੇ ਵੀ, ਹੁਣ ਦਵਿੰਦਰ ਜੀ ਨੇ ਵੀ ਇਤਿਹਾਸ ਦਾ ਹਵਾਲਾ ਦਿੱਤਾ। ਇਤਿਹਾਸ ਵੀ ਗਵਾਹ ਹੈ ਕਿ ਜਿਹੜੀਆਂ ਸਾਡੀਆਂ ਭੈਣਾਂ ਦਾ ਦਰਜਾ ਹੈਗਾ, ਇੱਕ ਔਰਤ ਦਾ ਦਰਜਾ ਹੈਗਾ, ਇਤਿਹਾਸ ਮੁਤਾਬਕ ਉਹ ਬਹੁਤ ਉੱਚਾ, ਉਹ ਜਗਤ ਜਨਨੀ। ਸੋ ਪਰਿਵਾਰ ਦਾ ਆਧਾਰ ਨੇ। ਜਿਵੇਂ ਜਿਹਾ ਇੱਕ ਔਰਤ ਪਕਾਉਂਦੀ ਹੈ, ਸਾਡੇ ਬਜ਼ੁਰਗ ਕਹਿੰਦੇ ਸੀਗੇ ਇਹ ਗੱਲ ਭੈਣ ਜੀ, ਕਿ ਘਰ ਦੀ ਸੁਆਣੀ ਜਿਵੇਂ ਜਿਹੜੇ ਮਨ ਤੇ ਨੀਤ ਦੇ ਨਾਲ ਆਪਣਾ ਖਾਣਾ ਪਕਾਉਂਦੀ ਹੈ, ਉਹਦਾ ਜਿਹੜਾ ਰਸ ਹੈਗਾ ਖਾਣੇ ਰਾਹੀਂ ਉਹਦੇ ਪੂਰੇ ਪਰਿਵਾਰ ਦੇ ਅੰਦਰ ਜਾਂਦਾ। ਸੋ ਜਿਵੇਂ ਇਹਨਾਂ ਨੇ ਵੀ ਕਿਹਾ ਕਿ ਇੱਕ ਔਰਤ ਦਾ ਇੱਕ ਮਾਂ ਦਾ ਫਰਜ਼ ਹੈ, ਵਾਕਈ ਹੀ ਇੱਕ ਮਾਂ ਦਾ ਫਰਜ਼ ਹੈ ਜਦੋਂ ਆਪਣੇ ਪਰਿਵਾਰ 'ਚ ਖਾਣਾ ਪਕਾਉਂਦੀ, ਖਾਣੇ ਦੇ ਪਕਾਉਂਦੇ ਸਮੇਂ ਵੀ ਚੰਗੇ ਧਿਆਨ ਨਾਲ ਪਕਾਵੇ। ਐ ਨਹੀਂ ਕਿ ਇੱਕ ਪਾਸੇ ਆਪਾਂ ਵੀਡੀਓ ਗਲਤ ਲਗਾਈ ਹੈ ਜਾਂ ਕੁਝ, ਚਲੋ ਮੈਂ ਨਹੀਂ ਕਹਿੰਦੀ ਕਿ ਤੁਸੀਂ ਕੁਝ ਕੋਲ ਸ਼ਬਦ ਲਗਾਓ, ਪਾਠ ਦਾ ਸਿਮਰਨ ਕਰੋ, ਚੰਗੀ ਨੀਅਤ ਰੱਖੋ, ਚੰਗੇ ਵਿਚਾਰ ਸੋਚੋ। ਦੂਜਾ, ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿਓ, ਲੜਕੀ ਨੂੰ ਨਹੀਂ ਲੜਕੇ ਨੂੰ ਵੀ, ਦੋਨਾਂ ਨੂੰ, ਬੇਟੇ ਨੂੰ ਵੀ ਸਮਝਾਓ ਕਿ ਪੁੱਤ ਬਾਹਰ ਜਿਹੜੀਆਂ ਧੀਆਂ ਭੈਣਾਂ ਨੇ ਨਾ, ਉਹ ਤੇਰੀਆਂ ਹੀ ਆਪਣੀਆਂ, ਤੇਰੀਆਂ ਹੀ ਭੈਣਾਂ ਸਮਝੀਆਂ। ਆਚਾਰ ਵਿਹਾਰ ਚੰਗਾ ਕਰਨਾ ਸਿਖਾਓ, ਲੜਕੀ ਜਾਤ ਨੂੰ ਵੀ ਚੰਗਾ ਆਚਾਰ ਵਿਹਾਰ ਸਿਖਾਓ ਕਿ ਬੇਟਾ ਸਭਿਅਕ ਤਰੀਕੇ ਨਾਲ ਜੀਣਾ ਹੈ, ਖੁਸ਼ ਰਹੋ, ਹੱਸੋ ਖੇਡੋ, ਮੌਜਾਂ ਮਾਣੋ, ਚੰਗਾ ਲਾਈਫ ਸਟਾਈਲ ਅਪਣਾਓ। ਬਹੁਤ ਵੱਡੇ ਵੱਡੇ ਤੁਸੀਂ ਕੰਮ ਕਰਨੇ ਨੇ, ਤੁਹਾਡੇ ਵਿੱਚੋਂ ਕੋਈ ਕਿਰਨ ਬੇਦੀ ਬਣ ਜਾਏਗੀ, ਕੋਈ ਕਲਪਨਾ ਚਾਵਲਾ ਬਣ ਜਾਏ, ਤੁਹਾਡੇ ਵਿੱਚੋਂ ਕੋਈ ਰਾਣੀ ਝਾਂਸੀ ਬਣ ਕੇ ਦੇਸ਼ ਦੀ ਕਮਾਨ ਵੀ ਸੰਭਾਲ ਲੇਗੀ, ਤੁਹਾਡੇ ਵਿੱਚੋਂ ਕੋਈ ਮਾਤਾ ਸਾਹਿਬ ਕੌਰ ਵੀ ਬਣ ਸਕਦੀ, ਤੇ ਮਾਤਾ ਗੁਜਰੀ ਜੈ ਪੇਸ਼ੈਂਸ ਵਾਲੀ ਵੀ ਤੁਹਾਡੇ ਵਿੱਚੋਂ ਕੋਈ ਨਾ ਕੋਈ ਨਿਕਲ ਸਕਦੀ ਹੈ। ਸੋ ਆਪਣੇ ਆਚਾਰ ਵਿਹਾਰ ਨੂੰ, ਬੋਲੀ ਨੂੰ, ਪਹਿਰਾਵੇ ਨੂੰ ਚੰਗਾ ਰੱਖੋ। ਆਚਾਰ ਵਿਹਾਰ ਬੋਲੀ ਦਾ ਮੈਂ ਇਸ ਕਰਕੇ ਬਾਰ-ਬਾਰ ਕਹਿ ਰਹੀ ਕਿ ਜਦੋਂ ਤੁਸੀਂ ਆਪਣੀ ਬੋਲੀ ਦੇ ਨਾਲ ਲੋਕਾਂ ਦੇ ਸਾਹਮਣੇ ਵਿਚਰਦੇ ਹੋ, ਉਹਨਾਂ ਦੇ ਨਾਲ ਆਪਣੇ ਵਿਚਾਰ ਵਿਮਰਸ਼ ਕਰਦੇ ਹੋ, ਸੋਹਣੀ ਬੋਲੀ ਬੋਲੋਗੇ ਨਾ, ਤੇ ਤੁਸੀਂ ਉਸ ਇਨਸਾਨ ਦੇ ਦਿਲ ਦੇ ਵਿੱਚ ਘਰ ਕਰ ਜਾਓ, ਦਿਲ 'ਚ ਜਗ੍ਹਾ ਬਣਾ ਲਓਗੇ। ਹੁਣ ਭੈਣ ਜੀ ਨੇ ਵੀ ਇਹੀ ਗੱਲ ਕਹੀ ਕਿ ਦਿਮਾਗ, ਉਹ ਜਿਹੜੇ ਵੀ ਲੋਕ ਤੁਹਾਨੂੰ ਹਵਾ ਵਿੱਚ ਚੱਕਦੇ ਆ, ਟੋਟਾ ਕਹਿ ਕੇ, ਸੈਕਸੀ ਕਹਿ ਕੇ, ਸੋਹਣਾ ਕਹਿ ਕੇ, ਬਿਊਟੀਫੁਲ ਕਹਿ ਕੇ, ਔਸਮ ਕਹਿ ਕੇ, ਉਹ ਸਿਰਫ 1 ਸੈਕਿੰਡ ਦੇ ਲਈ ਤੁਹਾਡੀ ਨੁਮਾਇਸ਼ ਦੇਖਣ ਦੇ ਲਈ ਆਉਂਦੇ ਤੇ ਕਹਿ ਕੇ ਚਲੇ ਜਾਂਦੇ, ਉਹ ਦਿਲ ਵਿੱਚ ਜਗ੍ਹਾ ਨਹੀਂ ਬਣਾਉਂਦੇ, ਦਿਲ ਵਿੱਚ ਤੁਹਾਡਾ ਕੋਈ सम्मान ਨਹੀਂ ਕਰਦੇ। ਬਿਲਕੁਲ ਉਹੀ ਗੱਲ ਦੁਬਾਰਾ ਰਿਪੀਟ ਤੀਸਰੀ ਵਾਰ ਹੋ ਰਹੀ ਹੈ ਕਿ ਉਹ ਤੁਹਾਨੂੰ ਬਿਊਟੀਫੁਲ ਟੋਟਾ ਕਹਿ ਸਕਦੇ ਨੇ, ਸੈਕਸੀ ਕਹਿ ਸਕਦੇ ਨੇ, ਪਰ ਤੁਹਾਨੂੰ ਕਦੀ ਵੀ ਭੈਣ ਦੀ ਨਜ਼ਰ ਦੇ ਨਾਲ ਜਾਂ ਕਿਸੇ ਚੰਗੀ ਨਜ਼ਰ ਨਾਲ ਨਹੀਂ ਦੇਖਣਗੇ, ਗੰਦੀ ਨਾਲ ਹੀ ਦੇਖਣਗੇ। ਤੇ ਉਹ ਤੁਸੀਂ ਉੱਥੇ ਤੱਕ ਹੀ ਤੁਹਾਡੀ ਇਮੇਜ, ਜਿਹੜੀ ਤੁਹਾਡੀ ਵੀਡੀਓ ਖਤਮ ਹੋਈ, ਬਾਅਦ ਚ ਉਹਨਾਂ ਦੀ ਚਰਚਾ ਦਾ, ਮੁੰਡਿਆਂ ਦੀ ਟੋਲੀ ਦੀ ਚਰਚਾ ਬਣ ਜਾਣੀ, ਫਲਾਣੀ ਦਾ ਐਦਾਂ ਸੀਗਾ, ਫਲਾਣੀ ਦਾ ਐਦਾਂ ਸੀਗਾ, ਫਲਾਣੀ ਦੀ ਬਾਡੀ ਐਦਾਂ ਸੀ, ਫਲਾਣੀ ਐਦਾਂ। ਜੇ ਤੁਸੀਂ ਚੰਗੇ ਆਚਾਰ ਵਿਹਾਰ ਵਾਲੀਆਂ ਸੋਹਣੀਆਂ ਤਰੀਕੇ, ਸਭਿਅਕ ਤਰੀਕੇ ਨਾਲ ਵਿਚਰੋਗੀਆਂ ਤਾਂ ਤੁਸੀਂ ਉਸ ਬੰਦੇ ਦੇ ਦਿਲ ਦੇ ਵਿੱਚ ਘਰ ਕਰ ਜਾਓਗੀ। ਉਹ ਅਗਲਾ ਕਹੇਗਾ ਕਿ ਹਾਏ ਮੇਰੀ ਭੈਣ ਵੀ ਏਦਾਂ ਦੀ ਹੋਵੇ, ਮੇਰੀ ਧੀ ਵੀ ਏਦਾਂ ਦੀ ਹੋਵੇ, ਮੇਰੇ ਪਰਿਵਾਰ ਦੇ ਬੱਚੇ ਵੀ ਏਦਾਂ। ਹੁਣ ਤੁਹਾਨੂੰ 10 ਦੇ ਅੱਗੇ ਹੋਰ ਸ਼ੇਅਰ ਕਰੇਗਾ, ਦੇਖੋ ਫਲਾਣੀ ਬੱਚੀ, ਫਲਾਣੀ ਧੀ,
ਤੁਹਾਡਾ ਵੀ ਨਾਮ ਉੱਚਾ ਹੋਏਗਾ, ਤੁਹਾਡੇ ਪਰਿਵਾਰ ਦਾ ਨਾਮ ਉੱਚਾ ਹੋਏਗਾ, ਤੁਹਾਡੇ ਖਾਨਦਾਨ ਦਾ ਨਾਮ ਉੱਚਾ ਹੋਏਗਾ। ਤੇ ਇਹਨੂੰ ਇਹ ਕਹਿ ਕੇ ਮੈਂ ਖਾਸ ਤੌਰ ਤੇ ਇਹ ਗੱਲ ਬਾਰ-ਬਾਰ ਕਰ ਰਹੀ ਹਾਂ ਕਿ ਮਾਡਰਨਤਾ ਜਿਹੜੀ ਹੈ ਨੰਗੇਜਤਾ ਵਿੱਚ ਨਹੀਂ। ਤੁਸੀਂ ਇਹ ਨਾ ਸੋਚੋ ਕਿ ਤੁਹਾਨੂੰ ਅਸੀਂ ਕਹਿੰਦੇ ਕਿ ਤੁਸੀਂ ਘੁੰਡ ਕੱਢ ਕੇ ਸਿਰ ਤੇ ਚੁੰਨੀ ਲੈ ਕੇ ਤੇ ਬੁਰਕਾ ਪਾ ਕੇ ਵਿਚਰੋ, ਨਹੀਂ। ਇਹ ਜ਼ਮਾਨਾ ਬਹੁਤ ਐਡਵਾਂਸ ਹੋ ਚੁੱਕੀ ਹੈ, ਬੜੇ ਵੱਡੇ ਵੱਡੇ ਕੰਮ ਔਰਤਾਂ ਕਰ ਰਹੀਆਂ ਨੇ, ਹਵਾਈ ਜਹਾਜ਼ ਤੱਕ ਚਲਾ ਰਹੀਆਂ ਨੇ। ਸੋ ਮੇਰੀ ਇਹ ਦਰਖਾਸਤ ਹੈ ਕਿ ਮਾਡਰਨਤਾ ਚੰਗੇ ਕੰਮ ਦੇ ਵਿੱਚ ਹੈ, ਸੋਹਣੇ ਕੰਮ ਦੇ ਵਿੱਚ, ਸੋਹਣਾ ਫਿਊਚਰ ਬਣਾਓ, ਸੋਹਣੀ ਬੋਲੀ, ਸੋਹਣੀ ਪਰਸਨੈਲਿਟੀ, ਸੋਹਣੇ ਹਾਵ ਭਾਵ, ਸੋਹਣੇ ਤਰੀਕੇ। ਛੋਟੇ ਛੋਟੇ ਕੱਪੜੇ ਤੇ ਬੋਡੀ ਦੀ ਨਿਮਾਇਸ਼, ਕੋਈ ਇੱਥੋਂ ਗੋਡਿਆਂ ਤੋਂ ਫਟੀ ਜੀਨਸ ਪਾਈ ਹੈ, ਕੋਈ ਅੱਗੇ ਤਾਂ ਗੋਡਿਆਂ ਤੋਂ ਹੀ ਫਟੀ ਹੁੰਦੀ ਸੀ ਭੈਣ ਜੀ, ਹੁਣ ਤਾਂ ਸਾਰੀ ਹੀ ਫਟੀ ਹੁੰਦੀ ਉੱਪਰ ਤੱਕ। ਉਹ ਥਾਈ ਮੈਂ ਹੁਣ ਕੀ ਕਵਾਂ ਉਸ ਮਾਮਲੇ 'ਚ। ਉਹਨਾਂ ਚੀਜ਼ਾਂ ਦੇ ਵਿੱਚ ਤੁਹਾਡੀ ਮਾਡਰਨਤਾ ਨਹੀਂ ਹੈ, ਉਹਨਾਂ ਚੀਜ਼ਾਂ 'ਚ ਤੁਹਾਡੀ ਅਸ਼ਲੀਲਤਾ ਝਲਕਦੀ ਹੈ। ਪੱਛਮੀ ਪਹਿਰਾਵੇ ਵੀ ਬੜੇ ਸੋਹਣੇ ਨੇ, ਬਹੁਤ ਸੋਹਣੇ ਵੈਸਟਰਨ ਡਰੈਸਾਂ ਆਉਂਦੀਆਂ ਨੇ, ਤੇ ਜਿਵੇਂ ਕਿ ਤੁਸੀਂ ਭੈਣ ਜੀ ਨੇ ਵੀ ਕਿਹਾ ਤੇ ਮੈਂ ਵੀ ਇਸ ਗੱਲ ਨੂੰ ਕਹਿੰਦੀ ਹਾਂ ਕਿ ਉਹ ਉਹਨਾਂ ਲੋਕਾਂ ਦਾ ਕਲਚਰ ਹੈ, ਉਹ ਛੋਟੇ ਕੱਪੜੇ ਪਾ ਵੀ ਲੈਂਦੀਆਂ ਨਾ, ਤੇ ਉਹਨਾਂ ਦੀ ਛੋਟੇ ਕੱਪੜਿਆਂ ਵੱਲ ਕਦੀ ਕਿਸੇ ਦਾ ਧਿਆਨ ਨਹੀਂ ਜਾਂਦਾ, ਕਿਉਂਕਿ ਉਹਨਾਂ ਦੇ ਜਿਹੜੇ ਪਹਿਨਣ ਦਾ ਸਟਾਈਲ ਹੈ, ਬੋਲਣ ਦਾ ਸਟਾਈਲ ਹੈ, ਜਾਂ ਬੋਡੀ ਲੈਂਗੁਏਜ ਦਾ ਸਟਾਈਲ ਹੈ, ਉਹ ਸਾਨੂੰ ਗੰਦੀ ਸੋਚ ਕਦੀ ਨਹੀਂ ਦਿੰਦਾ। ਐਸੇ ਕਰਕੇ ਬਾਹਰਲੇ ਕੰਟਰੀ ਦੇ ਵਿੱਚ ਵੀ ਰੇਪ ਦੀ ਜਿਹੜੀ ਦਰ ਹੈ ਉਹ ਬਹੁਤ ਘੱਟ ਹੈ ਸਾਡੇ ਇੰਡੀਆ ਨਾਲ। ਇੰਡੀਆ ਦੇ ਵਿੱਚ, ਸਾਡੇ ਦੇਸੀ ਕੰਟਰੀ ਦੇ ਵਿੱਚ ਔਰਤ ਘਰ ਦੇ ਅੰਦਰ ਵੀ ਸੁਰੱਖਿਅਤ ਨਹੀਂ ਹੈ, ਤਾਂ ਅਸੀਂ ਕੱਪੜਿਆਂ ਦੀ ਕੀ ਗੱਲ ਕਰਨੀ। ਸਾਡੀ ਤੁਸੀਂ ਇਹਨਾਂ ਦੀ ਕੱਪੜੇ ਦੀ ਨਕਲ ਕਰਕੇ, ਛੋਟੇ ਛੋਟੇ ਕੱਪੜੇ ਪਾ ਕੇ, ਮੈਂ ਦੇਖਿਆ ਕਿ ਛੋਟੇ ਛੋਟੇ ਕੱਪੜੇ ਪਾ ਲੈ, ਨਕਲ ਕਰ ਲਈ। ਇਹ ਬੋਡੀ ਲੈਂਗੁਏਜ ਦੀ ਵੀ ਨਕਲ ਕਰੋ, ਫਿਰ ਉਹਨਾਂ ਦੀ ਲੈਂਗੁਏਜ ਦੀ, ਉਹਨਾਂ ਦੇ ਆਚਾਰ ਵਿਹਾਰ ਦੇ, ਉਹ ਕਿਵੇਂ ਤਰੀਕੇ ਦੇ ਨਾਲ ਵਿਚਰਦੀਆਂ ਨੇ, ਉਹ ਤਰੀਕੇ ਨੂੰ ਭੁੱਲ ਕੇ ਤੁਸੀਂ ਅਸ਼ਲੀਲਤਾ ਤੇ ਆਉਂਦੀ ਹੋ। ਮੈਂ ਸਾਬਤ ਕਰ ਸਕਦੀ ਹਾਂ, ਮੇਰੇ ਕੋਲ ਬਹੁਤ ਸਾਰੀ ਵੀਡੀਓ ਪਈਆਂ ਹੋਈਆਂ ਨੇ ਮੇਰੀਆਂ ਬੜੀਆਂ ਆਪਣੇ ਆਪ ਨੂੰ ਚੰਗੀਆਂ ਕਹਾਉਣ ਵਾਲੀਆਂ ਭੈਣਾਂ ਦੀਆਂ, ਜਿਹੜੀਆਂ ਇਸ ਹੱਦ ਤੱਕ ਗਿਰ ਜਾਂਦੀਆਂ ਨੇ ਕਿ ਆਪਣਾ ਸਿਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਬਿਊਟੀਫੁਲ, ਉਹਨਾਂ ਨੂੰ ਸੈਕਸੀ, ਉਹਨਾਂ ਨੂੰ ਇਹ ਉਹਦੇ ਤੇ ਕਮੈਂਟ ਆ ਰਹੇ ਨੇ ਤੇ ਉਹ ਬੜੇ ਹੀਰੋਇਨ ਬਣ ਗਏ ਨੇ। ਨਹੀਂ, ਉਹ ਅਸ਼ਲੀਲਤਾ ਦੇਖਣ ਲਈ ਲੋਕ ਆਏ ਸੀ, ਅਸ਼ਲੀਲ ਕਮੈਂਟ ਕਰਕੇ ਚਲੇ ਗਏ, ਤੁਹਾਨੂੰ ਦਿਲ ਚ ਨਹੀਂ ਲੈ ਕੇ ਗਏ, ਦਿਲ ਚ ਨਹੀਂ ਲੈ ਕੇ ਗਏ। ਸੋ ਸੰਖੇਪ ਦੇ ਵਿੱਚ ਫੇਰ ਗੱਲ ਖਤਮ ਕਰਦੇ ਹਾਂ ਕਿ ਮੇਰੀ ਗੱਲ ਅਗਰ ਕੋਈ ਮਾੜੀ ਲੱਗੀ ਹੋਵੇ ਤੇ ਮੈਂ ਉਹਦੇ ਲਈ ਮੈਂ ਵੈਸੇ ਮਾਫੀ ਮੰਗਣ ਦੀ ਹੱਕਦਾਰ ਨਹੀਂ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਗਲਤ ਗੱਲ ਕੀਤੀ ਹੈ ਜਾਂ ਕੋਈ ਭੈਣ ਜੀ ਨੇ ਗਲਤ ਗੱਲ ਕੀਤੀ। ਅਸੀਂ ਆਪਣੀ ਸੋਚ ਦੱਸੀ ਹੈ, ਤੁਹਾਡੀ ਸੋਚ ਕਿਸ ਤਰ੍ਹਾਂ ਦੀ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ। ਤੁਸੀਂ ਆਪਣੇ ਆਚਾਰ ਵਿਹਾਰ ਤਰੀਕਿਆਂ ਨੂੰ ਬਦਲਣਾ ਹੈ, ਸਿੱਖ ਪੰਥ ਦੇ ਮੁਤਾਬਕ, ਹਿੰਦੂ ਧਰਮ ਦੇ ਮੁਤਾਬਕ, ਮੁਸਲਿਮ ਧਰਮ ਦੇ ਮੁਤਾਬਕ। ਇਵਨ ਕਿ ਔਰਤ ਦਾ ਦਰਜਾ ਬਹੁਤ ਉੱਚਾ ਹੈ, ਇਸ ਦਰਜੇ ਨੂੰ ਸੰਭਾਲ ਕੇ ਰੱਖੋ। ਸ਼ਰਮ ਸਾਡਾ ਗਹਿਣਾ ਹੈ, ਮਾਡਰਨਤਾ ਨੰਗੇਜਤਾ ਨਹੀਂ ਹੈ। ਸਭਿਅਕ ਤਰੀਕੇ ਦੇ ਨਾਲ ਸੋਸ਼ਲ ਸਾਈਟਾਂ ਤੇ ਵਿਚਰੋ, ਇੰਜੋਏ ਕਰੋ, ਹੱਸੋ ਖੇਡੋ, ਚੰਗੀ ਨਾਮ ਕਮਾਓ। ਇਹ ਨੰਗੇਜਤਾ ਤੇ ਅਸ਼ਲੀਲਤਾ ਤੋਂ ਦੂਰ ਰਹਿ ਕੇ ਔਰਤਾਂ ਸਮਾਜ ਦੀਆਂ ਸਿਰਜਣਹਾਰ ਨੇ। ਤੁਸੀਂ ਇੱਕ ਪਰਿਵਾਰ ਦੇ ਵਿੱਚ ਔਰਤ ਸਭ ਤੋਂ ਪਹਿਲਾਂ ਗੁਰੂ ਇੱਕ ਮਾਂ ਹੁੰਦੀ ਹੈ। ਮਾਂ ਨੇ ਬੱਚੇ ਨੂੰ ਜਿਵੇਂ ਸਮਝਾਣਾ ਹੈ, ਉਹਦਾ ਬੇਟਾ ਚੰਗਾ ਸਮਝਾਏਗੀ ਤਾਂ ਚੰਗਾ ਬਣੇਗਾ, ਨਹੀਂ ਸਮਝਾਏਗੀ, ਮਾੜਾ ਸਮਝਾਏਗੀ ਤਾਂ ਗੁੰਡਾਗਰਦੀ ਵੱਲ ਜਾਏਗੀ। ਧੀ ਵੀ ਇਸੇ ਤਰ੍ਹਾਂ ਹੈ, ਜੇ ਚੰਗੀ ਮੱਤ ਦੇਗੀ ਤਾਂ ਧੀ ਵੀ ਚੰਗੀ ਮੱਤ ਵਾਲੀ ਬਣੇਗੀ, ਨਹੀਂ ਦੇਗੀ ਤਾਂ ਉਹ ਵੀ ਮਾੜੀ ਨਿਕਲੇਗੀ। ਸੋ ਆਧਾਰ ਕੀ, ਭਾਵੇਂ ਉਹ ਧੀ ਹੈ, ਭਾਵੇਂ ਭੈਣ, ਭਾਵੇਂ ਉਹ ਸੱਸ ਹੈ, ਭਾਵੇਂ ਉਹ ਬਹੂ ਹੈ, ਨੂੰਹ ਹੈ, ਭਾਵੇਂ ਉਹ ਨਨਾਣ ਹੈ, ਤਾਂ ਧੀ ਨੂੰ ਕੁੱਖ ਦੇ ਵਿੱਚ ਮਾਰ ਦਿੱਤਾ ਜਾਂਦਾ। ਮਰਵਾਉਂਦਾ ਕੌਣ ਹੈ? ਸੱਸ। ਉਹ ਕੌਣ ਹੈ? ਧੀ ਦਾ ਘਰ ਬਰਬਾਦ ਕਈ ਵਾਰ ਨਨਾਣ ਦੀ ਵਜ੍ਹਾ ਨਾਲ ਹੋ ਜਾਂਦਾ ਹੈ। ਨਨਾਣ ਕੌਣ ਹੈ? ਉਹ ਵੀ ਔਰਤ। ਸੋ ਮਰਦ ਨੂੰ ਆਪਾਂ ਬੁਰਾ ਨਹੀਂ ਕਹਿ ਸਕਦੇ ਹਰ ਪੱਖੋਂ, ਸਾਡੀਆਂ ਆਪਣੀਆਂ ਬਹੁਤ ਸਾਰੀਆਂ ਗਲਤੀਆਂ ਨੇ, ਆਪਣੀਆਂ ਗਲਤੀਆਂ ਨੂੰ ਮੰਨਣਾ ਚਾਹੀਦਾ। ਸਾਨੂੰ ਵੀ ਆਪਣੇ ਤਰੀਕੇ, ਜਿਹੜੇ ਤੌਰ ਤਰੀਕੇ ਨੇ, ਬਦਲਣੇ ਚਾਹੀਦੇ ਨੇ, ਸੋਹਣੇ ਰੱਖਣੇ ਚਾਹੀਦੇ ਨੇ। ਪੜ੍ਹੀਆਂ ਲਿਖੀਆਂ ਨੇ, ਐਜੂਕੇਸ਼ਨਲ ਹੋ ਤੁਸੀਂ। ਅੱਜ ਕੱਲ੍ਹ ਕੋਈ ਪੁਰਾਣਾ ਟਾਈਮ ਤੇ ਰਹਿ ਨਹੀਂ ਗਿਆ ਕਿ ਤੁਹਾਨੂੰ ਕੋਈ ਸਮਝ ਨਹੀਂ ਹੈ। ਸਭਿਅਕ ਤਰੀਕੇ ਨਾਲ ਵਿਚਰੋ ਤੇ ਇੱਕ ਆਪਣੀ ਕੌਮ ਦਾ, ਆਪਣੇ ਦੇਸ਼ ਦਾ, ਆਪਣੇ ਪਰਿਵਾਰ ਦਾ, ਆਪਣੇ ਖਾਨਦਾਨ ਦਾ ਨਾਮ ਉੱਚਾ ਕਰੋ। ਬੜੀਆਂ ਮਿਸਾਲਾਂ ਤੁਹਾਨੂੰ ਅਸੀਂ ਵੀ ਦਿੱਤੀਆਂ ਨੇ, ਬੜੀਆਂ ਮਿਸਾਲਾਂ ਤੁਸੀਂ ਵੀ ਦੇਖਦੇ ਹੋ ਖੁਦ ਕਿ ਪੂਰੇ ਕੱਪੜੇ ਸੋਹਣੀ ਬੋਲੀ ਦੇ ਨਾਲ ਅਜਿਹੀਆਂ ਸ਼ਖਸੀਅਤਾਂ ਸਾਡੇ ਵਿੱਚ ਮੌਜੂਦ ਨੇ। ਹਜੇ ਤੱਕ ਕਈ ਸ਼ਖਸੀਅਤਾਂ ਸਾਡੇ ਨਾਲ ਮਤਲਬ ਰੀਅਲ ਲਾਈਫ ਦੇ ਵਿੱਚ ਨਹੀਂ, ਇਤਿਹਾਸ ਦਾ ਹਿੱਸਾ ਬਣ ਗਈਆਂ ਨੇ, ਲੇਕਿਨ ਅੱਜ ਵੀ ਅਸੀਂ ਉਹਨਾਂ ਨੂੰ ਆਪਣੇ ਰੋਲ ਮਾਡਲ ਮੰਨਦੇ। ਉਹ ਸਾਡੀਆਂ ਧੜਕਣਾਂ ਨੇ,
ਸਾਨੂੰ ਇੱਕ ਪ੍ਰਾਊਡ ਫੀਲ ਹੁੰਦਾ ਹੈ ਕਿ ਅਸੀਂ ਵੀ ਔਰਤ ਆ ਉਸ ਵਕਤ। ਸੋ ਇਹੋ ਜੀ ਮਿਸਾਲ ਬਣੋ ਕਿ ਤੁਹਾਨੂੰ ਵੇਖ ਕੇ ਔਰਤਾਂ ਨੂੰ, ਬਾਕੀ ਔਰਤਾਂ ਨੂੰ ਇੱਕ ਆਪਣੇ ਆਪ ਤੇ ਗਰਵ, ਇੱਕ ਪ੍ਰਾਊਡ ਮਹਿਸੂਸ ਹੋਵੇ ਕਿ ਉਹ ਵੀ ਔਰਤ ਹੈ ਉਸ ਔਰਤ ਦੀ ਤਾਂ। ਸੋ ਚੰਗਾ ਬਣੋ। ਤੇ ਮੇਰੇ ਵੀਰਾਂ ਨੂੰ ਵੀ ਬੜੀ ਨਿਰਮਤਾ ਸਹਿਤ ਬੇਨਤੀ ਹੈ ਕਿ ਤੁਸੀਂ ਵੀ ਇਹਨਾਂ ਲੋਕਾਂ ਨੂੰ, ਇਹਨਾਂ ਬੱਚੀਆਂ ਨੂੰ ਉਤਸ਼ਾਹਿਤ ਨਾ ਕਰੋ। ਤੁਸੀਂ ਆਪ ਸਿਆਣੇ ਹੋ, ਸਮਝਦਾਰ ਹੋ, ਕੁਝ ਸੋਚੋ। ਤੁਸੀਂ ਉਸ ਭੈਣਾਂ ਨੂੰ ਜਿਹੜੀਆਂ ਨੰਗੇਸਤਾਂ ਦਾ ਗਟਾਵਾ ਕਰਦੀਆਂ ਔਰ ਉੱਥੇ ਜਾ ਕੇ ਵਿਖਾਵਾ ਕਰਦੀਆਂ ਨੇ, ਤੁਸੀਂ ਉਹਨਾਂ ਨੂੰ ਸੈਕਸੀ, ਟੋਟਾ, ਪਤਾ ਨਹੀਂ ਕਿੰਨਾ ਤਰ੍ਹਾਂ ਦੇ ਕਮੈਂਟ ਦੇ ਕੇ ਉਹਨਾਂ ਨੂੰ ਹਵਾ ਚੋਂ ਡਰਦੇ ਹੋ ਕਿ ਤੁਸੀਂ ਉਹਨਾਂ ਨੂੰ ਧੀਆਂ ਭੈਣਾਂ ਸਮਝ ਸਕਦੇ ਹੋ? ਨਹੀਂ ਨਾ, ਗੰਦੀ ਨਜ਼ਰ। ਸੋ ਤੁਸੀਂ ਵੀ ਥੋੜਾ ਜਿਹਾ, ਮੇਰੇ ਜਿਹੜੇ ਵੀਰ ਇਸ ਤਰ੍ਹਾਂ ਦੇ ਕਮੈਂਟ ਕਰਦੇ ਆ ਨਾ ਜਾ ਕੇ ਤੇ ਉਹਨਾਂ ਨੂੰ ਹਵਾ 'ਚ ਉਡਾ ਕੇ ਹੋਰ ਉੱਚਾ ਉਡਾਉਣ ਦੀ ਕੋਸ਼ਿਸ਼ ਕਰਦੇ ਆ, ਪਰਹੇਜ਼ ਕਰੋ ਇਹਨਾਂ ਤੋਂ। ਇਹ ਤੁਹਾਡੀਆਂ ਧੀਆਂ ਨੇ, ਤੁਹਾਡੀਆਂ ਮਾਵਾਂ ਨੇ, ਭੈਣਾਂ ਨੇ। ਇਹਨਾਂ ਦੇ ਵਿੱਚੋਂ ਤੁਹਾਡੀ ਕੋਈ ਘਰ ਦੀ ਸੁਆਣੀ ਵੀ ਬਣ ਸਕਦੀ ਹੈ। ਤੇ ਤੁਸੀਂ ਇਤਨੀ ਕਦੇ ਨਹੀਂ ਚਾਹੋਗੇ ਕਿ ਤੁਹਾਡੀ ਸੁਆਣੀ ਜਿਹੜੀ ਉਹ ਜਾ ਕੇ ਅੱਧ ਨੰਗੀਆਂ ਛਾਤੀਆਂ ਦਿਖਾਵੇ ਜਾਂ ਆਪਣੇ ਲੱਤਾਂ ਕੱਢ ਕੇ ਦਿਖਾਵੇ ਤੇ ਬੋਡੀ ਦਾ ਪ੍ਰਦਰਸ਼ਨ ਕਰੇ। ਸੋ ਥੋੜਾ ਜਿਹਾ ਤੁਸੀਂ ਵੀ ਸੰਭਲੋ, ਇਹਨਾਂ ਚੀਜ਼ਾਂ ਨੂੰ ਸਟਾਪ ਕਰੋ ਤੇ ਗਲਤੀ ਲਈ ਮਾਫੀ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਫਿਰ ਇੱਕ ਵਾਰੀ ਇਸ ਲਫ਼ਜ਼ ਦੇ ਨਾਲ ਕਿ ਧੀਆਂ ਭੈਣਾਂ ਦਾ ਸਤਿਕਾਰ ਕਰੋ ਤੇ ਧੀਆਂ ਭੈਣਾਂ ਵੀ ਸਤਿਕਾਰ ਕਰਵਾਉਣ ਦੇ ਲਾਇਕ ਬਣੋ। ਇਸੇ ਦੇ ਨਾਲ ਹੀ ਤੁਹਾਡੇ ਕੋਲ ਇਜਾਜ਼ਤ ਲੈਂਦੇ ਆ। ਫਿਰ ਮਿਲਾਂਗੇ ਨਵੇਂ ਸ਼ੋਅ ਦੇ ਵਿੱਚ, ਨਵੇਂ ਵਿਸ਼ੇ ਦੇ ਨਾਲ। ਕੀਪ ਇਨ ਟੱਚ ਐਂਡ ਦੇਖਦੇ ਰਹੋ, ਜੁੜੇ ਰਹੋ ਪ੍ਰੀਤਨਾਮਾ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੀਤਨਾਮਾ ਟੀਵੀ ਨਾਲ ਜੁੜਨ ਲਈ ਤੇ ਆਪਣੇ ਕਾਰੋਬਾਰ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ preetnamausa@gmail.com।